ਗੱਲਬਾਤ ਹੋਣ ਜਾ ਰਹੀ ਹੈ ਰੂਬਲ ਸਾਹਿਬ ਦੇ ਨਾਲ। ਰੂਬਲ ਸਾਹਿਬ ਦੇਸੀ ਤਰੀਕੇ ਦੇ ਨਾਲ ਤੁਹਾਡਾ ਟ੍ਰੀਟਮੈਂਟ ਕਰਦੇ ਨੇ। ਦੇਸੀ ਖਾਓ, ਰੂਪ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਇਹਨਾਂ ਜੜੀ ਬੂਟੀਆਂ ਵਿੱਚ ਛੁਪਿਆ ਪਿਆ ਹੈ। ਜੜੀ ਬੂਟੀਆਂ ਤੁਹਾਡੇ ਵਾਸਤੇ ਕਿੰਨੀਆਂ ਤੇ ਕਿਵੇਂ ਕਾਰਗਰ ਸਿੱਧ ਹੁੰਦੀਆਂ ਨੇ, ਪੂਰੀ ਡਿਟੇਲ ਲੈ ਕੇ ਹਾਜ਼ਰ ਹੁੰਦੇ ਨੇ ਸਾਡੇ ਨਾਲ ਰੂਬਲ ਸਾਹਿਬ ਜੀ। 905 874 3333 905 874 3333। ਬਹੁਤ ਸਾਰੇ ਲੋਕਾਂ ਦਾ ਭਰਮ ਸੀ, ਜਿਹੜਾ ਭਰਮ ਹੁਣ ਕਾਫੀ ਟੁੱਟ ਚੁੱਕਾ ਹੈ। ਬੈਕ ਟੂ ਟਰੈਕ ਤੇ ਆ ਰਹੇ ਨੇ, ਕੁਦਰਤ ਵੱਲ ਨੂੰ ਵਾਪਸ ਪਰਤ ਰਹੇ ਨੇ। ਅੰਗਰੇਜ਼ੀ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਨੇ, ਜਿਸ ਕਿ ਨਾ ਰੂਬਲ ਸਾਹਿਬ ਕਹਿੰਦੇ ਨੇ ਜੇਕਰ ਥੋੜੇ ਸਮੇਂ ਵਾਸਤੇ ਤੁਸੀਂ ਆਰਾਮ ਚਾਹੁੰਦੇ ਹੋ ਤਾਂ ਅੰਗਰੇਜ਼ੀ ਦਵਾਈਆਂ ਤੁਹਾਡੇ ਵਾਸਤੇ ਠੀਕ ਨੇ। ਜਦੋਂ ਲੌਂਗ ਟਰਮ ਵਾਸਤੇ ਤੁਸੀਂ ਇਹਨਾਂ ਨੂੰ ਯੂਜ਼ ਕਰਦੇ ਹੋ ਤੇ ਤੁਹਾਡੇ ਸਰੀਰ ਇੰਨੀਆਂ ਜ਼ਿਆਦਾ ਹੋਰ ਬਿਮਾਰੀਆਂ ਲੱਗ ਜਾਂਦੀਆਂ ਨੇ, ਪੈਦਾ ਹੋ ਜਾਂਦੀਆਂ ਨੇ ਤੇ ਜਿਨ੍ਹਾਂ ਦਾ ਟ੍ਰੀਟਮੈਂਟ ਕਰਨਾ ਥੋੜਾ ਫਿਰ ਔਖਾ ਹੋ ਜਾਂਦਾ ਹੈ। ਲੇਕਿਨ ਦੇਸੀ ਜੜੀ ਬੂਟੀਆਂ ਤੁਹਾਡੇ ਕਿਤੇ ਵੀ ਨੁਕਸਾਨਦੇਹ ਨਹੀਂ ਹੁੰਦੀਆਂ ਤੇ ਤੁਹਾਡੀ ਕਹਿ ਲਓ ਵੀ ਚਮੜੀ ਨੂੰ ਜਿੱਥੇ ਗਲੋ ਲੈ ਕੇ ਆਉਂਦੀਆਂ ਨੇ, ਜਿੱਥੇ ਤੁਹਾਡੇ ਅੰਦਰੋਂ ਤੁਹਾਡੇ ਸਰੀਰ ਨੂੰ ਹੋਰ ਤਾਕਤਵਰ ਬਣਾਉਂਦੀਆਂ ਨੇ, ਉੱਥੇ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦੀ। ਜੜ ਤੋਂ ਬਿਮਾਰੀ ਨੂੰ ਖਤਮ ਕਰਨ ਦੀ ਯੋਗਤਾ ਰੱਖਦੀਆਂ ਨੇ। ਇਹ ਸਾਰੀਆਂ ਜੜੀ ਬੂਟੀਆਂ ਕਿਵੇਂ ਕੰਮ ਕਰਦੀਆਂ ਨੇ, ਰੂਬਲ ਸਾਹਿਬ ਦੇ ਕੋਲ ਪੁੱਛਦੇ ਹਾਂ। ਰੂਬਲ ਸਾਹਿਬ, ਰੇਡੀਓ ਪ੍ਰੋਗਰਾਮ ਦੇ ਲਈ ਆਪਣਾ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ, ਮੇਰੇ ਵੱਲੋਂ ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਦੇ ਲਈ ਆਪਣਾ ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਐਂਡ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਉਹ ਨੰਬਰ ਜਿਹੜਾ ਆ 905 874 3333 ਤੇ ਸਾਡਾ ਕਲੀਨਿਕ ਤਾਂ ਹੈ ਹੀ ਹੈ, ਪਰ ਜੇ ਹੁਣ ਵੀ ਕਿਸੇ ਨੇ ਕੋਈ ਕੁਐਸਚਨ ਪੁੱਟ ਕਰਨਾ ਹੈ ਤਾਂ ਤੁਸੀਂ ਸੈੱਲਫੋਨ ਦੇ ਉੱਤੇ ਗੁਰਪਾਲ ਜੀ ਦੇ ਟੈਕਸਟ ਮੈਸੇਜ ਕਰ ਸਕਦੇ ਹੋ 647 281 48 57 647 281 48 57 ਦੇ ਉੱਤੇ ਮੈਸੇਜ ਕੀਤਾ ਜਾ ਸਕਦਾ। ਔਰ ਤੁਸੀਂ ਬਹੁਤ ਵਧੀਆ ਸ਼ੁਰੂਆਤ ਕੀਤੀ ਹੈਗੀ ਹੈ ਕਿ ਜੜੀਆਂ ਬੂਟੀਆਂ ਜਿਹੜੀਆਂ ਉਹ ਡੈਫੀਨੇਟਲੀ ਸਾਡੇ ਵਾਸਤੇ ਜਿਹੜੀਆਂ ਉਹ ਕਾਰਗਰ ਸਾਬਤ ਹੁੰਦੀਆਂ ਕਿਸੇ ਵੀ ਸਟੇਜ ਦੇ ਵਿੱਚ ਹੈ, ਕਿਉਂਕਿ ਜਿਹੜਾ ਆਯੁਰਵੈਦਿਕ ਇਲਾਜ ਹੈ ਇਹ ਕੋਈ ਸਿੰਪਟਮ ਬੇਸਡ ਇਲਾਜ ਨਹੀਂ ਹੈ। ਜਿਵੇਂ ਤੁਸੀਂ ਦੱਸਿਆ ਕਿ ਇਹ ਜੜ ਤੋਂ ਜਿਹੜਾ ਹੈ ਇਸ ਨੂੰ ਠੀਕ ਕੀਤਾ ਜਾਂਦਾ। ਸੋ ਜਦੋਂ ਅਸੀਂ ਸਿੰਪਟਮਸ ਦੇ ਨਾਲ ਸਾਨੂੰ ਅੰਡਰਸਟੈਂਡਿੰਗ ਜ਼ਰੂਰ ਹੁੰਦੀ ਹੈ ਕਿ ਪੇਸ਼ੈਂਟ ਦੇ ਕੀ ਹਾਲਾਤ ਹੋ ਰਹੇ ਆ ਜਾਂ ਉਹ ਕਿਹੜੀ ਸਿਚੁਏਸ਼ਨ ਦੇ ਥਰੂ ਜਾ ਰਹੇ ਹੈਗੇ ਆ, ਕਿੰਨੀ ਕੁ ਉਹਨਾਂ ਨੂੰ ਦਰਦ ਹੋ ਰਹੀ ਹੈ, ਕਿੰਨੀ ਕੁ ਜਾਂ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹ ਕਿੰਨੀ ਕੁ ਇੰਟੈਂਸੀਫਾਈਡ ਹੈ ਜਾਂ ਉਹ, ਪਰ ਉਹਦੇ ਵਾਸਤੇ ਜਿਹੜੀ ਆ ਦੇਖਿਆ ਜਾਂਦਾ ਕਿ ਉਹਨਾਂ ਦਾ ਰੂਟ ਕਾਜ਼ ਕੀ ਹੈ। ਹੁਣ ਰੂਟ ਕਾਜ਼ ਜਿਹੜੇ ਹੈਗੇ ਉਹ ਕਈ ਤਰ੍ਹਾਂ ਦੇ ਹੋ ਸਕਦੇ ਆ। ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਸਾਡੇ ਹੱਥ ਵਿੱਚ ਹੁੰਦੀਆਂ, ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਹੱਥ ਵਿੱਚ ਨਹੀਂ ਹੁੰਦੀਆਂ। ਸੋ ਐਗਜ਼ਾਮਪਲ ਦੇ ਤੌਰ ਦੇ ਉੱਤੇ ਜੋ ਅਸੀਂ ਫੂਡ ਖਾਂਦੇ ਹੈਗੇ ਆ ਉਹ ਸਾਡੇ ਹੱਥ ਦੇ ਵਿੱਚ ਆ, ਅਸੀਂ ਕੀ ਖਾਣਾ, ਅਤੇ ਉਹਨੂੰ ਜਦੋਂ ਅਸੀਂ ਮੋਡੀਫਾਈ ਕਰ ਸਕਦੇ ਹਾਂ ਤਾਂ ਉਹ ਡੈਫੀਨੇਟਲੀ ਕਰਨਾ ਚਾਹੀਦਾ। ਪਰ ਕੁਝ ਚੀਜ਼ਾਂ ਹੈ ਜਿਹੜੀਆਂ ਸਾਡੇ ਹੱਥ 'ਚ ਨਹੀਂ ਹੁੰਦੀਆਂ, ਫੋਰ ਐਗਜ਼ਾਮਪਲ ਇਨਵਾਇਰਮੈਂਟ ਜਾਂ ਜਿਹੜੀਆਂ ਰੁੱਤਾਂ, ਇਹ ਜਿਹੜੀਆਂ ਸਾਡੇ ਹੱਥ ਦੇ ਵਿੱਚ ਨਹੀਂ ਹੈਗੀਆਂ। ਸੋ ਉਹ ਵੀ ਚੀਜ਼ਾਂ ਸਾਡੀ ਬਾਡੀ ਦੇ ਉੱਤੇ ਕੁਛ ਨਾ ਕੁਛ ਅਸਰ ਜਿਹੜਾ ਹੈਗਾ ਉਹ ਜ਼ਰੂਰ ਪਾਉਂਦੀ ਹੈ। ਹੁਣ ਐਗਜ਼ਾਮਪਲ ਦੇ ਤੌਰ ਦੇ ਉੱਤੇ ਸਰਦੀ ਦਾ ਮੌਸਮ ਹੈਗਾ ਹੈ। ਹੁਣ ਆਯੁਰਵੈਦ ਦੇ ਵਿੱਚ ਜਿਹੜੀ ਹੈ ਉਹ ਸਰਦੀ ਦੋ ਤਰੀਕਿਆਂ ਦੇ ਵਿੱਚ ਵੰਡੀ ਗਈ ਹੈ। ਇੱਕ ਹੁੰਦੀ ਹੈ ਜਿਹੜੀ ਸ਼ੁਰੂਆਤੀ ਸਰਦੀ, ਦੂਸਰੀ ਜਿਹੜੀ ਹੈ ਅਖੀਰਲੀ ਸਰਦੀ। ਸੋ ਇਹ ਦੋਨੋਂ ਮਤਲਬ ਇੰਟਾਇਰਟੀ ਐਜ਼ ਏ ਰੁੱਤ ਜਿਹੜੀ ਸਰਦੀ ਹੈਗੀ ਆ, ਇਹਦੇ ਵਿੱਚ ਜਿਹੜੀ ਆ ਜਿੱਦਾਂ ਅਸੀਂ ਦੇਖਦੇ ਹੈਗੇ ਆ ਕਿ ਠੰਡ ਹੁੰਦੀ ਹੈ ਉਹ, ਹੈ ਨਾ, ਅਤੇ ਠੰਡ ਦੇ ਨਾਲ ਨਾਲ ਜਿਹੜੀ ਉਹ ਡਰਾਈਨੈਸ ਹੁੰਦੀ ਹੈ। ਸੋ ਇਹ ਦੋਨੋਂ ਦੋਸ਼ ਜਿਹੜੇ ਆ, ਜਿਵੇਂ ਅਸੀਂ ਗੱਲ ਕਰਦੇ ਹਾਂ ਆਯੁਰਵੈਦ ਦੇ ਵਿੱਚ ਵਾਤ, ਪਿੱਤ ਅਤੇ ਕਫ, ਇਹ ਦੋਸ਼ ਜਿਹੜੇ ਆ ਸਾਡੀ ਬਾਡੀ ਦੇ ਵਿੱਚ ਵੀ ਹੈ, ਸਾਡੇ ਫੂਡ ਦੇ ਵਿੱਚ ਵੀ ਹੈ, ਸਾਡੀਆਂ ਰੁੱਤਾਂ ਦੇ ਵਿੱਚ ਵੀ ਹੈ। ਸੋ ਇਹ ਜਿਹੜੀ ਰੁੱਤ ਹੁੰਦੀ ਹੈਗੀ ਆ, ਇਹ ਜਿਹੜੀ ਆ ਸਾਡੀ ਕਫ ਅਤੇ ਵਾਤ, ਇਹ ਦੋ ਦੋਸ਼ ਜਿਹੜੇ ਆ ਇਹਨਾਂ ਨੂੰ ਇਹੋ ਖਰਾਬ ਕਰਦੀ ਹੈ, ਵਧਾਉਂਦੀ ਹੈਗੀ ਹੈ। ਸੋ ਹਾਂਜੀ, ਸੁੱਕੀ ਖੰਘ ਮੈਂ ਕਿਹਾ ਕਈ ਵਾਰ ਆਉਂਦੀ ਹੈ ਨਾ, ਫਿਰ ਸੁੱਕੀ ਖੰਘ, ਹਾਂਜੀ, ਪਰ ਉਹ ਖੈਰ ਜੀ ਉਹ ਤਾਂ ਕੋਈ ਜਿੱਦਾਂ ਐਲਰਜੀ ਵਗੈਰਾ ਜੇ ਕਿਸੇ ਨੂੰ ਹੋਵੇ ਤਾਂ ਫਿਰ ਹੈਗੀ ਹੈ। ਸੋ ਇਹ ਅਸੀਂ ਤਸੀਰਾਂ ਦੀ ਪ੍ਰਕਿਰਤੀ ਦੀ ਗੱਲ ਕਰ ਰਹੇ ਹੈਗੇ ਹਾਂ ਕਿ ਰੁੱਤ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ। ਸੋ ਜਦੋਂ ਸਾਡੀ ਬਾਡੀ ਦੇ ਵਿੱਚ ਵਾਤ ਅਤੇ ਕਫ ਜਿਹੜੀ ਆ ਉਹ ਵੱਧਦੀ ਆ, ਸੋ ਕਫਾ ਦੋਸ਼ ਜਿਹਨੂੰ ਕਹਿੰਦੇ ਹੈਗੇ ਆ। ਸੋ ਕਫਾ ਦੋਸ਼ ਕੀ ਹੈਗਾ, ਕਫ ਕੀ ਹੈਗੀ, ਫਲੈਮ ਜਿਹੜੀ ਹੈ ਉਹ ਭਾਰੀ ਹੁੰਦੀ ਹੈ, ਉਹ ਸਿੱਲੀ ਹੁੰਦੀ ਹੈਗੀ ਹੈ ਜਦੋਂ ਠੰਡ ਦੇ ਵਿੱਚ। ਸੋ ਸਾਡੀ ਬਾਡੀ ਨੂੰ ਤਿੰਨੇ ਦੋਸ਼, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਬਰਾਬਰ ਮਾਤਰਾ ਦੇ ਵਿੱਚ ਚਾਹੀਦੇ ਹੁੰਦੇ ਹੈਗੇ। ਸੋ ਹੁਣ ਕਫ ਦੋਸ਼ ਜਿਹੜਾ ਹੈਗਾ ਆ ਉਹ ਕਰਦੀ ਕੀ ਹੈ ਸਾਡੀ ਬਾਡੀ ਦੇ ਵਾਸਤੇ ਕਿ ਉਹਨੇ ਸਲਾਬ ਲੈ ਕੇ ਆਉਣੀ ਹੈ ਨਾ। ਹੁਣ ਉਹ ਸਲਾਬ ਜਾਂ ਜਿਹੜੀ ਸਿਲਨੈਸ ਹੈ ਜਾਂ ਜਿਹੜੀ ਉਹ ਚਿਕਨਾਹਟ ਹੈ
ਜਿਹੜੀ ਸਲਾਈਮੀਨੈਸ ਹੈ, ਉਹ ਸਾਰੀ ਸਾਰੀ ਸਾਡੇ ਜੁਆਇੰਟਸ ਨੂੰ ਚਾਹੀਦੀ ਹੁੰਦੀ, ਕਿਉਂਕਿ ਸਾਡੀ ਜੁਆਇੰਟਸ ਦੇ ਅੰਦਰ ਸਿਨੋਵੀਅਲ ਫਲੂਇਡ ਗਰੀਸ ਹੈ। ਉਹ ਸਾਡਾ ਕਫ ਦੋਸ਼ ਦੀ ਵਜ੍ਹਾ ਦੇ ਕਰਕੇ ਸਾਡੇ ਜੁਆਇੰਟਸ ਦੇ ਵਿੱਚ ਗਰੀਸ ਬਣਦੀ ਹੈ ਜਾਂ ਗਰੀਸ ਰਹਿੰਦੀ ਹੈ। ਸੋ ਜੇ ਉਹ ਕਫ ਦੋਸ਼ ਜਿਹੜਾ ਆ ਉਹ ਹੈ ਹੀ ਨਹੀਂ ਮਤਲਬ ਸਾਡੀ ਬੋਡੀ ਦੇ ਅੰਦਰ, ਤੇ ਉਹ ਸਾਡੇ ਜੋੜ ਕਦੀ ਵੀ ਮੂਵ ਹੀ ਨਹੀਂ ਹੋ ਸਕਦੇ, ਹੈ ਨਾ। ਸੋ ਅਸੀਂ ਖੜੇ ਰਹਾਂਗੇ। ਸੋ ਪ੍ਰਕਿਰਤੀ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਫਾਈਨ ਟਿਊਨਡ ਕੀਤੀਆਂ ਗਈਆਂ ਆ, ਜਿਹੜੀਆਂ ਕਿ ਸਾਨੂੰ ਹੈਲਪ ਕਰਦੀਆਂ ਆ ਰੋਜ਼, ਹਰ ਰੋਜ਼। ਸੋ ਸਰਦੀ ਦੇ ਵਿੱਚ ਜਦੋਂ ਕਫ ਦੋਸ਼ ਵੱਧ ਜਾਏਗਾ, ਉਹ ਵਧਣ ਦੇ ਨਾਲ, ਜਿੱਦਾਂ ਸਰਦੀ ਵੱਧ ਰਹੀ ਹੈਗੀ ਆ, ਸੋ ਵਧਣ ਦੇ ਨਾਲ ਜਿਹੜੀ ਹੈ ਉਹ ਸਾਡਾ ਬੋਡੀ ਦੇ ਅੰਦਰ ਜਿਹੜਾ ਕਫ ਹੈਗਾ ਆ, ਉਹ ਵਧਣਾ, ਕਫਾ ਜਿਹੜੀ ਹੈਗੀ ਆ ਉਹ ਵਧਣੀ ਸ਼ੁਰੂ ਹੋ ਜਾਏਗੀ ਨਾ। ਜਦੋਂ ਉਹ ਕਫਾ ਵਧਣੀ ਸ਼ੁਰੂ ਹੋ ਜਾਂਦੀ ਹੈਗੀ ਆ, ਅਤੇ ਉਹ ਬੋਡੀ ਦੇ ਅੰਦਰ ਪਾਣੀ ਭਰਨਾ ਸ਼ੁਰੂ ਹੋ ਜਾਂਦਾ। ਸੋ ਰਿਮੈਂਬਰ ਆਪਾਂ ਕਿਹਾ ਸੀਗਾ ਕਿ ਕਫ ਦੋਸ਼ ਜਿਹੜਾ ਹੈਗਾ ਆ ਉਹ ਬੋਡੀ ਦੇ ਅੰਦਰ ਸਲਾਬ ਲੈ ਕੇ ਆਉਂਦਾ, ਹੈ ਨਾ। ਅਤੇ ਉਹਦੇ ਨਾਲ ਉਹ ਜਦੋਂ ਫਿਰ ਉਹ ਵਧਣਾ ਸ਼ੁਰੂ ਹੋ ਜਾਂਦਾ, ਅਤੇ ਉਹ ਇਨਫਲਾਮੇਸ਼ਨ ਹੈ। ਇਨਫਲਾਮੇਸ਼ਨ ਦੇ ਨਾਲ ਫਿਰ ਉਹ ਜੋੜਾਂ ਦੇ ਵਿੱਚ ਦਰਦਾਂ ਹੁੰਦੀਆਂ। ਇਸੇ ਕਰਕੇ ਲੋਕ ਜਿਹੜੇ ਕਹਿੰਦੇ ਹੈਗੇ ਆ ਕਿ ਜਦੋਂ ਸਰਦੀ ਹੈਗੀ ਆ, ਸਰਦੀ ਦੇ ਵਿੱਚ ਦਰਦਾਂ ਵੱਧ ਜਾਂਦੀਆਂ ਆ, ਗਰਮੀ ਦੇ ਵਿੱਚ ਦਰਦਾਂ ਘੱਟ ਜਾਂਦੀਆਂ ਜਾਂ ਖਤਮ ਹੋ ਜਾਂਦੀਆਂ। ਉਹਦਾ ਮੇਨ ਕਾਰਨ ਜਿਹੜਾ ਉਹ ਕਫ ਦੋਸ਼ ਦਾ ਵਧਣਾ ਹੁੰਦਾ ਹੈਗਾ। ਨਾਲ ਦੀ ਨਾਲ ਅਸੀਂ ਵਾਤ ਦੀ ਗੱਲ ਕੀਤੀ ਹੈ। ਵਾਤ ਕੀ ਹੈਗੀ ਆ? ਹਵਾ। ਵਾਤ ਕੀ ਹੈਗੀ? ਵਾਤਾਵਰਣ। ਸੋ ਵਾਤ ਜਿਹੜੀ ਹੈਗੀ ਆ ਇਨ ਜਨਰਲ ਉਹ ਸ਼ੀਤ ਹੁੰਦੀ ਹੈਗੀ ਹੈ ਨਾ, ਆਪਾਂ ਠੰਡੀ ਕਹਤੀ ਫਲਾਵਟ ਵਾਲੀ ਹੁੰਦੀ ਹੈਗੀ। ਸੋ ਜਦੋਂ ਵਾਤ ਦਾ ਦੋਸ਼ ਵੀ ਵਧੇਗਾ ਤਾਂ ਸਰੀਰ ਦੇ ਅੰਦਰ ਫਲਾਵਟ ਵਧੇਗੀ। ਸੋ ਵਧਣ ਦੇ ਨਾਲ ਭਾਰ ਵੱਧਦਾ ਹੈਗਾ ਆ, ਇਮੋਸ਼ਨਸ ਜਿਹੜੇ ਹੈਗੇ ਆ ਉਹ ਨੈਗੇਟਿਵ ਆਉਣੇ ਸ਼ੁਰੂ ਹੋ ਜਾਂਦੇ ਆ। ਇਸੇ ਕਰਕੇ ਇੱਥੇ ਦੇ ਡਾਕਟਰਸ ਕਹਿੰਦੇ ਆ ਨਾ ਕਿ ਜਦੋਂ ਸੀਜ਼ਨ ਡਿਫਰੈਂਟ ਹੁੰਦਾ ਹੈਗਾ, ਚੇਂਜ ਹੁੰਦਾ, ਅਤੇ ਉਹਨੂੰ ਇੱਕ ਸੈਡ ਕਿਹਾ ਜਾਂਦਾ, SAD, ਸੀਜ਼ਨਲ ਅਫੈਕਟਡ ਡਿਸਆਰਡਰ। ਸੋ ਉਹ ਸੀਜ਼ਨ ਦੇ ਨਾਲ ਕੁਛ ਲੋਕ ਜਿਹੜੇ ਹੈਗੇ ਆ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ। ਉਹ ਐਕਚੁਅਲੀ ਵਾਤ ਦੋਸ਼ ਜਿਹੜਾ ਆ ਉਹਦੀ ਵਜ੍ਹਾ ਦੇ ਕਰਕੇ ਹੁੰਦਾ, ਕਿਉਂਕਿ ਜਿਨ੍ਹਾਂ ਦੀ ਪ੍ਰਕਿਰਤੀ ਵਾਤ ਦੀ ਹੈ, ਉਹ ਜਿਹੜੇ ਜਿਨ੍ਹਾਂ ਦੀ ਬੋਡੀ ਦਾ ਟਾਈਪ ਹੀ ਵਾਤ ਹੈ, ਅਤੇ ਉਹ ਹੁਣ ਜਦੋਂ ਸੀਜ਼ਨ ਚੇਂਜ ਹੋਇਆ ਤਾਂ ਵਾਤ ਤਾਂ ਸਾਰਿਆਂ ਦੀ ਵਧਣੀ ਹੈ, ਉਹਨਾਂ ਦੀ ਜ਼ਿਆਦਾ ਵਧਣੀ, ਕਿਉਂਕਿ ਉਹਨਾਂ ਤੋਂ ਪਹਿਲਾਂ ਵਧੀ ਹੋਈ ਸੀ। ਸੋ ਇਸ ਕਰਕੇ ਫਿਰ ਉਹ ਲੋਕ ਜਿਹੜੇ ਆ ਡਿਪਰੈਸ਼ਨ ਵਗੈਰਾ ਦੇ ਵਿੱਚ ਚਲੇ ਜਾਂਦੇ ਆ ਜਦੋਂ ਵਾਤ ਵਧਣੀ ਸ਼ੁਰੂ ਹੋ ਜਾਂਦੀ ਹੈ ਸਰਦੀਆਂ ਦੇ ਵਿੱਚ, ਕਿਉਂਕਿ ਸਰਦੀਆਂ ਹੀ ਇਹਨਾਂ ਚੀਜ਼ਾਂ ਨੂੰ ਵਧਾਉਂਦੀਆਂ। ਹੁਣ ਤੁਸੀਂ ਦੇਖੋ ਕਿ ਕਿੰਨੀਆਂ ਕਿਸ ਤਰੀਕੇ ਦੀਆਂ ਰੁੱਤਾਂ ਆ, ਭਾਵੇਂ ਸਰਦੀ ਦੀ ਰੁੱਤ ਹੈ, ਚਾਹੇ ਉਹ ਗਰਮੀ ਦੀ ਰੁੱਤ ਹੈ, ਚਾਹੇ ਉਹ ਕਿਸੇ ਤਰ੍ਹਾਂ ਦੀ ਬਰਸਾਤੀ ਮੌਸਮ ਹੈਗਾ, ਉਹਨਾਂ ਦਾ ਸਾਡੀ ਸਰੀਰ ਦੇ ਉੱਤੇ ਬਹੁਤ ਅਸਰ ਪੈਂਦਾ ਹੈਗਾ ਆ ਕਿ ਸਾਡੀ ਬਾਡੀ ਨੇ ਕਿਸ ਤਰੀਕੇ ਨਾਲ ਵਰਕ ਕਰਨਾ। ਸੋ ਇਸ ਕਰਕੇ ਉਹ ਹੋਰ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਬਾਡੀ ਦਾ ਟਾਈਪ ਕੀ ਹੈ, ਤੁਹਾਨੂੰ ਕਿਸ ਤਰੀਕੇ ਦਾ ਖਾਣਾ ਖਾਣਾ ਚਾਹੀਦਾ। ਜਾਂ ਸਰਦੀ ਦੀ ਰੁੱਤ ਹੈਗੀ ਆ ਰਹੀ ਜਿੱਦਾਂ, ਜਾਂ ਗਰਮੀ ਦੀ ਜਦੋਂ ਆਏਗੀ, ਤੁਹਾਨੂੰ ਕਿਸ ਤਰੀਕੇ ਦੀ ਰੋਟੀ ਪਾਣੀ ਜਿਹੜੀ ਹੈਗੀ ਉਹ ਨਹੀਂ ਖਾਣੀ ਚਾਹੀਦੀ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਆਬਵੀਅਸਲੀ ਅਸੀਂ ਰੇਡੀਓ ਦੇ ਉੱਤੇ ਕਿਉਂਕਿ ਜਨਰਲਾਈਜ਼ ਸਿਰਫ ਕਰ ਸਕਦੇ ਹੈਗੇ ਆ, ਸਪੈਸੀਫਿਕਲੀ ਤਾਂ ਨਹੀਂ ਦੱਸ ਸਕਦੇ ਕਿ ਤੁਹਾਡੀ ਤਸਵੀਰ ਕਿਸ ਤਰੀਕੇ ਦੀ ਹੈ, ਕਿਉਂਕਿ ਸਾਡਾ ਹੁਣ ਤਾਂ ਅੱਜ ਕੱਲ੍ਹ ਗੁਰਪਾਲ ਜੀ ਜਿਹੜੀ ਸਾਡੀ ਔਨਲਾਈਨ ਬਹੁਤ ਤਰ੍ਹਾਂ ਦੇ ਫਾਰਮ ਹੁੰਦੇ ਹੈਗੇ ਆ, ਤੁਸੀਂ ਉਹਨਾਂ ਨੂੰ ਭਰ ਕੇ ਕੁਛ ਕੁਐਸਚਨਸ ਆਨਸਰ ਕਰਨੇ ਹੁੰਦੇ ਆ, ਗੂਗਲ ਦੇ ਉੱਤੇ ਸਰਚ ਮਾਰ ਲਓ, ਕੁਐਸਚਨ ਆਨਸਰਸ ਜਿਹੜੇ ਆ ਤੁਸੀਂ ਆਪਣੇ ਕਰੋ, ਅਤੇ ਉਹ ਤੁਹਾਨੂੰ ਜਿਹੜਾ ਉਹ ਆਈਡੀਆ ਦੇ ਦਿੰਦੀ ਆ ਕਿ ਤੁਹਾਡੀ ਬਾਡੀ ਦਾ ਟਾਈਪ ਕੀ ਆ। ਸੋ ਉਹਦੇ ਨਾਲ ਜਿਹੜਾ ਹੈਗਾ ਉਹ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਹੋਰ ਬੈਟਰ ਔਰਗਨਾਈਜ਼ ਕਰ ਸਕਦੇ ਹੋ ਜਦੋਂ ਰੁੱਤਾਂ ਚੇਂਜ ਹੁੰਦੀਆਂ। ਇਸੇ ਕਰਕੇ ਤੁਸੀਂ ਦੇਖੋ ਕਿ ਹੁਣ ਸਾਡੇ ਕਲਚਰ ਦੇ ਵਿੱਚ, ਕਿਉਂਕਿ ਆਯੁਰਵੈਦਿਕ ਟੱਚ, ਜੜੀਆਂ ਬੂਟੀਆਂ ਤਾਂ ਸ਼ੁਰੂ ਤੋਂ ਰਹੀਆਂ ਸਾਡੀ ਜ਼ਿੰਦਗੀ ਦੇ ਵਿੱਚ। ਸੋ ਇਸੇ ਕਰਕੇ ਸਰਦੀਆਂ ਦੇ ਵਿੱਚ ਪੰਜੀਰੀਆਂ ਬਣਾਉਣ ਲਈ ਕਿਹਾ ਜਾਂਦਾ ਆ, ਜਾਂ ਗਰਮ ਚੀਜ਼ਾਂ ਖਾਣ ਲਈ ਕਿਹਾ ਜਾਂਦਾ, ਕਿਉਂਕਿ ਜਦੋਂ ਅਸੀਂ ਗਰਮ ਚੀਜ਼ ਖਾਵਾਂਗੇ ਤਾਂ ਬਾਡੀ ਦੇ ਅੰਦਰ ਯਥਰ ਅਗਨੀ ਵਧੇਗੀ, ਹੈ ਨਾ। ਜਦੋਂ ਅਸੀਂ ਗੱਲ ਕਰਦੇ, ਜਿਹਨੂੰ ਅਸੀਂ ਡਾਈਜੈਸਟਿਵ ਫਾਇਰ ਕਹਿੰਦੇ ਹਾਂ, ਜਾਂ ਬਾਇਲ ਐਸਿਡ ਕਿਹਾ ਜਾਂਦਾ। ਸੋ ਜਦੋਂ ਡਾਈਜੈਸਟਿਵ ਫਾਇਰ ਜਾਂ ਯਥਰ ਅਗਨੀ ਜਿਹੜੀ ਆ ਉਹ ਸਾਡੀ ਬਾਡੀ ਨੂੰ ਚਾਹੀਦੀ ਹੁੰਦੀ ਹੈਗੀ ਆ ਸਰਦੀਆਂ ਦੇ ਵਿੱਚ, ਕਿਉਂਕਿ ਅਗਨੀ ਹੈ ਜਿਹਨੇ ਜਿੰਨੀ ਅਸੀਂ ਬਾਲਾਂਗੇ ਓਨਾ ਟੈਂਪਰੇਚਰ ਜ਼ਿਆਦਾ ਵਧੇਗਾ, ਹੈ ਨਾ। ਸੋ ਜਦੋਂ ਠੰਡ ਹੈ ਬਾਹਰ, ਅੰਦਰਲਾ ਟੈਂਪਰੇਚਰ ਤਾਂ ਬਾਡੀ ਨੇ ਉਹੀ ਰੱਖਣਾ ਜਿਹੜਾ ਉਹਨੂੰ ਚਾਹੀਦਾ। ਸੋ ਉਹ ਜਿਹੜਾ ਅੰਦਰਲਾ ਇਨਵਾਇਰਮੈਂਟ ਹੈ ਉਹਨੂੰ ਮੇਨਟੇਨ ਕਰਨ ਦੇ ਵਾਸਤੇ ਬਾਡੀ ਸਰਦੀਆਂ ਦੇ ਵਿੱਚ ਯਥਰ ਅਗਨੀ ਨੂੰ ਥੋੜ੍ਹਾ ਜਿਹਾ ਵਧਾ ਦਿੰਦੀ ਹੈ। ਕਹਿ ਲਓ ਕਿ ਵੀ ਹੁਣ ਆਪਣੀ ਘਰਾਂ ਦੇ ਵਿੱਚ ਜਿੱਦਾਂ ਵੀ ਆਪਾਂ ਜਦੋਂ ਹੀਟ ਅਸੀਂ ਅੰਦਰੋਂ ਪੈਦਾ ਸ਼ੁਰੂ ਕਰ ਦਿੰਦੇ ਹਾਂ, ਇਸੇ ਤਰੀਕੇ ਦੇ ਨਾਲ ਸਾਡੀ ਬਾਡੀ ਜਿਹੜੀ ਉਹ ਆਟੋਮੈਟਿਕਲੀ ਯਥਰ ਅਗਨੀ ਨੂੰ ਵਧਾ ਦਿੰਦੀ ਹੈ।
ਸੋ ਉਹ ਵਧਣ ਦੇ ਨਾਲ ਕੀ ਹੁੰਦਾ, ਫਿਰ ਸਾਡਾ ਜਿਹੜਾ ਇੰਟਰਨਲ ਇਨਵਾਇਰਮੈਂਟ ਹੈ ਉਹ ਗਰਮ ਰਹਿੰਦਾ ਹੈਗਾ ਆ। ਸੋ ਗਰਮ ਰਹਿਣ ਦੇ ਨਾਲ ਫਿਰ ਸਾਡੀ ਬਾਡੀ ਐਫੀਸ਼ੀਐਂਟਲੀ ਵਰਕ ਕਰਨਾ ਸ਼ੁਰੂ ਕਰ ਦਿੰਦੀ ਹੈ। ਹੁਣ ਤੁਸੀਂ ਦੇਖੋ ਕਿ ਆਮ ਕਰਕੇ ਜਿੱਦਾਂ ਹੁਣ ਉਹ ਲੋਕ ਜਿਨ੍ਹਾਂ ਦੀ ਯਥਰ ਅਗਨੀ ਵਧੀ ਹੋਈ ਹੈਗੀ ਆ, ਉਹ ਦੋਸ਼ ਕਿਹੜੇ 'ਚ ਆਉਂਦਾ ਆ? ਪਿੱਤ ਦੇ ਵਿੱਚ। ਸੋ ਜਿਹੜੇ ਲੋਕ ਜਿਨ੍ਹਾਂ ਨੂੰ ਜਿਹੜੇ ਪਿੱਤ ਪ੍ਰਧਾਨ, ਬੜੀ ਵਾਰੀ ਅਸੀਂ ਗੱਲ ਕੀਤੀ, ਜਿਨ੍ਹਾਂ ਦੀ ਪਿੱਤ ਪ੍ਰਧਾਨ ਬਾਡੀ ਹੈ ਅਤੇ ਉਹਨਾਂ ਦੀ ਤਾਂ ਯਥਰ ਅਗਨੀ ਪਹਿਲਾਂ ਹੀ ਵਧੀ ਹੁੰਦੀ ਹੈ। ਅਤੇ ਉਹ ਹੁਣ ਤੁਸੀਂ ਦੇਖੋ ਕਿ ਜਦੋਂ ਸਰਦੀਆਂ ਆਉਣੀਆਂ ਆ, ਜੇ ਆਲਰੇਡੀ ਬਾਡੀ ਪਿੱਤ ਪ੍ਰਧਾਨ ਹੈ ਅਤੇ ਉਹਨਾਂ ਦੀ ਵੀ ਪਿੱਤ ਜਿਹੜੀ ਹੈਗੀ ਹੈ ਵੱਧ ਜਾਣੀ, ਕਿਉਂਕਿ ਬਾਡੀ ਨੇ ਆਟੋਮੈਟਿਕਲੀ ਯਥਰ ਅਗਨੀ ਨੂੰ ਵਧਾ ਦੇਣਾ। ਸੋ ਤੁਸੀਂ ਦੇਖੋ ਕਿ ਰੁੱਤਾਂ ਜਿਹੜੀਆਂ ਆ ਉਹ ਕਿਸ ਤਰੀਕੇ ਦੇ ਨਾਲ ਸਾਨੂੰ ਮਤਲਬ ਪ੍ਰਭਾਵਿਤ ਕਰਦੀਆਂ ਹੈਗੀਆਂ ਸਾਡੀ ਬਾਡੀ ਦੇ ਵਾਸਤੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਰੁੱਤਾਂ ਦੇ ਅਨੁਕੂਲ ਫੂਡ ਖਾਓ। ਅਸੀਂ ਕਿੰਨੀ ਵਾਰੀ ਤੁਸੀਂ ਦੇਖੋ ਗੁਰਪਾਲ ਜੀ, ਕਹੀਦਾ ਆ ਕਿ ਸਪੈਸ਼ਲੀ ਪੰਜਾਬੀ ਡਾਇਟ ਸਾਡੀ ਜਿਹੜੀ ਆ ਉਹ ਬਹੁਤ ਗਲਤ ਡਾਇਟ ਹੈਗੀ ਹੈ। ਸਾਨੂੰ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਹੈ। ਸਾਡੀ ਪੰਜਾਬੀ ਡਾਇਟ ਦੇ ਵਿੱਚ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਰਮ ਮਸਾਲੇ ਅਨਨੈਸੇਸਰੀ ਖਾਈ ਜਾ ਰਹੇ ਹਾਂ, ਔਰ ਥਰੂ ਆਊਟ ਦਾ ਈਅਰ ਪੂਰਾ ਸਾਲ ਅਸੀਂ ਖਾ ਰਹੇ ਹੈਗੇ ਆ। ਸੋ ਉਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਸਾਡੀ ਬਾਡੀ ਦੇ ਅੰਦਰ ਵੈਸੇ ਹੀ ਪਿੱਤ ਜਿਹੜੀ ਆ ਉਹ ਵਧੀ ਰਹਿੰਦੀ ਹੈ। ਉਹਦੇ ਕਰਕੇ ਸਾਨੂੰ ਅਸੀਂ ਸਵੇਰੇ ਸਵੇਰੇ ਕੈਪਸੂਲ ਤੇ ਖਾ ਹੀ ਰਹੇ ਹੁੰਦੇ ਹੈਗੇ ਆ, ਇੱਕ ਐਸਿਡ ਵਾਲੇ। ਅਤੇ ਨਾਲ ਦੀ ਨਾਲ ਜਦੋਂ ਫਿਰ ਸਰਦੀਆਂ ਆਉਂਦੀਆਂ, ਉਹ ਸਗੋਂ ਹੋਰ ਕੰਮ ਖਰਾਬ ਹੋ ਜਾਂਦਾ, ਕਿਉਂਕਿ ਬਾਡੀ ਦੇ ਵਿੱਚ ਜਿਹੜੀ ਹੈ ਹੁਣ ਜਦੋਂ ਸਰਦੀਆਂ ਆਉਂਦੀਆਂ, ਹੁਣ ਕਈ ਲੋਕ ਸਾਨੂੰ ਕਹਿੰਦੇ ਨਹੀਂ ਜੀ ਸਰਦੀਆਂ ਦੇ ਵਿੱਚ ਅਸੀਂ ਤਾਂ ਜੀ ਘਰੇ ਹੀ ਰਹੀਦਾ, ਅਸੀਂ ਤਾਂ ਬਾਹਰ ਨਿਕਲੀਦਾ ਹੀ ਨਹੀਂ। ਇਹ ਜਿਹੜੀ ਹੈ ਇੱਕ ਬਹੁਤ ਗਲਤ ਧਾਰਨਾ ਹੈ ਕਿ ਕਈ ਲੋਕਾਂ ਨੂੰ ਲੱਗਦਾ ਇੱਦਾਂ ਕਿ ਜੇ ਸਰਦੀਆਂ ਅਤੇ ਤੁਸੀਂ ਘਰੋਂ ਬਾਹਰ ਨਹੀਂ ਨਿਕਲਦੇ ਤਾਂ ਉਹ 'ਤੇ ਤੁਹਾਡਾ ਇਫੈਕਟ ਕੋਈ ਨਹੀਂ, ਇੱਦਾਂ ਨਹੀਂ। ਗੋਡੇ ਕਹਿੰਦੇ ਠੀਕ ਰਹਿੰਦੇ ਨਿੱਘ ਵਿੱਚ ਜੁੜ ਕੇ, ਬਟ ਉਹਦੇ ਨਾਲ ਸਗੋਂ ਜ਼ਿਆਦਾ ਨੁਕਸਾਨ ਹੁੰਦਾ। ਤੁਸੀਂ ਥੋੜੇ ਵਾਲੇ ਜਿਸ ਤਰੀਕੇ ਨਾਲ ਤੁਸੀਂ, ਚਲੋ ਆਉਣ ਵਾਲੇ ਦਿਨਾਂ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ, ਮੋਟੇ ਕੱਪੜੇ ਪਾ ਕੇ ਕਿਸ ਤਰੀਕੇ ਨਾਲ ਬਾਹਰ ਨਿਕਲਣਾ, ਉਹਦੀ ਵੀ ਗੱਲਬਾਤ ਕਰਾਂਗੇ। ਬਾਹਰ ਫਰੈਸ਼ ਏਅਰ ਤੁਸੀਂ ਲਓ। ਅੱਛਾ, ਥੋੜੀ ਰੂਬਲ ਸਾਹਿਬ, ਮੈਂ ਨਾਲ ਲੱਗਦੀ ਗੱਲ ਇਹਦੇ ਵਿੱਚ ਇਹੀ ਕਰ ਦਵਾਂ, ਚਲੋ ਜਿੱਦਾਂ ਰੁੱਤਾਂ ਦੀ ਤੁਸੀਂ ਗੱਲਬਾਤ ਕੀਤੀ, ਆਪਣੇ ਤੁਸੀਂ ਆਮ ਤੌਰ ਤੇ ਘਾਹ ਦੇ ਉੱਤੇ ਆਪਾਂ ਦੇਖਦੇ ਹਾਂ, ਘਾਹ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਬੂਟੀ ਨਿਕਲਦੀ ਹੈ, ਜਿਹਦੇ ਵਿੱਚ ਜੈਲੋ ਜਿਹੜੇ ਜਿਹਨੂੰ ਫੁੱਲ ਲੱਗਦੇ ਉਹ ਤੋਂ ਬਾਅਦ ਤੁਸੀਂ ਦੇਖੋਗੇ ਹੌਲੀ ਹੌਲੀ ਬੂਟੀ ਥੱਲੇ ਬਹਿੰਦੀ ਜਾਂਦੀ ਹੈ, ਮਰਦੀ ਜਾਂਦੀ ਹੈ, ਫਿਰ ਨਾਲ ਲੱਗਦੀਆਂ ਹੋਰ ਨਵੇਂ ਤਰੀਕੇ ਦੀਆਂ ਬੂਟੀਆਂ ਨਿਕਲਦੀਆਂ। ਇਹ ਸਮਾਂ ਪਾ ਕੇ ਹੌਲੀ ਫਿਰ ਠੰਡ ਜ਼ਿਆਦਾ ਤੇਜ਼ ਹੋਣ ਲੱਗੀ, ਉਦੋਂ ਕੁਛ ਹੋਰ ਬੂਟੀ ਨਿਕਲਦੀ ਆ। ਇਹ ਜਿਹੜੀ ਬੂਟੀਆਂ ਸਮੇਂ ਤੇ ਕੀ ਹੈ, ਤਸੀਰ ਦੇ ਅਨੁਕੂਲ ਨਿਕਲਦੀਆਂ ਜਾਂ ਫਿਰ ਇਹਨਾਂ ਦਾ ਸਮਾਂ ਉਹੀ ਹੁੰਦਾ ਨਿਕਲਣੇ ਦਾ, ਬਾਹਰ ਨਿਕਲਣੇ ਦੇ, ਖਤਮ ਹੋਣ ਦਾ? ਨਹੀਂ, ਹਰ ਇੱਕ ਦਾ ਸਮਾਂ ਆ ਜੀ। ਜਿਸ ਸਮੇਂ ਦੇ ਵਿੱਚ ਜਿਹੜੀ ਚੀਜ਼ ਹੋਣੀ ਆ ਉਦੋਂ ਹੀ ਹੋਣੀ। ਹੁਣ ਤੁਸੀਂ ਕਹ ਲਓ ਕਿ ਵੀ ਇੱਥੇ ਹੁਣ ਅਸੀਂ ਕੈਨੇਡਾ ਦੇ ਵਿੱਚ ਹੁਣ ਅੰਬ ਦਾ ਦਰਖਤ ਲਾ ਲਈਏ ਤੇ ਉਹ ਨਹੀਂ ਲੱਗਣਾ ਕਿਉਂਕਿ ਸਾਡਾ ਇਨਵਾਇਰਮੈਂਟ ਹੀ ਹੈ ਨਹੀਂ, ਜਾਂ ਅਸੀਂ ਕੋਕੋਨਟ ਟਰੀ ਇੱਥੇ ਲਾ ਲਈਏ ਉਹ ਲੱਗਣਾ ਹੀ ਹੈ ਨਹੀਂ। ਸੋ ਡੈਫੀਨੇਟਲੀ ਇਨਵਾਇਰਮੈਂਟ ਦੇ ਹਿਸਾਬ ਦੇ ਨਾਲ, ਜਾਂ ਜਿਹੜੀ ਸਾਡੀ ਬਾਹਰ ਦੀ ਰੁੱਤਾਂ ਹੈਗੀਆਂ ਉਹਦੇ ਹਿਸਾਬ ਦੇ ਨਾਲ ਇਹ ਚੀਜ਼ਾਂ ਸਾਰੀਆਂ ਚੇਂਜ ਹੁੰਦੀਆਂ ਰਹਿੰਦੀਆਂ ਹੈਗੀਆਂ। ਐਂਡ ਜਿੰਨਾ ਚਿਰ ਇਹ ਅਸੀਂ ਰੀਅਲਾਈਜ਼ ਨਹੀਂ ਕਰਦੇ ਕਿ ਅਸੀਂ ਇੱਕ ਕੁਦਰਤ ਦਾ ਬੜਾ ਛੋਟਾ ਜਿਹਾ ਅੰਗ ਹੈ। ਅਸੀਂ ਕੁਦਰਤ ਦੇ ਵਿੱਚ, ਚਲੋ ਸਾਡੀ ਬਾਡੀ ਦੇ ਵਿੱਚ ਜ਼ਰੂਰ ਉਹੀ ਕੁਦਰਤ ਦੇ ਅੰਗ ਸਾਡੀ ਬਾਡੀ ਦੇ ਵਿੱਚ ਵੀ ਹੈ, ਪਰ ਅਸੀਂ ਇੱਕ ਬਹੁਤ ਛੋਟਾ ਜਿਹਾ ਅੰਗ ਹੈ। ਅਤੇ ਜੇ ਅਸੀਂ ਉਹ ਕੁਦਰਤ ਦੇ ਨਾਲ ਮਿਲ ਕੇ ਚੱਲਾਂਗੇ ਤਾਂ ਸਾਡੀ ਬਾਡੀ ਜਿਹੜੀ ਹੈ ਉਹ ਠੀਕ ਰਹੇਗੀ। ਅਤੇ ਜਦੋਂ ਅਸੀਂ ਕੁਦਰਤ ਤੋਂ ਉਲਟ ਗੱਲਾਂ ਕਰਾਂਗੇ, ਜਾਂ ਉਲਟ ਫੂਡ ਖਾਵਾਂਗੇ, ਜਾਂ ਉਲਟ ਹੁਣ ਜਿੱਦਾਂ ਅਸੀਂ ਕਈ ਵਾਰੀ ਗੱਲ ਕੀਤੀ ਕਿ ਸਪੈਸ਼ਲੀ ਨਾਰਥ ਅਮੈਰੀਕਨ ਕੰਟਰੀਜ਼ ਦੇ ਵਿੱਚ ਤਾਂ ਬਹੁਤ ਲੋਕ ਹੈ ਜਿਹੜੇ ਰਾਤ ਨੂੰ ਕੰਮ ਕਰਦੇ, ਕਿਉਂਕਿ ਉਹ ਵੀ ਗਲਤ ਹੈ, ਨੈਚੁਰਲ ਨਹੀਂ ਨਾ ਉਹ ਹੈਗਾ। ਨੈਚੁਰਲ ਤਾਂ ਇਹ ਹੈ ਕਿ ਜਦੋਂ ਸੂਰਜ ਉੱਗਦਾ ਤੇ ਅਸੀਂ ਉੱਠਣਾ, ਜਦੋਂ ਸੂਰਜ ਡੁੱਬਣਾ ਤੇ ਅਸੀਂ ਸੌਣਾ। ਅਤੇ ਜਦੋਂ ਅਸੀਂ ਆਪਣੀ ਪੂਰੀ ਜਿਹੜਾ ਸਾਡਾ ਸਰਕਲ ਹੈਗਾ ਆ ਸਵੇਰ ਤੋਂ ਸ਼ਾਮ ਦਾ, ਜਦੋਂ ਉਹਨੂੰ ਹੀ ਅਸੀਂ ਪੁੱਠਾ ਕਰ ਦਿੱਤਾ, ਚਾਹੇ ਉਹ ਡਾਇਟ ਦੇ ਨਾਲ ਆ, ਚਾਹੇ ਅਸੀਂ ਜੋਬ ਦੇ ਨਾਲ ਹੈ, ਅਤੇ ਅਸੀਂ ਫਿਰ ਕੁਦਰਤ ਦੇ ਨਾਲ ਜਿਹੜਾ ਉਹ ਖਿਲਵਾੜ ਕਰਦੇ ਹਾਂ। ਹਾਂ, ਇੱਕ ਉਮਰ ਹੈਗੀ ਆ, ਤੁਸੀਂ ਕਹਿ ਲਓ ਕਿ ਵੱਧ ਤੋਂ ਵੱਧ ਜੇ ਤੁਸੀਂ ਆਪਣੀ ਬਾਡੀ ਦੇ ਉੱਤੇ ਅਤਿਆਚਾਰ ਇੱਦਾਂ ਦਾ ਕਰਨਾ ਹੀ ਹੈ ਅਤੇ 20-25 ਵੱਧ ਤੋਂ ਵੱਧ 30 ਸਾਲ ਮੈਕਸੀਮਮ ਪਹਿਲੀ ਜ਼ਿੰਦਗੀ ਦੇ ਤੁਸੀਂ ਜਿਹੜਾ ਹੈਗਾ ਉਹ ਭਾਵੇਂ 2-2 3-3 ਜੋਬਾਂ ਵੀ ਕਰ ਲਓ, ਕੋਈ ਗੱਲ ਨਹੀਂ ਹੈ ਨਾ। ਅਤੇ ਭਾਵੇਂ ਤੁਸੀਂ ਜਿੱਦਾਂ ਦਾ ਮਰਜ਼ੀ ਰੋਟੀ ਪਾਣੀ ਜਿਹੜਾ ਉਹ ਖਾਈ ਜਾਓ, ਕੋਈ ਗੱਲ ਨਹੀਂ, ਕਿਉਂਕਿ ਬਾਡੀ ਯੰਗ ਹੈਗੀ ਆ, ਉਹਨੂੰ ਪਚਾ ਕੇ ਦੁਬਾਰਾ ਤੋਂ ਰਿਕਵਰ ਹੋ ਜਾਣਾ, ਬਸ਼ਰਤੇ ਕਿ ਤੁਸੀਂ ਉਹਨੂੰ ਰਿਕਵਰ ਹੋਣ ਦਾ ਚਾਂਸ ਦਿਓ। ਮਤਲਬ ਕਿ ਉਸ ਉਮਰ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਉਹ ਫਿਰ ਦੁਬਾਰਾ ਤੋਂ ਫਿਰ ਆਪਣੀ ਬਾਡੀ ਨੂੰ ਰਿਪੇਅਰ ਦੇ ਵੱਲ ਨੂੰ ਲੈ ਆਓ, ਅਤੇ ਉਹਦੇ ਨਾਲ ਫਿਰ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਅਸੀਂ 90% ਤੇ ਬੰਦੇ ਜਿਹੜੇ ਆ, ਅਸੀਂ ਉਹੀ ਮਤਲਬ ਈਵਨ ਸਪੈਸ਼ਲੀ ਜਦੋਂ ਅਸੀਂ ਸੀਨੀਅਰ ਏਜ ਦੇ ਵਿੱਚ ਚਲੇ ਜਾਂਦੇ, ਅਸੀਂ ਕੰਮ ਆਪਣਾ ਹੋਰ ਜ਼ਿਆਦਾ ਵਧਾ ਲੈਂਦੇ ਹਾਂ, ਜਦ ਕਿ ਇਹ ਤੋਂ ਉਲਟ ਚਾਹੀਦਾ ਹੈਗਾ ਕਰਨਾ। ਤੋ ਜਿੱਦਾਂ ਉਮਰ ਵੱਧਦੀ ਹੈ, ਸਾਡੀ ਬਾਡੀ ਜਿਹੜੀ ਹੈ ਉਸਨੂੰ ਹੋਰ ਰੈਸਟ ਦੀ ਜ਼ਰੂਰਤ ਹੁੰਦੀ ਹੈਗੀ ਆ, ਉਹਨੂੰ ਤੁਸੀਂ ਰਿਲੈਕਸ ਰੱਖਣਾ ਹੈਗਾ।
ਤਾਂ ਕਿ ਇਸੇ ਕਰਕੇ ਤੁਸੀਂ ਦੇਖੋ ਕਿ ਜਦੋਂ ਵਧੇਰੀ ਉਮਰ ਦੇ ਵਿੱਚ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਆਮ ਲੋਕੀ ਖਾ ਰਹੇ ਹੁੰਦੇ ਆ, ਕੋਲੈਸਟਰੋਲ ਦੀਆਂ ਆਮ ਖਾ ਰਹੇ ਹੁੰਦੇ ਹੈਗੇ ਆ, ਉਹ ਇਸੇ ਕਰਕੇ ਕਿਉਂਕਿ ਅਸੀਂ ਰੈਸਟ ਨਹੀਂ ਦੇ ਪਾ ਰਹੇ ਹੁੰਦੇ ਬੋਡੀ ਨੂੰ, ਔਰ ਅਸੀਂ ਉਹ ਬੋਡੀ ਨੂੰ ਉਸੇ ਤਰੀਕੇ ਦੇ ਨਾਲ ਹੀ ਯੂਜ਼ ਕਰਦੇ ਹਾਂ ਜਿੱਦਾਂ ਅਸੀਂ 25-30 ਸਾਲ ਪਹਿਲਾਂ ਕਰਦੇ ਸੀਗੇ। ਅਤੇ ਉਹ ਅਸੀਂ ਚਾਹੁੰਦੇ ਹਾਂ ਕਿ ਕੋਈ ਕਿਉਂਕਿ ਨਹੀਂ। ਜਿਹੜਾ ਅੰਦਰ ਮਨ ਹੈ ਨਾ, ਜਿਹੜਾ ਮਨ ਨਹੀਂ ਸਾਡਾ ਮੰਨਦਾ ਵੀ ਮੈਂ ਬੁੱਢਾ ਹੋ ਗਿਆ ਜਾਂ ਇਸ ਉਮਰ 'ਚ ਪਹੁੰਚ ਗਿਆ ਕਿ ਮੈਂ ਹੁਣ ਇਸ ਤਰੀਕੇ ਨਾਲ ਕਰਾਂ ਨਾ, ਆਪਾਂ ਕਹਿੰਦੇ ਵੀ ਨਹੀਂ ਅਜੇ ਵੀ ਜਵਾਨ, ਅਜੇ ਮੈਨੂੰ ਕੀ ਹੋਇਆ, ਤੇ ਉਹਦੀ ਜਿਹੜੀ ਫੀਲਿੰਗ ਲੈ ਲੈ ਕੇ ਤੁਸੀਂ ਸਰੀਰ ਦਾ ਸਤਿਆਨਾਸ਼ ਜ਼ਿਆਦਾ ਕਰਦੇ। ਜੀ ਬਿਲਕੁਲ, ਇਹ ਵੀ ਐਸਪੈਕਟ ਜਿਹੜਾ ਉਹ ਹੈ, ਨੋ ਡਾਊਟ ਅਬਾਊਟ ਇਟ। ਸੋ ਜਿੱਦਾਂ ਜਿੱਦਾਂ ਅਸੀਂ ਆਯੁਰਵੈਦਿਕ ਤਰੀਕੇ ਦੇ ਨਾਲ, ਕਿਉਂਕਿ ਆਯੁਰਵੈਦ ਵੀ ਜਿਹੜਾ ਉਹ ਕਹਿੰਦੇ ਹੈਗੇ ਇਟਸ ਦ ਵੇ ਆਫ ਲਾਈਫ, ਮਤਲਬ ਕਿ ਤੁਹਾਨੂੰ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਜਿਉਣੀ ਹੈ ਇਹ ਸਿਖਾਇਆ ਜਾਂਦਾ ਹੈਗਾ ਆ ਆਯੁਰਵੈਦ ਦੇ ਵਿੱਚ, ਤੁਹਾਡੀ ਆਪਣੀ ਪ੍ਰਕਿਰਤੀ ਦੇ ਹਿਸਾਬ ਦੇ ਨਾਲ। ਸੋ ਇਹ ਮਤਲਬ ਐਂਡ ਯੈਸ, ਉਹਦੇ ਵਿੱਚ ਜੇ ਸਾਨੂੰ ਜੜੀਆਂ ਬੂਟੀਆਂ ਦੀ ਜ਼ਰੂਰਤ ਪੈਂਦੀ ਹੈ ਨੈਚੁਰਲੀ, ਅਤੇ ਉਹ ਵੀ ਨਾਲ ਜਿਹੜੀਆਂ ਦਿੱਤੀਆਂ ਜਾਂਦੀਆਂ। ਰਿਮੈਂਬਰ, ਜਿਹੜੀਆਂ ਜੜੀਆਂ ਬੂਟੀਆਂ ਆ ਜਾਂ ਕੋਈ ਵੀ ਦਵਾਈ ਹੈ ਉਹ ਹਮੇਸ਼ਾ ਤੀਸਰੇ ਨੰਬਰ ਦੇ ਉੱਤੇ ਆਉਂਦੀ ਆ। ਬਹੁਤੇ ਲੋਕ ਜਿਹੜੇ ਹੈਗੇ ਆ ਉਹਨੂੰ ਪਹਿਲੇ ਨੰਬਰ ਦੇ ਉੱਤੇ ਦਿਮਾਗ ਦੇ ਵਿੱਚ ਲੈ ਕੇ ਆਉਂਦੇ ਆ ਕਿ ਵੀ ਮੈਨੂੰ ਬਿਮਾਰੀ ਲੱਗ ਗਈ ਹੈ, ਹੁਣ ਮੈਂ ਦਵਾਈ ਖਾਣੀ ਹੈ ਅਤੇ ਉਹਦੇ ਨਾਲ ਮੈਂ ਠੀਕ ਹੋ ਜਾਣਾ। ਪਰ ਪਹਿਲਾਂ ਜਿਹੜੀ ਹੈ, ਜਿਵੇਂ ਅਸੀਂ ਗੱਲ ਕੀਤੀ ਕਿ ਤੁਹਾਡੀ ਜਿਵੇਂ 2 ਪਿੱਲਰ ਦੀ ਅਸੀਂ ਆਮ ਗੱਲ ਕਰਦੇ ਹੈਗੇ ਹਾਂ ਕਿ ਇਹਦੇ ਵਿੱਚ ਤੁਹਾਡੀ ਡਾਇਟ ਆ ਪਹਿਲਾਂ, ਫਿਰ ਤੁਹਾਡਾ ਲਾਈਫ ਸਟਾਈਲ ਆ, ਅਤੇ ਫਿਰ ਤੀਸਰੇ ਨੰਬਰ ਦੇ ਉੱਤੇ ਦਵਾਈ ਆਉਂਦੀ ਆ। ਸੋ ਦਵਾਈ ਨੂੰ ਇੰਨੀ ਪ੍ਰਾਇਓਰਟੀ ਨਾ ਦੇਵੋ ਤੁਸੀਂ, ਕਿਉਂਕਿ ਜਿੰਨਾ ਚੱਕਰ ਤੁਹਾਡੀਆਂ ਪਹਿਲੀਆਂ 2 ਚੀਜ਼ਾਂ ਹੀ ਖਰਾਬ ਹੈਗੀਆਂ ਅਤੇ ਤੀਜੀ ਨੇ ਤਾਂ ਅਸਰ ਹੀ ਨਹੀਂ ਕਰਨਾ, ਉਹਨੇ ਇਸੇ ਕਰਕੇ ਟੈਂਪਰੇਰੀ ਤੌਰ 'ਤੇ ਅਸਰ ਕਰਨਾ। ਇਸੇ ਕਰਕੇ ਲੋਕ ਜਿਹੜੇ ਹੈਗੇ ਆ ਉਹ ਕਈ ਵਾਰੀ ਦਵਾਈ ਵਿੱਚੇ ਛੱਡ ਦਿੰਦੇ ਆ ਕਿ ਉਹਨਾਂ ਨੂੰ ਲੱਗਦਾ ਆ ਕਿ ਉਹਨਾਂ ਨੂੰ ਅਸਰ ਨਹੀਂ ਹੋ ਰਿਹਾ ਹੈਗਾ, ਪਰ ਉਹ ਅਸਰ ਇਸ ਕਰਕੇ ਨਹੀਂ ਹੋ ਰਿਹਾ ਹੁੰਦਾ ਕਿਉਂਕਿ ਉਹਨਾਂ ਦੀਆਂ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਸਹੀ ਨਹੀਂ ਹੁੰਦੀਆਂ ਹੈਗੀਆਂ। ਐਂਡ ਕਿਉਂਕਿ ਮੇਰੇ ਕੋਲ ਤਕਰੀਬਨ 4 ਵਜੇ ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕੀਤਾ, ਉਦੋਂ ਇੱਕ ਨੌਜਵਾਨ ਦੀ ਕਾਲ ਆਈ ਸੀ। ਉਹ ਕਹਿੰਦੇ ਵੀ ਮੈਂ 82 ਸਾਲਾਂ ਦਾ, ਬਿਲਕੁਲ ਸਿੰਪਲ ਫੂਡ ਆ ਮੇਰਾ, ਅਜੇ ਤੱਕ ਕੋਈ ਪ੍ਰੋਬਲਮ ਨਹੀਂ, ਵੈਰੀ ਗੁੱਡ। ਕਦੀ ਕਿਸੇ ਦੇ ਡਾਕਟਰ ਦੇ ਨਹੀਂ, ਬਿਲਕੁਲ ਫਿੱਟ ਆ, ਪੋਤਿਆਂ ਦੋਤਿਆਂ ਵਾਲਾ ਬਿਲਕੁਲ ਬਿਲਕੁਲ ਸਹੀ ਆ। ਤੇ ਮੈਂ ਕਿਹਾ ਵੀ ਕੋਈ ਰੂਬਲ ਸਾਹਿਬ ਤੋਂ ਪੁੱਛਣਾ, ਬਸ ਕਹਿੰਦੇ ਵੀ ਇੰਨੀ ਕੀ ਐਡਵਾਈਸ ਸਾਰਿਆਂ ਨੂੰ ਕਰ ਦਿਓ ਵੀ ਆਪਣੀ ਸਿੰਪਲ ਫੂਡ ਰੱਖੋ, ਐਕਸਰਸਾਈਜ਼ ਕਰੋ, ਰੱਬ ਦਾ ਨਾਂ ਲਓ, ਤੇ ਕੋਈ ਬਿਮਾਰੀ ਤੁਹਾਡੇ ਲੱਗੇ ਨਹੀਂ। ਬਿਲਕੁਲ ਜੀ, ਔਰ ਹੈ ਹੀ ਜਿਹੜਾ ਨਾ ਸਾਰਾ ਕੁਝ ਛੁਪਿਆ ਹੀ ਇਸ ਚੀਜ਼ ਦੇ ਵਿੱਚ ਹੋਇਆ ਹੈ ਕਿ ਸਿੰਪਲ ਖਾਣਾ ਖਾਓ। ਪ੍ਰੋਬਲਮ ਇਸ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਿੰਪਲ ਖਾਣਾ ਜਿਹੜਾ ਉਹ ਖਾਧਾ ਹੀ ਨਹੀਂ ਜਾ ਰਿਹਾ। ਹਰ ਇੱਕ ਚੀਜ਼ ਜਿਹੜੀ ਆ ਜੈਨੇਟਿਕਲੀ ਮੋਡੀਫਾਈਡ ਹੋ ਚੁੱਕੀ ਹੈ। ਆਈ ਥਿੰਕ ਅਸੀਂ ਪਿਛਲੇ ਵੀਕ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਉਹ ਹੁਣ ਜਿਹੜਾ ਟਾਈਮ ਹੈਗਾ ਆ ਉਹ ਸਾਡੇ ਹੱਥੋਂ ਬਾਹਰ ਨਿਕਲ ਚੁੱਕਾ ਆਲਰੇਡੀ। ਅਸੀਂ ਆਲਰੇਡੀ ਲੇਟ ਹੋ ਚੁੱਕੇ ਹਾਂ ਜਿੱਥੇ ਅਸੀਂ ਆਪਣੇ ਫੂਡ ਨੂੰ ਕਲੀਨ ਫੂਡ ਜਿਹੜਾ ਉਹ ਖਾਧਾ ਜਾਵੇ ਬਗੈਰ ਹਰਬਿਸਾਈਡਸ, ਬਗੈਰ ਪੈਸਟੀਸਾਈਡਸ ਤੋਂ, ਬਗੈਰ ਹਾਰਮੋਨਸ ਤੋਂ, ਜਾਂ ਬਗੈਰ ਜਿਹੜੇ ਹਾਈਬ੍ਰਿਡ ਸੀਡਸ ਹੈ, ਜੈਨੇਟਿਕਲੀ ਮੋਡੀਫਾਈਡ ਫੂਡ। ਇਹ ਸਾਡੀ ਫੂਡ ਚੇਨ ਦੇ ਵਿੱਚ ਬਹੁਤ ਪੱਕੇ ਤਰੀਕੇ ਦੇ ਨਾਲ ਘਰ ਕਰ ਚੁੱਕੀਆਂ ਇਹ ਚੀਜ਼ਾਂ, ਇਹਨਾਂ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਅਨਲੈਸ ਤੁਸੀਂ ਉਧਰ ਕੈਲੀਫੋਰਨੀਆ ਵਾਲੀ ਸਾਈਡ ਜਾਂ ਫਲੋਰੀਡਾ ਵਾਲੀ ਸਾਈਡ ਰਹਿੰਦੇ ਅਤੇ ਤੁਹਾਡਾ ਆਪਣਾ ਹੀ ਬੜਾ ਵੱਡਾ ਗਾਰਡਨ ਹੈ ਜਿੱਥੇ ਤੁਸੀਂ ਪੂਰਾ ਸਾਲ ਆਪਣੀਆਂ ਹੀ ਸਬਜ਼ੀਆਂ ਜਿਹੜੀਆਂ ਉਗਾ ਸਕਦੇ ਹੋ, ਖਾ ਸਕਦੇ ਹੋ। ਉਹ ਵੱਖਰੀ ਚੀਜ਼ ਆ, ਪਰ ਉਹ ਪ੍ਰੈਕਟੀਕਲ ਨਹੀਂ ਹੈ। ਪਰ ਹੁਣ ਦੇ ਜ਼ਮਾਨੇ ਦੇ ਵਿੱਚ ਜਿਹੜਾ ਹੈਗਾ ਆ ਉਹ ਅਸੀਂ ਆਪਣੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਸਾਡੀ ਫੂਡ ਪਾਈਪ ਦੇ, ਸਾਡੀ ਫੂਡ ਲਾਈਨ ਦੇ ਵਿੱਚ ਜਿਹੜੀ ਆ ਉਹ ਘਰ ਕਰ ਚੁੱਕੀਆਂ ਹੈਗੀਆਂ। ਸੋ ਹੁਣ ਜੇ ਅਸੀਂ ਕਹਿੰਦੇ ਹੈਗੇ ਹਾਂ ਕਿ ਲਓ ਜੀ ਹੁਣ ਤੁਸੀਂ ਵਧੀਆ ਹੀ ਫੂਡ ਖਾਣਾ ਸਾਰੇ ਦਾ ਸਾਰਾ, ਪਰ ਉਹ ਫਿਰ ਵੀ ਜਿਹੜਾ ਉਹ ਆ ਤਾਂ ਉੱਧਰੋਂ ਹੀ ਰਿਹਾ ਹੈਗਾ ਆ ਉਹਨਾਂ ਦੇ ਵਿੱਚ, ਭਾਵੇਂ ਘਰ ਦੇ ਵਿੱਚ ਹੀ ਤੁਸੀਂ ਕਰ ਰਹੇ। ਸੋ ਹੁਣ ਜਿਹੜੀ ਨਵੇਂ ਜ਼ਮਾਨੇ ਦੀ ਜਿਹੜੀ ਕਹਿ ਲਓ ਕਿ ਵੀ ਪ੍ਰੋਬਲਮ ਹੈ ਉਹ ਇਹੋ ਹੀ ਹੈ ਕਿ ਫੂਡ ਬੋਡੀ ਸਾਡੀ ਜਿਹੜੀ ਉਹ ਰੈਕੋਗਨਾਈਜ਼ ਨਹੀਂ ਕਰ ਪਾ ਰਹੀ। ਉਹਦੇ ਕਰਕੇ ਜਿਹੜੀਆਂ ਕਈ ਤਰੀਕੇ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਸਾਨੂੰ ਆਉਂਦੀਆਂ ਹੈਗੀਆਂ। ਸਾਡੇ ਹਾਰਮੋਨਸ ਜਿਹੜੇ ਤੱਕ ਖਰਾਬ, ਜਿਹੜੀ ਸਾਡੀ ਜੋ ਅਸੀਂ ਖੁਸ਼ ਰਹਿੰਦੇ ਹੈਗੇ ਉਹ ਸਾਰਾ ਹਰ ਇੱਕ ਚੀਜ਼ ਸਾਡੇ ਹਾਰਮੋਨਸ ਦੇ ਅੰਦਰ ਆਉਂਦੀ ਹੈਗੀ। ਉਹ ਕਹਿੰਦੇ ਹੈਗੇ ਆ ਕਿ ਜਿਹੜੀ ਹਾਰਮੋਨ ਹੈ ਤੁਹਾਡੀ ਬੋਡੀ ਨੂੰ ਦੱਸਦੇ ਹੈਗੇ ਆ ਕਿ ਤੁਸੀਂ ਕਿੱਦਾਂ ਦਾ ਪਰਸਨ ਬਣਨਾ। ਜੇ ਤੁਹਾਡੀ ਬੋਡੀ ਦੇ ਹਾਰਮੋਨਸ ਖਰਾਬ ਹੈ ਅਤੇ ਉਹ ਤੁਸੀਂ ਅਗਰੈਸਿਵ ਬਣੋਗੇ ਜ਼ਿਆਦਾ, ਹੈ ਨਾ, ਲੜਾਈਆਂ ਕਰਦੇ ਹੈਗੇ ਹੋ। ਜੇ ਹਾਰਮੋਨਸ ਸ਼ਾਂਤ ਹੈ ਤਾਂ ਤੁਸੀਂ ਸ਼ਾਂਤ ਰਹੋਗੇ। ਜੇ ਹਾਰਮੋਨ ਵਧੀਆ ਹੈਗੇ ਹੈ, ਤੁਹਾਨੂੰ ਲੇਡੀਜ਼ ਦੇ ਵਿੱਚ ਕਈਆਂ ਨੂੰ ਪੀਰੀਅਡਸ ਦੀ ਪ੍ਰੋਬਲਮ ਰਹਿੰਦੀ ਹੈ, ਉਹ ਸਾਰੀ ਹਾਰਮੋਨਸ ਦੇ ਨਾਲ ਰਿਲੇਟਡ ਹੈ। ਐਂਡ ਹਾਰਮੋਨਸ ਜਿਹੜੇ ਆ ਉਹ ਤੁਹਾਡੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ ਕਿ ਉਹਨਾਂ ਨੇ ਕਿੱਦਾਂ ਅੱਗੋਂ ਰਿਐਕਟ ਕਰਨਾ ਹੈਗਾ। ਸੋ ਹੁਣ ਦੇ ਜ਼ਮਾਨੇ ਦੇ ਵਿੱਚ ਫੂਡ ਜਿਹੜਾ ਆ ਉਹ ਅਸੀਂ ਜਿਹੜਾ ਖਾ ਰਹੇ ਹਾਂ ਉਹ ਤਾਂ ਨੋ ਡਾਊਟ ਕਿ ਉਹ ਐਡਾ ਨਿਊਟ੍ਰੀਸ਼ਨਲ ਹੈ ਨਹੀਂ ਹੈ। ਸਿਰਫ ਇਹ ਆ ਕਿ ਅਸੀਂ ਉਹਨੂੰ
ਉਹਦਾ ਨਿਕਾਸ ਜਿਹੜਾ ਆ ਜਲਦੀ ਤੋਂ ਜਲਦੀ ਸਾਨੂੰ ਕਰਨਾ ਚਾਹੀਦਾ ਆ, ਤਾਂ ਕਿ ਉਹਦੇ ਹਾਨੀਕਾਰਕ ਜਿਹੜੇ ਪ੍ਰਭਾਵ ਆ ਬੋਡੀ ਦੇ ਅੰਦਰ ਜ਼ਿਆਦਾ ਦੇਰ ਨਾ ਰਹਿ ਸਕਣ। ਸੋ ਉਹਦੇ ਵਾਸਤੇ ਤੁਸੀਂ ਪੇਟ ਨੂੰ ਸਾਫ਼ ਰੱਖਣਾ ਹੁੰਦਾ ਹੈਗਾ, ਔਰ ਇਹ ਜਿਹੜੀ ਇੱਕ ਦਿਮਾਗ ਦੇ ਵਿੱਚੋਂ ਸਾਨੂੰ ਕੱਢਣੀ ਪੈਣੀ ਹੈ ਇੱਕ ਚੀਜ਼, ਕਿ ਸਿਰਫ ਪੇਟ ਇੱਕ ਵਾਰੀ ਹੀ ਸਾਫ਼ ਹੁੰਦਾ ਆ, ਦੂਸਰੀ ਵਾਰੀ ਨਹੀਂ ਜਾਣਾ ਚਾਹੀਦਾ। ਕਿਉਂਕਿ ਬਹੁਤ ਲੋਕ ਜਿਹੜੇ ਆ ਉਹ ਅਜੇ ਵੀ ਇਸੇ ਹੀ ਧਾਰਨਾ ਜਿਹੜੀ ਲਈ ਫਿਰਦੇ ਹੈਗੇ ਆ। ਹਾਂ, ਇੱਕ ਸਮੇਂ ਦੇ ਉੱਤੇ ਸ਼ਾਇਦ ਠੀਕ ਰਹਿੰਦਾ ਹੋਏਗਾ, ਪਰ ਹੁਣ ਦਾ ਜਿਹੜਾ ਜ਼ਮਾਨਾ ਹੈਗਾ ਆ ਉਹਦੇ ਵਿੱਚ ਇਹ ਚੀਜ਼ ਬਿਲਕੁਲ ਲਾਗੂ ਨਹੀਂ ਹੁੰਦੀ ਹੈਗੀ। ਤੁਸੀਂ 2 ਤੋਂ 3 ਵਾਰੀ ਜੇ ਟੋਇਲਟ ਜਾਂਦੇ ਹੈਗੇ ਹੋ ਦਿਹਾੜੀ ਦੇ ਵਿੱਚ, ਤੁਸੀਂ ਆਪਣਾ ਪੇਟ ਸਾਫ਼ ਕਰ ਰਹੇ ਹੈਗੇ ਹੋ, ਜੋ ਤੁਸੀਂ ਖਾ ਪੀ ਰਹੇ ਹੈਗੇ ਹੋ ਉਹਨੂੰ ਨਿਊਟ੍ਰੀਸ਼ਨਲ ਵੈਲਿਊ ਤਾਂ ਡੈਫੀਨੇਟਲੀ ਬੋਡੀ ਨੂੰ ਮਿਲਦੀ ਹੈਗੀ ਹੈ, ਪਰ ਜਿਹੜਾ ਉਹਦਾ ਵੇਸਟ ਮਟੀਰੀਅਲ ਹੈ ਉਹ ਤੁਸੀਂ ਬੋਡੀ ਦੇ ਅੰਦਰ ਨਾ ਰੱਖੋ। ਉਹਨੂੰ ਜਿੰਨਾ ਸਾਫ਼ ਕਰੀ ਜਾਓਗੇ ਉਨਾ ਜਿਹੜਾ ਤੁਸੀਂ ਠੀਕ ਰਹੋਗੇ, ਤੁਸੀਂ ਬਿਮਾਰੀਆਂ ਤੋਂ ਰਹਿਤ ਰਹੋਗੇ। ਕਿਉਂਕਿ ਇਹ ਜਿਹੜਾ ਵੇਸਟ ਪ੍ਰੋਡਕਟ ਹੈਗਾ ਇਹਦੇ ਵਿੱਚ ਵੀ ਜੋ ਉਹਨਾਂ ਦੀਆਂ ਛਿੜਕਾਅ ਕੀਤਾ ਹੁੰਦਾ ਦਵਾਈਆਂ ਵਗੈਰਾ, ਉਹ ਹਰ ਇੱਕ ਚੀਜ਼ ਵੇਸਟ ਮਟੀਰੀਅਲ 'ਚ ਵੀ ਰਹਿੰਦੀ ਹੈ। ਅਤੇ ਜੇ ਤੁਸੀਂ ਉਹ ਮਟੀਰੀਅਲ ਨੂੰ ਆਪਣੇ ਨਾਲ ਲੈ ਕੇ ਸੌਂ ਰਹੇ ਹੈਗੇ ਹੋ, 24 ਘੰਟੇ ਬਾਅਦ ਉਹਨੂੰ ਡੰਪ ਕਰ ਰਹੇ ਹੈਗੇ ਹੋ, ਅਤੇ ਉਹ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਦੁਬਾਰਾ ਤੋਂ ਫਿਰ ਬਲੱਡ ਦੇ ਵਿੱਚ ਰਲਦੀਆਂ ਆ, ਅਤੇ ਉਹਦੇ ਨਾਲ ਫਿਰ ਜਿਹੜੀਆਂ ਅੱਗੇ ਜਾ ਕੇ ਪ੍ਰੋਬਲਮਸ ਆਉਂਦੀਆਂ ਟੌਕਸੀਸਿਟੀ ਨਾਲ ਰਿਲੇਟਡ। ਸੋ ਕਿਉਂਕਿ ਉਹਦੇ ਨਾਲ ਫਿਰ ਇੱਦਾਂ ਨਾ, ਜਿੱਦਾਂ ਫਿਰ ਕਈ ਵਾਰੀ ਆਪਾਂ ਕਹਿੰਦੇ ਕਿ ਤੇਰੀ ਬੋਡੀ 'ਚੋਂ ਸਮੈਲ ਆਉਂਦੀ ਜਾਂ ਇੱਦਾਂ ਆਉਂਦੀ ਬੁਰੀ ਆਉਂਦੀ, ਜਿੰਨੀ ਮਰਜ਼ੀ ਡੋਡਰੈਂਟ ਲਾ ਲਓ, ਜਿੰਨੀ ਮਰਜ਼ੀ ਤੁਸੀਂ ਸ਼ੈਂਪੂ ਲਾ ਲਓ ਜਾਂ ਪਰਫਿਊਮ ਵਗੈਰਾ ਲਓ, ਉਹ ਸਮੈਲ ਆਉਂਦੀ ਰਹਿੰਦੀ। ਸਮੈਲ ਇਹਨਾਂ ਕਾਰਨਾਂ ਕਰਕੇ ਆਉਂਦੀ ਰਹਿੰਦੀ ਵੀ ਅੰਦਰ ਤੁਹਾਡੇ ਫੂਡ ਜਿਹੜਾ ਅੰਦਰ ਜੰਮਿਆ ਪਿਆ ਹੈ ਉਹਦੀ ਸਮੈਲ ਆ। ਇਹਦੇ ਨਾਲ ਹੀ ਜੇ ਅਸੀਂ ਕਹਿੰਦਾ, ਆਪਾਂ ਪਿਛਲੇ ਹਫ਼ਤੇ ਵੀ ਇਸ ਚੀਜ਼ ਦੀ ਗੱਲਬਾਤ ਕੀਤੀ, 2 ਹਫ਼ਤੇ ਪਹਿਲਾਂ ਕੀਤੀ ਸੀ ਆਈ ਥਿੰਕ, ਇਹਦੇ ਵੀ ਇੱਕ ਵਾਰ ਸਾਨੂੰ ਬਾਹਰ ਵਾਸ਼ਰੂਮ ਚਲ ਗਏ ਤਾਂ ਦੈਟਸ ਇਟ ਡਨ। ਉਹ ਕਹਿੰਦੇ ਕਿ ਬਾਅਦ ਵਿੱਚ ਜਦੋਂ ਸਾਨੂੰ ਕੋਈ ਉੱਦਾਂ ਦੀ ਹਿਲਜੁਲ ਹੁੰਦੀ ਨਹੀਂ ਪੇਟ ਦੇ ਵਿੱਚ, ਅਸੀਂ ਕਿੱਦਾਂ ਧੱਕੇ ਦੇ ਨਾਲ ਚੱਲ ਜਾਈਏ, ਕਿਵੇਂ ਆਓ ਸਾਨੂੰ ਉਹ ਚੀਜ਼ ਹੀ ਬਣਾਉਣ ਵਾਸਤੇ ਕਹਿੰਦੇ ਰੂਬਲ ਸਾਹਿਬ ਤੋਂ ਉਹ ਜ਼ਰੂਰ ਪਤਾ ਕਰਿਓ ਵੀ ਦੱਸ ਤਾਂ ਦਿੰਦੇ ਆ ਤੁਸੀਂ ਸਵੇਰੇ ਸਵੇਰੇ ਵੀ, ਜਾਣੀ ਕਿ ਇੱਕ ਵਾਰੀ ਬੰਦਾ ਜਾਂਦਾ, ਉਸ ਤੋਂ ਬਾਅਦ ਜੇ ਕਹਿੰਦਾ ਕਿਸੇ ਬੰਦੇ ਨੂੰ ਕੋਈ ਹਿਲਜੁਲ ਹੋਵੇ ਹੀ ਨਾ ਤਾਂ ਬੰਦਾ ਕਰੇ ਕੀ, ਕਿਵੇਂ ਆਉਣੀ ਆਵੇ ਟੋਇਲਟ ਸਾਨੂੰ ਕਿਸੇ ਨਾ। ਪਰ ਦੇਖੋ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ, ਕੋਈ ਇੱਕ ਚੀਜ਼ ਨਹੀਂ ਹੈ ਕਿ ਜਿਹੜੀ ਕਰਨ ਦੇ ਨਾਲ ਕੋਈ ਬਟਨ ਹੈ ਕਿ ਬਟਨ ਦੱਬ ਦਿਓ। ਸੋ ਜਿਵੇਂ ਅਸੀਂ ਇੱਥੇ ਉਦੋਂ ਗੱਲ ਵੀ ਅਸੀਂ ਟੋਇਲਟਸ 'ਤੇ ਵੀ ਕੀਤੀ ਸੀ ਕਿ ਫਸਟ ਆਫ ਆਲ ਜਿਹੜੀਆਂ ਟੋਇਲਟਸ ਹੈਗੀਆਂ ਇਹੋ ਹੀ ਗਲਤ ਹੈ, ਕਿਉਂਕਿ ਅਸੀਂ ਇਹਦੇ ਉੱਤੇ ਚੇਅਰ ਦੀ ਤਰ੍ਹਾਂ ਅਸੀਂ ਬਹਿੰਦੇ ਹੈਗੇ ਹਾਂ, ਕੁਰਸੀ ਦੀ ਤਰ੍ਹਾਂ ਬਹਿੰਦੇ ਹੈਗੇ ਹਾਂ। ਸੋ ਉਹਦੇ ਨਾਲ ਸਾਡੀਆਂ ਇੰਟੈਸਟਿਨਸ ਖੁੱਲ੍ਹਦੀਆਂ ਹੀ ਨਹੀਂ। ਸੋ ਜਿਹੜੀ ਆਪਾਂ ਪੁਰਾਣੇ ਜਿਹੜੀਆਂ ਸਾਡੀਆਂ ਸਕੁਆਟਿੰਗ ਪੋਜੀਸ਼ਨ ਦੇ ਵਿੱਚ ਜਿਹੜੀਆਂ ਟੋਇਲਟ ਸੀਗੀਆਂ, ਸਭ ਤੋਂ ਬੈਸਟ ਹੈ ਹੀ ਉਹ ਹੈ। ਸੋ ਉਹਦੇ ਨਾਲ ਜਿੱਦਾਂ ਹੀ ਅਸੀਂ ਬੈਠਦੇ ਹੈਗੇ ਹਾਂ ਅਤੇ ਜੈਂਟਲੀ ਸਾਡੇ ਪੱਟ ਸਾਡੇ ਢਿੱਡ ਨੂੰ ਪ੍ਰੈਸ ਕਰਦੀ ਹੈ, ਤਾਂ ਉਹ ਪ੍ਰੈਸ ਕਰਨ ਦੇ ਨਾਲ ਜਿਹੜਾ ਹੈਗਾ ਆ ਇੱਕ ਜੈਂਟਲ ਪ੍ਰੈਸ਼ਰ ਜਿਹੜਾ ਹੈਗਾ ਹੈ ਉਹ ਕ੍ਰੀਏਟ ਹੁੰਦਾ ਹੈ, ਅਤੇ ਉਹਦੇ ਨਾਲ ਜਿਹੜਾ ਆ ਤੁਹਾਨੂੰ ਨਿਕਾਸ ਆਉਣਾ ਸ਼ੁਰੂ ਹੋ ਜਾਂਦਾ। ਸੋ ਇਹ ਤਾਂ ਨੈਚੁਰਲੀ ਤਰੀਕੇ ਦੇ ਨਾਲ ਹੈ। ਹੁਣ ਆਬਵੀਅਸਲੀ ਸਾਰੇ ਅਸੀਂ ਬੈਠੇ ਹੈਗੇ ਹਾਂ ਟੋਇਲਟ ਦੇ ਉੱਤੇ ਵੀ, ਅਸੀਂ ਕੁਰਸੀ ਵਾਂਗੂ ਬੈਠੇ ਹਾਂ, ਕੰਪਿਊਟਰ ਦੇ ਉੱਤੇ ਵੀ ਬੈਠੇ ਹਾਂ, ਟੈਕਸੀਜ਼ ਦੇ ਵਿੱਚ ਵੀ ਬੈਠੇ ਹਾਂ, ਟਰੱਕਿੰਗ ਦੇ ਵਿੱਚ ਵੀ ਬੈਠੇ ਹੋਏ ਹਾਂ, ਹਰ ਇੱਕ ਚੀਜ਼ ਦੇ ਉੱਤੇ ਜਿਹੜੀ ਅਸੀਂ ਉਹੀ ਪੋਜੀਸ਼ਨ ਦੇ ਵਿੱਚ ਬੈਠੇ ਹੋਏ ਹੈਗੇ। ਸੋ ਉਹ ਬੋਡੀ ਨੂੰ ਐਕਚੁਅਲੀ ਡਿਫਰੈਂਟ ਕਰਨਾ, ਜਿਹੜਾ ਡਿਫਰੈਂਸ਼ੀਏਟ ਕਰਨਾ ਔਖਾ ਹੁੰਦਾ ਕਿ ਕਿਹੜੇ ਟਾਈਮ ਤੁਸੀਂ ਕੀ ਕਰਨਾ ਚਾਹੁੰਦੇ ਹੋ। ਕਿਉਂਕਿ ਨੈਚੁਰਲ ਇੱਕ ਇਨਕਲੀਨੇਸ਼ਨ ਹੁੰਦੀ ਹੈ ਨਾ ਬੋਡੀ ਨੂੰ, ਕਿ ਅਸੀਂ ਇਸ ਟਾਈਮ ਸੌਣਾ ਆ, ਅਸੀਂ ਇਸ ਟਾਈਮ ਉੱਠਣਾ ਆ, ਉਹ ਬੋਡੀ ਆਪਣੇ ਆਪ ਹੀ ਉਹਨੂੰ ਕਰਨਾ ਸ਼ੁਰੂ ਕਰ ਦਿੰਦੀ ਹੈ ਨਾ। ਸੋ ਜਦੋਂ ਅਸੀਂ ਬੈਠੇ ਹੀ ਰਹਿੰਦੇ ਹਾਂ, ਅਸੀਂ ਚੇਅਰ ਦੇ ਉੱਤੇ ਬੈਠੇ ਹਾਂ, ਕੁਰਸੀ ਦੇ ਉੱਤੇ ਬੈਠੇ ਹੈਗੇ, ਅਤੇ ਉਹੀ ਬੈਠ ਕੇ ਅਸੀਂ ਫਿਰ ਟੋਇਲਟ 'ਤੇ ਬਹਿ ਗਏ, ਬੋਡੀ ਨੂੰ ਉਹ ਡਿਸਟਿੰਗੁਇਸ਼ ਕਰਨਾ ਬੜਾ ਔਖਾ ਹੁੰਦਾ ਕਿ ਕੀ ਅਸੀਂ ਕਿਹੜੀ ਸੀਟ ਦੇ ਉੱਤੇ ਬੈਠੇ ਹਾਂ ਅਤੇ ਅਸੀਂ ਕੀ ਕਰਨਾ ਮੈਂ ਬੋਡੀ ਨੇ, ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹ ਸਾਡੀ ਲਾਈਫ ਸਟਾਈਲ ਦੇ ਨਾਲ ਰਿਲੇਟਡ ਹੈ। ਲਾਈਫ ਸਟਾਈਲ ਨੂੰ ਸਾਨੂੰ ਚੇਂਜ ਕਰਨ ਦੀ ਜ਼ਰੂਰਤ ਹੁੰਦੀ ਹੈਗੀ ਹੈ। ਹੁਣ ਜਿਵੇਂ ਅਸੀਂ ਕਿਹਾ ਕਿ ਤ੍ਰਿਫਲਾ ਜਿਹੜਾ ਉਹ ਸਿੰਪਲ ਤ੍ਰਿਫਲਾ ਰਾਤ ਨੂੰ ਸੌਣ ਲੱਗਿਆ ਜੇ ਤੁਸੀਂ ਅੱਧਾ ਕੁ ਚਮਚਾ ਜਿਹੜਾ ਉਹ ਲੈਂਦੇ ਹੈਗੇ ਹੋ, ਅਤੇ ਉਹਦੇ ਨਾਲ ਤੁਹਾਨੂੰ ਜਿਹੜਾ ਆ ਉਹ ਪੇਟ ਸਾਫ਼ ਹੁੰਦਾ ਰਹਿੰਦਾ ਹੈਗਾ। ਬਟ ਇਹ ਇਕੱਲਾ ਤ੍ਰਿਫਲਾ ਲੈਣ ਦੇ ਨਾਲ ਗੱਲ ਨਹੀਂ ਬਣਦੀ ਹੁੰਦੀ, ਇਹਦੇ ਵਿੱਚ ਮਤਲਬ ਇਟਸ ਬਹੁਤ ਵੱਡਾ ਟੋਪਿਕ ਹੈ ਐਕਚੁਅਲੀ, ਕਿਉਂਕਿ ਉਹਦੇ ਵਿੱਚ ਹਰ ਇੱਕ ਚੀਜ਼ ਆਉਂਦੀ ਹੈ ਜਿਹੜੀ ਚੀਜ਼ ਜਿਹੜੀ ਆ ਉਹ ਤੁਹਾਨੂੰ ਕਰਨੀ ਪੈਂਦੀ ਹੈਗੀ ਆ। ਉਹਦੇ ਵਿੱਚ ਤੁਸੀਂ ਆਪਣੀ ਡਾਇਟ ਨੂੰ ਚੇਂਜ ਕਰਨਾ, ਸਵੇਰੇ ਤੁਸੀਂ ਫਰੂਟ ਖਾਣੇ ਹੁੰਦੇ ਹੈਗੇ ਆ, ਫਾਈਬਰ ਜਿਹੜਾ ਹੈਗਾ ਇਨਟੇਕ ਤੁਹਾਡੀ ਬੋਡੀ 'ਚ ਜ਼ਿਆਦਾ ਹੋਣਾ ਚਾਹੀਦਾ, ਤੇਲ ਜਿਹੜੇ ਹੈਗੇ ਇਸਤੇਮਾਲ ਅਸੀਂ ਆਮ ਕੁਕਿੰਗ ਦੇ ਵਿੱਚ ਜਿਹੜੇ ਕਰਦੇ ਉਹ ਬੰਦ ਹੋਣੇ ਚਾਹੀਦੇ ਆ, ਤੁਸੀਂ ਮਸਾਲੇ ਜੇ ਜ਼ਿਆਦਾ ਖਾ ਰਹੇ ਹੈਗੇ ਹੋ ਉਹ ਤੁਹਾਡੇ ਬੰਦ ਹੋਣੇ ਚਾਹੀਦੇ ਆ। ਹਰੀ ਮਿਰਚ ਜਿਹੜੀ ਆ ਉਹ ਪੇਟ ਨੂੰ ਸਾਫ਼ ਕਰਦੀ ਹੈ, ਜਿਹੜੀ ਗ੍ਰੀਨ ਚਿੱਲੀ ਜਿਹੜੀ, ਸੋ ਉਹ ਜਿਹੜੀ ਆ ਤੁਸੀਂ ਖਾ ਸਕਦੇ ਹੈਗੇ ਹੋ। ਨਾਲ ਦੀ ਨਾਲ ਬੋਡੀ ਦੇ ਅੰਦਰ ਜਿਹੜਾ ਆ ਉਹ ਜਦੋਂ ਤੁਸੀਂ ਪਾਣੀ ਗਰਮ ਹਮੇਸ਼ਾ ਜਿਹੜਾ ਉਹ ਪੀਣਾ ਚਾਹੀਦਾ। ਸੋ ਇਹ ਚੀਜ਼ਾਂ ਇਹ ਸਾਨੂੰ ਲਾਈਫ ਸਟਾਈਲ ਦੇ ਵਿੱਚ ਜਿਹੜੀਆਂ ਉਹ ਰੋਜ਼ਮर्रा ਦੇ ਵਿੱਚ ਜਿਹੜੀਆਂ ਕਰਨੀਆਂ ਚਾਹੀਦੀਆਂ। ਇਹ ਕੋਈ ਇੱਦਾਂ ਦੀ ਚੀਜ਼ ਨਹੀਂ ਆ ਕਿ ਤੁਸੀਂ ਰਾਤੀ ਮਤਲਬ ਤ੍ਰਿਫਲਾ ਲਿਆ ਅਤੇ ਹੁਣ ਉਸ ਤੋਂ ਬਾਅਦ 'ਚ ਰੋਜ਼ ਰੋਜ਼ ਤ੍ਰਿਫਲਾ ਲਈ ਜਾਓ
ਤੇ ਜੀ ਤੁਹਾਨੂੰ ਟੋਇਲਟ ਤੁਹਾਡਾ ਸਵੇਰੇ 1 ਜਾਂ 2 ਵਾਰੀ ਸਾਫ਼ ਹੋ ਰਿਹਾ, ਪਰ ਥਰੂ ਆਊਟ ਦਾ ਡੇ ਨਹੀਂ ਹੋ ਰਿਹਾ। ਇਹ ਥਰੂ ਆਊਟ ਦਾ ਡੇ ਜਿਹੜਾ ਆ, ਇਸ ਚੀਜ਼ ਦੀ ਆਦਤ ਪਾਉਣੀ ਪੈਂਦੀ ਹੁੰਦੀ ਹੈਗੀ ਆ। ਇਟਸ ਨਾਟ ਸਮਥਿੰਗ ਵੈਰੀ ਸਿੰਪਲ ਕਿ ਮੈਂ ਦੱਸ ਦੇਵਾਂ ਤੇ ਸਾਰੇ ਕਰਨੇ ਸ਼ੁਰੂ ਕਰ ਦੇ ਤੇ ਉਹਦਾ ਇੱਦਾਂ ਹੋ ਜੂ। ਸੋ ਉਹਦੇ ਵਾਸਤੇ ਮਤਲਬ ਬਹੁਤ, ਹੁਣ ਕਈ ਲੋਕ ਹੈਗੇ ਜਿਨ੍ਹਾਂ ਨੂੰ ਫਿਜ਼ੀਕਲੀ ਪੋਸੀਬਲ ਹੀ ਨਹੀਂ। ਹੁਣ ਲੋਕ ਜਿਹੜੇ ਆ ਟਰੈਕਿੰਗ ਦੇ ਵਿੱਚ ਹਨ, ਹੁਣ ਉਹ ਜਾ ਰਹੇ ਹੈ ਟੈਕਸੀ ਵਿੱਚ ਜਾਂ ਫਿਰ ਦਫ਼ਤਰਾਂ ਵਿੱਚ ਬੈਠੇ ਰਹਿੰਦੇ ਨੇ, ਮੋਸਟ ਆਫ ਦੀ ਟਾਈਮ ਉਹਨਾਂ ਦਾ ਬੈਠਣ ਦਾ ਕੰਮ, ਬੈਠ ਕੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਇੱਕ ਚੇਅਰ ਤੋਂ ਉੱਠ ਕੇ ਦੂਜੀ ਚੇਅਰ ਦੇ ਉੱਤੇ ਬਹਿ ਜਾਣਾ, ਤੇ ਉਸ ਵੇਲੇ ਫਿਰ ਕੁਝ ਵੀ ਨਹੀਂ ਹੋ ਸਕਦਾ। ਇਸ ਕਰਕੇ ਜ਼ਰੂਰੀ ਹੈ ਵੀ ਤੁਸੀਂ ਆਪਣੇ ਆਪ ਨੂੰ, ਜਿੱਦਾਂ ਤੁਸੀਂ ਦੱਸਿਆ, ਚੰਗੀ ਗੱਲ ਦੱਸੀ ਵੀ ਕੋਸ਼ਿਸ਼ ਕਰੋ 2-3 ਵਾਰੀ ਜਾਣ ਦੀ ਕੋਸ਼ਿਸ਼ ਕਰੋ, ਹੌਲੀ ਹੌਲੀ ਤੁਹਾਡੀ ਇਹ ਆਦਤ ਬਣ ਜਾਣੀ। ਆਦਤ ਦੇ ਨਾਲ ਤੇ ਡੈਫੀਨੇਟਲੀ ਤੁਹਾਡਾ ਪੇਟ ਸਾਫ਼ ਹੋਣਾ ਸ਼ੁਰੂ ਹੋ ਜਾਣਾ। ਹਾਂਜੀ, ਬਟ ਐਟ ਦ ਸੇਮ ਟਾਈਮ ਮਤਲਬ ਥਰੂ ਆਊਟ ਦਾ ਡੇ, ਜਿੱਦਾਂ ਹੁਣ ਜੇ ਤੁਸੀਂ ਚਾਹ ਪੀਂਦੇ ਉਹਦੀ ਥਾਂ ਦੇ ਉੱਤੇ ਗ੍ਰੀਨ ਟੀ ਜਿਹੜੀ ਉਹਨੂੰ ਲੈਣੀ ਸ਼ੁਰੂ ਕਰ ਦਿਓ। ਉਹਦੇ ਨਾਲ ਜਿਹੜਾ ਉਹ ਫਾਈਬਰ ਜਿਹੜਾ ਆ ਜ਼ਿਆਦਾ ਜਾਂਦਾ ਹੈ ਤੁਹਾਡੀ ਬਾਡੀ ਦੇ ਅੰਦਰ। ਨੋਰਮਲ ਜਿਹੜੀ ਚਾਹ ਆ ਉਹ ਡਾਇਊਰੇਟਿਕ ਹੁੰਦੀ ਹੈ, ਮਤਲਬ ਕਿ ਉਹਨੇ ਪਾਣੀ ਜਿਹੜਾ ਬਾਡੀ ਦੇ ਵਿੱਚੋਂ ਬਾਹਰ ਕੱਢਣਾ, ਪਰ ਜਿਹੜੀ ਗ੍ਰੀਨ ਟੀ ਹੈ ਉਹਨੇ ਸਗੋਂ ਪੇਟ ਨੂੰ ਸਾਫ਼ ਕਰਨਾ ਹੁੰਦਾ। ਸੋ ਸਿੰਪਲ, ਹੁਣ ਤੁਸੀਂ ਦੇਖੋ ਅਸੀਂ ਕਿੰਨੇ ਜ਼ਿਆਦਾ ਸਵੇਰੇ ਦੁਪਹਿਰੇ ਸ਼ਾਮ ਟਿਮ ਹੋਟਲਸ 'ਤੇ ਲਾਈਨਾਂ ਲੱਗੀਆਂ ਹੁੰਦੀਆਂ। ਸੋ ਉਹ ਮਤਲਬ ਤੁਹਾਡੀ ਗੱਲ ਦੇ ਵਿੱਚੋਂ ਗੱਲ ਹੀ ਨਿਕਲੀ, ਜਦੋਂ ਆਪਾਂ ਚਾਹ ਪੀਂਦੇ ਵਾਕਈ ਜਾਣੀ ਕਿ ਚਾਹ ਪੀਣ ਦੇ ਨਾਲ ਤੁਹਾਡਾ ਪੇਟ ਭਾਰਾ ਭਾਰਾ ਜਾਂ ਕੁਝ ਵੀ ਆ ਏਦਾਂ ਲੱਗਦਾ ਕਿ ਪਾਣੀ ਜਾਣੀ ਕਿ ਵਾਸ਼ਰੂਮ ਵਗੈਰਾ ਆਉਂਦਾ। ਤੇ ਜਿਹੜੀ ਫਿਰ ਗ੍ਰੀਨ ਟੀ ਜਦੋਂ ਤੁਸੀਂ ਪੀਂਦੇ ਆ, ਉਹ ਪਤਾ ਹੀ ਨਹੀਂ ਲੱਗਦਾ ਵੀ ਅੰਦਰੋਂ ਤੁਹਾਡੀ ਜਿਹੜੀ ਚੀਜ਼ ਸੋਖ ਲੈਂਦੀ ਜਾਂ ਸੋਖ ਕੇ ਤੁਹਾਡੇ ਵਿੱਚੋਂ ਜਿਹੜਾ ਗੰਦਮਨ ਨੂੰ ਤੁਸੀਂ ਗੱਲ ਵੀ ਇਕੱਠਾ ਕਰ ਦਿੰਦੀ ਇੱਕ ਥਾਂ ਦੇ। ਜੀ ਜੀ ਬਿਲਕੁਲ, ਕਿਉਂਕਿ ਹੁਣ ਆਮ ਚਾਹ ਦੇ ਵਿੱਚ ਜਿਹੜੀ ਹੈਗੀ ਹੈ ਉਹਦੇ ਵਿੱਚ ਕੋਈ ਐਡੇ ਐਂਟੀ ਆਕਸੀਡੈਂਟਸ ਵੀ ਨਹੀਂ ਹੁੰਦੇ, ਅਤੇ ਕਿਉਂਕਿ ਉਹਦੇ ਨਾਲ ਅਸੀਂ ਆਬਵੀਅਸਲੀ ਦੁੱਧ ਜਿਹੜਾ ਜਾਂ ਕਰੀਮ ਪਵਾਈ ਹੁੰਦੀ ਹੈਗੀ, ਤਾਂ ਉਹ ਕੋਈ ਪਚਣ ਵਾਲੀ ਚੀਜ਼ ਹੈ ਨਹੀਂ ਉਹਦੇ ਵਿੱਚ ਕੋਈ ਵੀ ਹੁੰਦੀ। ਉਹਦੇ ਨਾਲ ਬਲੋਟਿੰਗਨੈਸ ਆਉਂਦੀ ਹੈ, ਗੈਸ ਬਣਦੀ ਹੈਗੀ ਹੈ, ਹੈਵੀਨੈਸ ਆਉਂਦੀ ਹੈਗੀ ਹੈ, ਤੁਹਾਡਾ ਯਥਰ ਅਗਨੀ ਜ਼ਿਆਦਾ ਵਧੇਗੀ, ਕਈ ਤਰੀਕੇ ਨਾਲ, ਮਤਲਬ ਉਹ ਕਿਸੇ ਵਾਸਤੇ ਵੀ ਨਹੀਂ ਐਕਚੁਅਲੀ ਹੈਗੀ। ਚਾਹ ਜਿਹੜੀ ਹੈ, ਮੈਂ ਪਹਿਲਾਂ ਵੀ ਬੜੀ ਵਾਰੀ ਜ਼ਿਕਰ ਕੀਤਾ ਕਿ ਉਹ ਲੋਕ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਆ, ਜਮਾਂਦਰੂ, ਉਹਨਾਂ ਦੇ ਵਾਸਤੇ ਐਕਚੁਅਲੀ ਸਿਰਫ ਤੁਸੀਂ ਉਹ ਸੇਫਲੀ ਪੀ ਸਕਦੇ ਆ। ਬਾਕੀ ਕਿਸੇ ਵਾਸਤੇ ਵੀ ਜਿਹੜੀ ਹੈ ਉਹ ਚਾਹ ਸੇਫ ਨਹੀਂ ਹੈ। ਪਰ ਅੱਜ ਫੇਰ ਰੂਬਲ ਸਾਹਿਬ ਨੇ ਸਾਡੇ ਦਿਲਾਂ ਦੇ ਉੱਤੇ ਗੱਲ ਵੀ ਠੋਕਰ ਮਾਰੀ ਹੈ, ਜਾਣ ਕੇ ਕਹਿੰਦੇ ਚਾਹ ਪੀਣੀ ਬੰਦ ਕਰੋ। ਜੇ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਤੁਸੀਂ ਥੋੜਾ ਬੜਾ ਕੱਪ ਪੀ ਸਕਦੇ ਹੋ। ਨਹੀਂ, ਜੇ ਲੋ ਰਹਿੰਦਾ ਸਰ, ਲੋ ਰਹਿੰਦਾ, ਹਾਂਜੀ, ਤੇ ਬਾਕੀਆਂ ਵਾਸਤੇ ਬਿਲਕੁਲ ਮਨਾ। ਤੇ ਬਿਸਕੁਟ ਵਗੈਰਾ ਤਾਂ ਬਣਨੀ ਸੀ ਇਹਨਾਂ ਦਿਨਾਂ ਵਿੱਚ, ਹੋ ਸਗੋਂ ਸਰਦੀਆਂ 'ਚ ਬਣਦੇ ਹੁੰਦੇ, ਤੁਸੀਂ ਵੀ ਬੰਦ ਕਰ ਦਿੱਤੇ ਮੈਨੂੰ ਲੱਗਦਾ। ਉਹਦੇ ਵਿੱਚ ਦੇਖੋ, ਜਿਵੇਂ ਦੱਸਿਆ ਕਿ ਹੁਣ ਸਰਦੀਆਂ ਜਿਹੜੀਆਂ ਆ ਰਹੀਆਂ, ਉਹਦੇ ਵਾਸਤੇ ਤੁਸੀਂ ਆਪਣੀਆਂ ਪਿੰਨੀਆਂ ਜਾਂ ਪੰਜੀਰੀ ਜਿਹੜੀ ਹੈ ਉਹ ਤਿਆਰ ਕਰੋ, ਉਹਦਾ ਤੁਸੀਂ ਇਸਤੇਮਾਲ ਕਰੋ ਨਾਲ ਦੀ ਨਾਲ, ਹੈ ਨਾ। ਸੋ ਮਤਲਬ ਪੇਟ ਜਿਹੜਾ ਹੈਗਾ ਇਹਨੂੰ ਸਾਫ਼ ਰੱਖਣਾ, ਜਿਹੜਾ ਦਿਹਾੜੀ ਦੇ ਵਿੱਚ 2-3 ਵਾਰੀ ਜੇ ਅਸੀਂ ਉਹ ਸਾਰੇ ਕਰਦੇ ਹੈਗੇ ਆ, ਤੇ ਤੁਹਾਨੂੰ ਕਿਸੇ ਵੀ ਹਕੀਮ ਦੀ ਜਾਂ ਕਿਸੇ ਡਾਕਟਰ ਦੀ ਕਿਸੇ ਦੀ ਜ਼ਰੂਰਤ ਹੀ ਹੈ ਨਹੀਂ, ਕਿਉਂਕਿ ਉਹ ਬਾਡੀ ਦੇ ਵਿੱਚ ਉਹ ਸਾਰੇ ਜਿਹੜੇ ਜ਼ਹਿਰੀਲਾ ਮਾਦਾ ਆ ਤੁਸੀਂ ਔਨ ਅ ਰੈਗੂਲਰ ਬੇਸ ਦੇ ਉੱਤੇ ਜਿਹੜਾ ਉਹ ਕੱਢੀ ਜਾ ਰਹੇ ਹੋ। ਸੋ ਇਹ ਜਿਹੜੀ ਹੈ ਇੱਕ ਬੜੀ ਇੰਪੋਰਟੈਂਟ ਗੱਲ ਹੈਗੀ ਆ ਇਹ 21ਵੀਂ ਸਦੀ ਦੀ, ਜਿਹਦੇ ਵਿੱਚ ਅਸੀਂ ਰਹਿ ਰਹੇ ਹੈਗੇ ਹਾਂ। ਔਰ ਇਹ ਇੰਡਸਟਰੀਲਾਈਜੇਸ਼ਨ ਦੀ ਦੇਣ ਹੈ, ਜਿਹਦੇ ਵਾਸਤੇ ਸਾਨੂੰ ਅਸੀਂ ਹੁਣ ਬਲੇਮ ਵੀ ਕਿਸੇ ਨੂੰ ਨਹੀਂ ਕਰ ਸਕਦੇ। ਅਤੇ ਸਿਰਫ ਇਹਦੇ ਵਿੱਚ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹੈਗੇ ਹਾਂ, ਕਲੀਨ ਕਰਨ। ਜੇ ਅਸੀਂ ਆਪਣੀ ਬਾਡੀ ਨੂੰ ਇੱਕ ਘਰ ਸਮਝਦੇ ਹੈਗੇ ਹਾਂ, ਅਤੇ ਉਹ ਘਰ ਦੀ ਸਫਾਈ ਜਿਹੜੀ ਆ ਉਹਦਾ ਕਰਨਾ ਸਾਡਾ ਇੱਕ ਫਰਜ਼ ਹੁੰਦਾ ਹੈਗਾ ਆ। ਸੋ ਪਰ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਜਿੱਦਾਂ ਹੁਣ ਜੇ ਕਿਤੇ ਘਰ ਕਿਸੇ ਐਸੀ ਜਗ੍ਹਾ ਦੇ ਉੱਤੇ ਆ, ਦਰਵਾਜ਼ੇ ਖੁੱਲ੍ਹੇ ਹੋਏ ਆ, ਅਤੇ ਉਹ 'ਚ ਹਨੇਰੀ ਵੀ ਅੰਦਰ ਵੜ ਰਹੀ ਹੈ, ਝੱਖੜ ਵੀ ਆ ਰਿਹਾ ਹੈਗਾ ਆ, ਹਵਾ ਵੀ ਆ ਰਹੀ ਹੈ, ਰੇਤਾ ਵੀ ਉੱਡ ਰਹੀ ਹੈ, ਅਤੇ ਓਨਾ ਹੀ ਅਸੀਂ ਜਿਹੜਾ ਘਰ ਨੂੰ ਜ਼ਿਆਦਾ ਸਾਫ਼ ਰੱਖਾਂਗੇ। ਸੋ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਸਾਡੀ ਬਾਡੀ ਹੈ, ਜਦੋਂ ਜ਼ਿਆਦਾ ਇਨਵਾਇਰਮੈਂਟਲ ਟੌਕਸਿਨ ਸਾਡੀ ਬਾਡੀ ਦੇ ਅੰਦਰ ਜਿੰਨੇ ਜ਼ਿਆਦਾ ਅਕਿਊਮੂਲੇਟ ਹੋਣਗੇ, ਇਕੱਠੇ ਹੋਣਗੇ, ਓਨਾ ਹੀ ਸਾਡਾ ਫਰਜ਼ ਜ਼ਿਆਦਾ ਬਣ ਜਾਂਦਾ ਕਿ ਉਹਨੂੰ ਅਸੀਂ ਨਾਲੋਂ ਨਾਲ ਬਾਹਰ ਕੱਢੀ ਜਾਈਏ। ਔਰ ਇਹੋ ਹੀ ਇੱਕ ਤਰੀਕਾ ਹੈਗਾ ਆ ਜਿਹਦੇ ਨਾਲ ਕਰਕੇ ਅਸੀਂ ਆਪਣੀ ਬਾਡੀ ਨੂੰ ਠੀਕ ਰੱਖ ਸਕਦੇ ਹਾਂ। ਪਰ ਅਗੇਨ, ਜੇ ਤੁਹਾਨੂੰ ਫਿਰ ਵੀ ਪ੍ਰੋਬਲਮ ਆ ਰਹੀ ਹੈ ਇਹ ਚੀਜ਼ਾਂ ਕਰਨ ਦੇ ਬਾਵਜੂਦ ਵੀ, ਅਤੇ ਫਿਰ ਵੀ ਜਿਹੜਾ ਹੈਗਾ ਆ ਉਹ ਤੁਸੀਂ ਸਾਨੂੰ ਰਾਬਤਾ ਕਾਇਮ ਕਰ ਸਕਦੇ ਹੋ। ਸਾਡਾ ਨੰਬਰ ਹੈ 905 874 3333, 9058743333। 905 874 3333 ਤੇ ਰੂਬਲ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਰੂਬਲ ਸਾਹਿਬ, ਗੱਲਬਾਤ ਕਰਾਂਗੇ ਜਿੱਦਾਂ ਪਿਛਲੇ ਹਫ਼ਤੇ ਆਪਾਂ ਗੱਲਬਾਤ ਕੀਤੀ ਸੀ। ਤੁਸੀਂ ਦੱਸਿਆ ਕਿ ਜਿਹੜੀਆਂ ਕਿਡਨੀਆਂ ਦੇ ਵਾਸਤੇ, ਆਈ ਥਿੰਕ ਤੁਸੀਂ ਚੁਕੰਦਰ ਦਾ ਜੂਸ ਵਗੈਰਾ ਦੀ ਗੱਲਬਾਤ ਕੀਤੀ ਸੀ। ਕਿਸੇ ਨੇ ਦੱਸਿਆ ਕਿ ਡਾਇਬਟਿਕ ਜਿਹੜਾ ਪੇਸ਼ੈਂਟ ਹੈ, ਜਾਂ ਫਿਰ ਚੁਕੰਦਰ ਦਾ ਜੂਸ ਫਾਇਦੇਮੰਦ ਆ ਜਾਂ ਵਧੀਆ, ਜਾਂ ਫਿਰ ਡਾਇਬਟਿਕ ਪੇਸ਼ੈਂਟ ਉਹ ਵੀ ਪੀ ਸਕਦਾ। ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਕਿਡਨੀਆਂ ਨੂੰ ਸਾਫ਼ ਕਰਨ ਵਾਸਤੇ, ਜਿੱਦਾਂ ਤੁਸੀਂ ਦੱਸਿਆ ਜੀ। ਤੇ ਉਸ ਤੋਂ ਪਹਿਲਾਂ ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਏਵਨ ਟੈਕਸੀ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ 905 453 6666।
ਆਨੰਦ ਟਾਇਰ 416 829 82 81, ਏਐਸ ਸੀਟਿੰਗ ਅਮਰੀਕ ਸੰਧੂ 416 803 80 53, ਭੁੱਲਰ ਆਫਿਸ 905 564 32 30, ਲਵ ਤੰਦੂਰੀ 905 450 0000। ਇੱਥੇ ਤੁਸੀਂ ਬੈਠ ਕੇ ਖਾਣਾ ਖਾਣਾ ਚਾਹੁੰਦੇ ਹੋ, ਘਰ ਲਿਆਉਣਾ ਚਾਹੁੰਦੇ ਹੋ, ਮਠਿਆਈ ਘਰ ਲਿਆਉਣੀ ਚਾਹੁੰਦੇ ਹੋ ਤਾਂ ਡੈਫੀਨੇਟਲੀ ਜ਼ਰੂਰ ਤੁਸੀਂ ਜਾਓ। ਜੇ ਛੋਟੀ ਵੱਡੀ ਪਾਰਟੀ ਵੀ ਕਰਨੀ ਹੈ ਤੇ ਤੁਹਾਡੇ ਵਾਸਤੇ ਛੋਟਾ ਜਿਹਾ ਹਾਲ ਇਹਨਾਂ ਦੇ ਕੋਲ ਉਪਲਬਧ ਹੈ, ਭਾਵ ਤੁਸੀਂ ਉੱਥੇ ਪਾਰਟੀ ਕਰ ਸਕਦੇ ਹੋ ਤੇ ਪੂਰੇ ਦਾ ਪੂਰਾ ਸਮਾਨ ਇਹਨਾਂ ਦੇ ਕੋਲ ਅਵੇਲੇਬਲ ਹੈ। 905 450 0000 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਚਰਨ ਸਿੰਘ ਰਾਏ 416 ਪੂਰਾ 499 97 ਅੱਗੇ ਜਾ ਕੇ ਇਹਨਾਂ ਨਾਲ ਗੱਲਬਾਤ ਆਪਾਂ ਕਰਾਂਗੇ। ਪਰਜਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਨੀ 416 697 9306 ਦੇ ਉੱਤੇ ਹੋਮ ਲਾਈਫ ਹਾਈ ਸਟੈਂਡਰਡ G1 ਰਿਐਲਟੀ ਇੰਕ ਨਾਲ ਕੰਮ ਕਰਦੇ ਨੇ। ਤੁਸੀਂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਜਾਂ ਪ੍ਰੀ ਕੰਸਟਰਕਸ਼ਨ ਪ੍ਰਾਪਰਟੀਆਂ ਦੀ ਜਾਣਕਾਰੀ ਲੈਣੀ ਚਾਹੁੰਦੇ ਤਾਂ ਡੈਫੀਨੇਟਲੀ ਇਹਨਾਂ ਨਾਲ ਸੰਪਰਕ ਕਰੋ। 416 697 9306 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 905 874 33 33 ਰੂਬਲ ਸਾਹਿਬ ਨਾਲ ਗੱਲਬਾਤ ਹੋ ਰਹੀ ਹੈ। ਦੇਸੀ ਖਾਓ, ਰੋਗ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਇਹਨਾਂ ਜੜੀ ਬੂਟੀਆਂ ਵਿੱਚ ਹੈ। ਜੜੀ ਬੂਟੀਆਂ ਤੁਹਾਡੇ ਲਈ ਕਿਵੇਂ ਕਾਰਗਰ ਸਿੱਧ ਹੁੰਦੀ ਹੈ, ਸਾਡੀ ਤੁਹਾਡੀ ਗੱਲਬਾਤ ਚੱਲ ਰਹੀ ਹੈ ਰੂਬਲ ਸਾਹਿਬ ਦੇ ਨਾਲ। ਰੂਬਲ ਸਾਹਿਬ, ਤੁਸੀਂ ਲਾਸਟ ਵੀਕ ਜਿਹੜਾ ਦੱਸਿਆ ਕੁਐਸਚਨ, ਉਹਦਾ ਆਨਸਰ ਗਾਂ ਫਾਰਵਰਡ ਕੀਤਾ, ਉਹਨੇ ਮੰਗ ਰਹੇ ਨੇ ਕੁਐਸਚਨ। ਹਾਂਜੀ, ਦੇਖੋ ਜਿਵੇਂ ਅਸੀਂ ਪਹਿਲਾਂ ਹੀ ਕਿਹਾ ਹੈਗਾ ਆ ਕਿ ਜਿਹੜੇ ਸ਼ੂਗਰ ਵਾਲੇ ਪੇਸ਼ੈਂਟਸ ਹੁੰਦੇ ਹੈਗੇ ਆ ਉਹਨਾਂ ਨੂੰ ਫਰੂਟਸ ਖਾਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ, ਭਾਵੇਂ ਕਿ ਐਲੋਪੈਥਿਕ ਡਾਕਟਰਸ ਜਿਹੜੇ ਹੈਗੇ ਆ ਉਸ ਨੂੰ ਚੀਜ਼ ਨੂੰ ਗਰੇਜ਼ ਕਰਨ ਨੂੰ ਕਹਿੰਦੇ ਆ। ਪਰ ਆਯੁਰਵੈਦਿਕ ਜਿਹੜੇ ਆ ਕੋਈ ਵੀ ਪ੍ਰੈਕਟੀਸ਼ਨਰ ਜਿਹੜੇ ਹੋਣਗੇ ਉਹ ਤੁਹਾਨੂੰ ਕਦੀ ਵੀ ਫਰੂਟ ਖਾਣ ਤੋਂ ਰੋਕਣਗੇ ਨਹੀਂ। ਸੋ ਡੈਫੀਨੇਟਲੀ ਜਿਹੜੀ ਆ ਤੁਸੀਂ ਇਸ ਚੀਜ਼ ਨੂੰ ਲੈ ਸਕਦੇ ਹੈਗੇ, ਉਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਬਸ਼ਰਤੇ ਕਿ ਫਰੂਟ ਦੇ ਨਾਲ ਕੋਈ ਹੋਰ ਚੀਜ਼ ਜਿਹੜੀ ਆ ਉਹ ਨਹੀਂ ਖਾਧੀ ਜਾਣੀ ਚਾਹੀਦੀ। ਵੈਸੇ ਜੇ ਸ਼ੂਗਰ ਦੇ ਪੇਸ਼ੈਂਟ ਹੋ ਤੁਸੀਂ, ਤੁਹਾਨੂੰ ਵੈਸੇ ਵੀ ਜਿਹੜੀਆਂ ਕਿ ਹਾਈ ਗਲਾਈਸੈਮਿਕ ਇੰਡੈਕਸ ਫੂਡ ਜਿਹੜੇ ਜ਼ਿਆਦਾ ਹੁੰਦੇ ਹੈਗੇ ਆ, ਜਿਨ੍ਹਾਂ ਦੇ ਵਿੱਚ ਕਾਰਬੋਹਾਈਡਰੇਟਸ ਆ, ਜਿਨ੍ਹਾਂ ਦੇ ਵਿੱਚ ਸ਼ੂਗਰ, ਸਿੰਪਲ ਸ਼ੂਗਰ ਜਿਹੜੀ ਜ਼ਿਆਦਾ ਆ, ਉਹ ਤੁਹਾਨੂੰ ਅਵੋਇਡ ਕਰਨੇ ਚਾਹੀਦੇ। ਜਿਨ੍ਹਾਂ ਦੇ ਵਿੱਚ ਸਾਰੇ ਪ੍ਰੋਸੈਸਡ ਆਈਟਮਸ ਜਿਹੜੀਆਂ ਸੀਰੀਅਲਸ ਹੋ ਗਏ ਹੈ ਨਾ, ਜਾਂ ਡੱਬੇ ਵਾਲੀਆਂ ਬੰਦ ਚੀਜ਼ਾਂ ਜਿਹੜੀਆਂ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਜੇ ਸ਼ੂਗਰ ਜਿਹੜੀ ਉਹ ਹੈਗੀ ਆ। ਬਟ ਅਦਰ ਦੈਨ ਦੈਟ ਉਹਦੇ ਨਾਲ ਸ਼ੂਗਰ ਜਿਹੜੀ ਫਰੂਟ ਹੈਗਾ ਉਹਦੇ ਨਾਲ ਕੋਈ ਹੋਰ ਚੀਜ਼ ਜਿਹੜੀ ਉਹ ਨਹੀਂ ਲੈਣੀ ਚਾਹੀਦੀ। ਫਰੂਟ ਜਿਹੜੇ ਆ ਉਹ ਹਮੇਸ਼ਾ ਇਕੱਲੇ ਹੀ ਖਾਣੇ ਚਾਹੀਦੇ ਆ, ਉਹ ਇੱਕ ਸੈਪਰੇਟ ਮੀਲ ਹੋਣਾ ਚਾਹੀਦਾ ਆ, ਨਾ ਕਿ ਜੋ ਅਸੀਂ ਜਿੱਦਾਂ ਕਈ ਵਾਰੀ ਲੰਚ ਦੇ ਵਿੱਚ ਲੰਚ ਖਾਣ ਤੋਂ ਬਾਅਦ ਨਾਲ ਇੱਕ ਸੇਬ ਰੱਖਿਆ ਹੁੰਦਾ ਜਾਂ ਇੱਕ ਕੇਲਾ ਰੱਖਿਆ ਹੁੰਦਾ ਅਤੇ ਫਿਰ ਅਸੀਂ ਉਹ ਛਿੱਲ ਕੇ ਉਹ ਖਾਣਾ ਸ਼ੁਰੂ ਕਰ ਦਿੰਦੇ। ਉਹ ਬਹੁਤ ਗਲਤ ਇੱਕ ਪ੍ਰੈਕਟਿਸ ਹੈਗੀ ਆ, ਉਹ ਨਹੀਂ ਕਰਨਾ ਚਾਹੀਦਾ। ਫਰੂਟ ਜਿਹੜੇ ਹੈਗੇ ਆ ਉਹਨਾਂ ਨੂੰ ਸਾਨੂੰ ਨੋਰਮਲ ਫੂਡ ਦੇ ਨਾਲੋਂ ਸੈਪਰੇਟ ਹੀ ਹਮੇਸ਼ਾ ਖਾਣਾ ਚਾਹੀਦਾ ਹੈ। ਜੇ ਤੁਸੀਂ ਉਹਨੂੰ ਐਜ਼ ਏ ਸਨੈਕ ਦੀ ਤਰ੍ਹਾਂ ਖਾ ਸਕਦੇ ਹੈਗੇ ਹੋ 2 ਘੰਟੇ ਬਾਅਦ, ਹੈ ਨਾ, ਫੂਡ ਤੋਂ ਬਾਅਦ ਜਾਂ ਉਹ ਤੋਂ ਪਹਿਲਾਂ ਖਾ ਲਓ ਐਜ਼ ਏ ਸਨੈਕ ਦੀ ਤਰ੍ਹਾਂ, ਪਰ ਉਹਦੇ ਨਾਲ ਕੋਈ ਹੋਰ ਚੀਜ਼ ਜਿਹੜੀ ਆ ਉਹ ਕੰਬਾਈਨ ਨਹੀਂ ਕਰਨੀ ਚਾਹੀਦੀ। ਉਹ ਗਲਤ ਚੀਜ਼ ਹੈਗੀ ਆ। ਕਿਉਂਕਿ ਇਹ ਚੀਜ਼ਾਂ ਸਾਡੇ ਵਿੱਚ ਬਹੁਤ ਸਾਰੇ ਕਈ ਵਾਰ ਖਾਣਾ ਖਾਣ ਤੋਂ ਬਾਅਦ, ਜਿੱਦਾਂ ਤੁਸੀਂ ਦੱਸਿਆ, ਕਈ ਵਾਰੀ ਕਈ ਲੋਕ ਚਾਹ ਦੇ ਨਾਲ ਕੇਲਾ, ਐਪਲ ਵਗੈਰਾ ਇਹ ਚੀਜ਼ਾਂ ਖਾ ਲੈਂਦੇ ਨੇ ਤੇ ਉਹ ਕਹਿੰਦੇ ਵੀ ਕੋਈ ਪਚ ਜਾਂਦਾ, ਸੋ ਸਾਰਾ ਕੁਝ ਸੈੱਟ ਹੋ ਜਾਂਦਾ। ਚਾਹ ਦੇ ਨਾਲ ਜਾਂ ਰੋਟੀ ਦੇ ਨਾਲ ਤੁਸੀਂ ਕਦੀ ਵੀ ਤੁਸੀਂ ਕਹਿੰਦੇ ਫਰੂਟ ਵਗੈਰਾ ਨਾ ਖਾਓ। ਉਹ ਤੋਂ ਅੱਧਾ ਘੰਟਾ ਪਹਿਲਾਂ ਜਾਂ 2 ਘੰਟੇ ਬਾਅਦ ਵਿੱਚ ਸਨੈਕ ਦੇ ਤੌਰ ਤੇ ਵਿੱਚ ਵਿਚਾਲ ਜਦੋਂ ਤੁਸੀਂ ਭੁੱਖ ਲੱਗਦੀ ਹੈ ਉਸ ਵੇਲੇ ਉਹਨਾਂ ਚੀਜ਼ਾਂ ਨੂੰ ਯੂਜ਼ ਕਰ ਸਕਦੇ। ਪਾਣੀ ਦੀ ਥਾਂ ਤੇ ਤੁਸੀਂ ਫਰੂਟ ਵਗੈਰਾ ਜੇ ਪੀਣਾ ਖਾਣਾ ਜਾਂ ਉਹ ਤੁਸੀਂ ਪੀ ਸਕਦੇ। ਜੇ ਇਹਨਾਂ ਦਾ ਜੂਸ ਤਾਜ਼ਾ ਕੱਢ ਕੇ ਘਰੋਂ ਲਿਜਾ ਸਕਦੇ ਹੋ, ਉਹ ਤੁਸੀਂ ਯੂਜ਼ ਕਰ ਸਕਦੇ ਹੋ। ਦੇਖੋ ਘਰ ਵਾਲਾ ਜੂਸ ਜਿਹੜਾ ਜੇ ਤੁਸੀਂ ਲਿਜਾਣਾ, ਕਿਉਂਕਿ ਉਹ ਵੱਧ ਤੋਂ ਵੱਧ ਯੂਜਲੀ 3 ਕੁ ਘੰਟੇ ਹੀ ਨਿਕਲਦਾ ਹੁੰਦਾ, ਉਸ ਤੋਂ ਬਾਅਦ ਦੇ ਵਿੱਚ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਵੀ ਕੋਈ ਐਡੀ ਵਧੀਆ ਨਹੀਂ ਹੈ ਕਿ ਥਰੂ ਆਊਟ ਦਾ ਡੇ ਤੁਸੀਂ ਉਹੀ ਜੂਸ ਪੀਓ, ਕਿਉਂਕਿ ਉਹ ਤਾਂ ਫਰੈਸ਼ ਜਿਹੜਾ ਜੂਸ ਆ ਉਹ ਤਾਂ ਬੈਸਟ ਹੁੰਦਾ ਕਿ ਜਿੰਨੀ ਛੇਤੀ ਤੁਸੀਂ ਉਹਨੂੰ ਕੰਜ਼ਿਊਮ ਕਰ ਲਓ, ਪੀ ਲਓ, ਉਨਾ ਹੀ ਵਧੀਆ। ਪਰ ਉਹ ਪੂਰੀ ਦਿਹਾੜੀ ਤੇ ਉਹ ਪ੍ਰੈਕਟੀਕਲ ਵੀ ਹੈ ਨਹੀਂ ਰੱਖਣਾ ਉਹਨੂੰ, ਐਂਡ ਉਹ ਕੋਈ ਐਡੀ ਵਧੀਆ ਗੱਲ ਨਹੀਂ। ਫ੍ਰਿਜ ਵਿੱਚ ਰੱਖ ਲੈਂਦੇ, ਫ੍ਰਿਜ ਵਿੱਚ ਵੀ ਉਹ ਚੀਜ਼ ਫਿਰ ਨਹੀਂ ਰਹਿੰਦੀ ਤੁਹਾਡੇ ਹਿਸਾਬ ਨਾਲ। ਕਈ ਵਾਰੀ ਲੋਕਾਂ ਦਾ ਹੁੰਦਾ ਸਵੇਰ ਨੂੰ ਸਾਰੇ ਸੁੱਤੇ ਹੁੰਦੇ ਆ, ਮੈਂ ਫਰੈਸ਼ ਯੂਜ਼ ਕਰਨਾ ਹੋਵੇ ਤਾਂ ਉਸ ਵੇਲੇ ਫਿਰ ਆਵਾਜ਼ ਆਉਣੀ, ਆਵਾਜ਼ ਦੇ ਨਾਲ ਲੋਕ ਘਰ ਦੇ ਉੱਠ ਜਾਣਗੇ। ਰਾਤ ਨੂੰ ਜੂਸ ਕੱਢ ਕੇ ਫ੍ਰਿਜ ਵਿੱਚ ਕੇ ਰੱਖ ਕੇ ਲੈ ਜਾਂਦੇ ਨੇ, ਕੀ ਉਹ ਵੀ ਚੀਜ਼ ਗਲਤ ਹੈ ਫਿਰ? ਨਹੀਂ, ਉਹ ਵੀ ਨਹੀਂ ਸਹੀ। ਜਿਹੜਾ ਫਰੈਸ਼ ਫਰੂਟ ਜਿਹੜਾ ਹੁੰਦਾ ਹੈਗਾ ਆ ਉਹਨੂੰ ਹਮੇਸ਼ਾ ਤੁਹਾਨੂੰ ਜਿਹੜਾ ਫਰੈਸ਼ ਹੀ ਲੈਣਾ ਚਾਹੀਦਾ ਆ। ਉਹਨੂੰ ਠੰਡਾ ਨਾ ਕਰੋ ਤੁਸੀਂ, ਉਹਨੂੰ ਫ੍ਰਿਜ ਦੇ ਵਿੱਚ ਨਾ ਰੱਖੋ। ਉਹ ਕੋਈ ਸਹੀ ਚੀਜ਼ ਨਹੀਂ ਹੈ, ਕਿਉਂਕਿ ਰਾਈਟ ਵੇ ਜਿੱਦਾਂ ਤੁਸੀਂ ਫਰੂਟ ਲੈਂਦੇ ਹੈ, ਉਹਨੂੰ ਜੂਸ ਕੱਢਦੇ ਹੋ ਅਤੇ ਉਹਦੇ ਆਪਣੇ ਡਾਈਜੈਸਟਿਵ ਐਨਜ਼ਾਈਮਸ ਹੁੰਦੇ ਹੈਗੇ ਆ, ਜਿਹੜੇ ਕਿ ਜਦੋਂ ਫਰੂਟ ਦੇ ਅੰਦਰ ਹੈ ਅਤੇ ਉਹਨਾਂ 'ਚ ਆਕਸੀਡੇਸ਼ਨ ਨਹੀਂ ਹੁੰਦੀ, ਮਤਲਬ ਜਿਹੜੀ ਬਾਹਰਲੀ ਹਵਾ ਆ ਉਹ ਅੰਦਰ ਨਹੀਂ ਨਾ ਵੜ ਸਕਦੀ ਹੈਗੀ ਉਹਦੇ। ਪਰ ਜਿੱਦਾਂ ਹੀ ਅਸੀਂ ਜਦੋਂ ਅਸੀਂ ਸੇਬ ਨੂੰ ਕੱਟਦੇ ਹਾਂ ਤਾਂ ਸੇਬ ਕਾਲਾ ਹੋਣਾ ਸ਼ੁਰੂ ਹੋ ਜਾਂਦਾ,
ਉਹ ਹਵਾ ਹੈਗੀ ਹੈ ਲੱਗਣਾ ਜੀ। ਹਾਂਜੀ, ਉਹ ਆਕਸੀਡੇਸ਼ਨ ਉਹਨੂੰ ਆਪਾਂ ਕਹਿੰਦੇ ਹਾਂ ਨਾ। ਸੋ ਜਿੱਦਾਂ ਹੀ ਆਕਸੀਡੇਸ਼ਨ ਹੋਣੀ ਹੈ ਤੇ ਉਹ ਫਰੂਟ ਨੂੰ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ। ਤੇ ਹੁਣ ਇਮੈਜਿਨ ਕਰੋ, ਸਾਰਾ ਫਰੂਟ ਤਾਂ ਅਸੀਂ ਬਲੈਂਡ ਕਰ ਦਿੱਤਾ ਤੇ ਉਹਨੂੰ ਵਿੱਚ ਅਸੀਂ ਰੱਖਤਾ ਬਾਹਰ ਹਵਾ ਦੇ ਵਿੱਚ, ਚਾਹੇ ਉਹ ਫ੍ਰਿਜ ਦੇ ਅੰਦਰ ਹੈ ਚਾਹੇ ਬਾਹਰ ਹੈ, ਤੇ ਉਹਦੇ ਨਾਲ ਉਹ ਆਕਸੀਡੇਸ਼ਨ ਹੋਣੀ ਹੀ ਹੋਣੀ ਹੈਗੀ ਹੈ। ਸੋ ਆਕਸੀਡੇਸ਼ਨ ਦੇ ਨਾਲ ਉਹਦਾ ਡੈਮੇਜ ਹੋਣਾ ਹੀ ਹੋਣਾ ਆ। ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਆ ਕਿ ਜਦੋਂ ਤੁਸੀਂ ਜੂਸ ਲੈਂਦੇ ਹੋ, ਫਰੈਸ਼ ਕੱਢਦੇ ਹੋ, ਉਹ ਤੁਹਾਨੂੰ ਉਸੇ ਟਾਈਮ ਹੀ ਪੀਣਾ ਚਾਹੀਦਾ। ਸਭ ਤੋਂ ਬੈਸਟ ਟਾਈਮ ਜਿਹੜਾ ਉਹ ਉਹੀ ਹੈ। ਬਾਕੀ ਜਿਹੜਾ ਆ ਉਹ ਜੋ ਤੁਸੀਂ ਕਰਦੇ ਹੈਗੇ ਹੋ, ਉਹ ਕੋਈ ਉਹ ਐਡੀ ਵਧੀਆ ਪ੍ਰੈਕਟਿਸ 'ਚ ਨਹੀਂ ਆਏਗਾ, ਕਿਉਂਕਿ ਉਹਦੇ ਨਾਲ ਆਕਸੀਡੇਸ਼ਨ ਵੱਧਦੀ ਹੈਗੀ ਆ। ਇਸੇ ਕਰਕੇ ਤੁਸੀਂ ਦੇਖੋ ਕਿ ਜਿਹੜੇ ਅਸੀਂ ਸਟੋਰਾਂ ਤੋਂ ਜੂਸ ਲੈ ਕੇ ਆਉਂਦੇ ਹਾਂ, ਐਪਲ ਜੂਸ ਹੈ, ਔਰੰਜ ਜੂਸ ਹੈ, ਤੁਸੀਂ ਦੇਖੋਗੇ ਮਹੀਨਾ ਮਹੀਨਾ ਮਤਲਬ ਉਹਨਾਂ ਦੀ ਐਕਸਪਾਇਰੀ ਹੁੰਦੀ ਜ਼ਿਆਦਾ ਵੀ ਹੁੰਦੀ ਹੈਗੀ ਹੈ। ਫਿਰ ਉਹ ਪਤਾ ਨਹੀਂ ਕਿਹੜੇ ਵੇਲੇ ਉੱਥੇ ਪੈਕ ਹੋਏ, ਕਿਹੜੇ ਵੇਲੇ ਸਟੋਰ 'ਤੇ ਆਏ ਟਰੱਕਾਂ ਦੇ ਥਰੂ, ਹੈ ਨਾ, ਕਿਤੇ ਕਿਹੜੇ ਵੇਅਰ ਹਾਊਸਿਸ 'ਚ ਰਹੇ। ਫਿਰ ਤੁਸੀਂ ਘਰੇ ਵੀ ਲੈ ਕੇ ਆਉਣਾ, ਫਿਰ ਘਰੇ ਵੀ ਤੁਸੀਂ 20-25 ਦਿਨ, ਕਈ ਦਿਨ ਆਪਾਂ ਰੱਖੀ ਦਾ। ਸੋ ਉਹ ਜੂਸ ਨੂੰ ਮਤਲਬ ਉਹਦੀ ਸ਼ੈਲਫ ਲਾਈਫ ਵਧਾਉਣ ਵਾਸਤੇ ਉਹਨਾਂ ਨੂੰ ਪੈਸਚਰਾਈਜ਼ ਕੀਤਾ ਜਾਂਦਾ ਆ। ਪੈਸਚਰਾਈਜ਼ੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਜਿਹੜਾ ਜੂਸ ਹੈ ਉਹਨੂੰ ਪਹਿਲਾਂ ਬਹੁਤ ਹਾਈ ਹੀਟ 'ਤੇ ਗਰਮ ਕੀਤਾ ਜਾਂਦਾ, ਉਹਦੇ ਸਾਰੇ ਡਾਈਜੈਸਟਿਵ ਐਂਜ਼ਾਈਮਸ ਮਾਰ ਦਿੱਤੇ ਜਾਂਦੇ, ਅਤੇ ਫਿਰ ਜਿਹੜਾ ਹੈਗਾ ਹੈ ਉਹਨੂੰ ਬਹੁਤ ਠੰਡੇ ਟੈਂਪਰੇਚਰ ਦੇ ਉੱਤੇ ਰੱਖਿਆ ਜਾਂਦਾ, ਕੂਲ ਕੀਤਾ ਜਾਂਦਾ, ਅਤੇ ਫਿਰ ਉਹਦੇ ਵਿੱਚ ਹੋਰ ਕਈ ਤਰ੍ਹਾਂ ਦੇ ਐਡੀਟਿਵ ਪ੍ਰੀਜ਼ਰਵੇਟਿਵਸ ਵਗੈਰਾ ਜਿਹੜੇ ਉਹ ਐਡ ਕੀਤੇ ਜਾਂਦੇ। ਸੋ ਇਸੇ ਤਾਂ ਹੀ ਜਿਹੜੀਆਂ ਉਹ ਸ਼ੈਲਫ ਲਾਈਫ ਉਹਨਾਂ ਦੀ ਵੱਧਦੀ ਹੈਗੀ ਹੈ। ਪਰ ਨੈਚੁਰਲ ਦੇ ਵਿੱਚ ਨੇਚਰ ਜਿਹੜੀ ਚੀਜ਼ ਹੈਗੀ ਆ ਉਹਦੇ ਨਾਲ ਸਾਨੂੰ ਜੇ ਹੋ ਸਕਦਾ ਕਿ ਖਿਲਵਾੜ ਨਹੀਂ ਕਰਨਾ ਚਾਹੀਦਾ। ਫਰੂਟ ਜਿਹੜੇ ਹੈਗੇ ਆ ਤੁਸੀਂ ਘਰੇ ਲਿਆ ਕੇ ਉਹਨਾਂ ਦਾ ਜੂਸ ਕੱਢ ਸਕਦੇ ਹੈਗੇ ਹੋ, ਉਹ ਸਭ ਤੋਂ ਵਧੀਆ ਹੈਗਾ। ਈਵਨ ਕਿ ਗੁਰਪਾਲ ਜੀ, ਆਈਸਕ੍ਰੀਮ ਵੀ ਬੜੀ ਵਧੀਆ, ਫਰੋਜ਼ਨ ਫਰੂਟਸ ਜਿਹੜੇ ਹੈਗੇ ਆ, ਮੈਂ ਕਈ ਵਾਰੀ ਮਨ ਕਰਦਾ ਅਤੇ ਉਹ ਫਰੋਜ਼ਨ ਜਿਹੜੇ ਮੈਨੂੰ ਫਰੂਟ ਲੱਗਦਾ ਹੁਣ ਵੀ ਮਨ ਕਰਦਾ ਨਾ, ਕਈ ਵਾਰੀ ਗੱਲਬਾਤ ਕਰਦਾ ਬੰਦਾ ਹੋ ਜਾਂਦਾ ਜੀ। ਜੀ। ਸੋ ਕਈ ਵਾਰੀ ਕੀ ਹੈ ਕਿ ਜਿੱਦਾਂ ਫਰੂਟ ਕੋਈ ਲੈਟਸ ਸੇ ਵੀ ਪੱਕ ਰਿਹਾ ਜ਼ਿਆਦਾ, ਕੇਲਾ ਹੈ ਨਾ, ਅਤੇ ਉਹਨੂੰ ਤੁਸੀਂ ਉਹਦੇ ਪੀਸ ਕੱਟ ਕੇ ਅਤੇ ਜਾਂ ਹੋਰ ਵੀ ਫਰੂਟਸ ਨੂੰ ਪੀਸ ਦੇ ਵਿੱਚ ਕੱਟ ਕੇ ਅਤੇ ਉਹਨਾਂ ਨੂੰ ਫਰੀਜ਼ ਕਰ ਦਿਓ। ਹੁਣ ਫਰੀਜ਼ ਕਰਨ ਤੋਂ ਬਾਅਦ ਜਿਹੜਾ ਆ ਫਿਰ ਤੁਸੀਂ ਉਹਨੂੰ ਜਦੋਂ ਵੀ ਤੁਹਾਨੂੰ ਜ਼ਰੂਰਤ ਹੋਵੇ ਅਤੇ ਉਹ ਕੱਢ ਕੇ ਅਤੇ ਤੁਸੀਂ ਉਹ ਮਿਕਸੀ 'ਚ ਪਾ ਕੇ, ਬਸ ਸਾਰੀਆਂ ਮਿਕਸੀਜ਼ ਨਹੀਂ ਵਰਕ ਕਰਦੀਆਂ, ਵਾਈਟਾਮਿਕਸ ਜਿਹੜੀ ਮੈਂ ਰੱਖੀ ਹੋਈ ਹੈਗੀ ਹੈ, ਸੋ ਉਹ ਵਾਈਟਾਮਿਕਸ ਦੇ ਵਿੱਚ ਉਹ ਪਾ ਕੇ ਅਤੇ ਤੁਸੀਂ ਸਾਰਾ ਹੀ ਉਹਨੂੰ ਬਲੈਂਡ ਕਰ ਦੇਣਾ, ਅਤੇ ਉਹਨੇ ਉਹ ਬਿਲਕੁਲ ਆਈਸਕ੍ਰੀਮ ਦੀ ਤਰ੍ਹਾਂ ਐਕਚੁਅਲੀ ਉਹ ਬਣ ਜਾਂਦਾ ਹੈ। ਔਰ ਉਹਦਾ ਫਰੂਟ ਉਹ ਜਦੋਂ ਤੁਸੀਂ ਨਿਆਣਿਆਂ ਨੂੰ ਵੀ ਦਿੰਦੇ ਹੈਗੇ ਹੋ ਤਾਂ ਉਹਨਾਂ ਨੂੰ ਲੱਗਦਾ ਹੀ ਨਹੀਂ ਆ ਪਤਾ ਕਿ ਆਈਸਕ੍ਰੀਮ ਹੈ ਕਿ ਫਰੂਟ ਖਾਧੇ ਜਾ ਰਹੇ, ਅਤੇ ਉਹ ਮਿੱਠਾ ਵੀ ਉਹਦੇ ਵਿੱਚ ਹੁੰਦਾ ਆ, ਅਤੇ ਉਹ ਤੁਹਾਡੇ ਕੋਲ ਪਚ ਵੀ ਬੜਾ ਵਧੀਆ ਜਾਂਦਾ। ਸੋ ਮਤਲਬ ਫਰੂਟ ਜੇ ਖ਼ਰਾਬ ਹੋ ਰਿਹਾ ਤਾਂ ਉਹਨੂੰ ਇਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ, ਅਤੇ ਜੇ ਫਰੈਸ਼ ਫਰੂਟ ਹੈਗਾ ਹੈ ਤਾਂ ਉਹਨੂੰ ਤੁਸੀਂ ਐਜ਼ ਇਜ਼ ਖਾਓ, ਚਬਾ ਕੇ ਖਾਓ, ਉਹ ਸਭ ਤੋਂ ਬੈਸਟ ਹੁੰਦਾ ਹੈਗਾ। ਪਰ ਜੇ ਤੁਸੀਂ ਚਬਾ ਕੇ ਵੀ ਨਹੀਂ ਖਾ ਰਹੇ ਹੈਗੇ ਅਤੇ ਤੁਸੀਂ ਉਹਦਾ ਜੂਸ ਜੇ ਬਣਾ ਰਹੇ ਹੈਗੇ, ਅਤੇ ਜੂਸ ਨੂੰ ਮੇਕ ਸ਼ੋਰ ਕਿ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਕੰਜ਼ਿਊਮ ਕਰਨਾ ਹੁੰਦਾ, ਸੋ ਦੈਟ ਕਿ ਉਹ ਰੈਂਸਿਡ ਨਾ ਹੋਣਾ ਸ਼ੁਰੂ ਹੋ ਜਾਏ, ਖਰਾਬ ਨਾ ਹੋਣਾ ਸ਼ੁਰੂ ਹੋ ਜਾਏ। ਕਿਉਂਕਿ ਉਹਦੇ ਵਿੱਚ ਇਹ ਆ ਫਿਰ ਜਿੱਦਾਂ ਰੂਪ ਸਾਹਿਬ ਟਾਈਮਿੰਗ ਹੈ, ਤਾਂ ਕਈ ਸਾਡੇ ਭੈਣ ਭਰਾ ਜਿਹੜੇ ਸਵੇਰੇ ਕੰਮਾਂ ਤੇ ਜਾਂਦੇ ਆ, ਜਦੋਂ ਵੀ ਕੰਮ ਸ਼ੁਰੂ ਕਰਦੇ ਨੇ ਘਰੋਂ ਬ੍ਰੇਕਫਾਸਟ ਕਰਕੇ ਤੁਰੇ ਹੁੰਦੇ ਨੇ, ਜੇਕਰ ਉਹਦੇ ਵਿੱਚ ਆਪਣਾ ਜੱਗ ਜਾਂ ਗਲਾਸ ਜਾਂ ਮੱਗ ਕੋਈ ਵੀ ਉਹ ਲੈ ਕੇ ਜਾਂਦੇ ਨੇ, 2-3 ਘੰਟੇ ਬਾਅਦ ਖੋਹ ਤਾਂ ਪੈਂਦੀ ਹੈ, ਜਾਂ 10 ਮਿੰਟ ਦੀ 5 ਮਿੰਟ ਦੀ ਬ੍ਰੇਕ ਮਿਲਦੀ ਆ, ਉਸ ਵੇਲੇ ਤੁਸੀਂ ਉਹਦਾ ਸੇਵਨ ਕਰ ਲਓ। ਤਾਂ ਜਾਂ ਫਿਰ ਬੱਚਿਆਂ ਨੂੰ ਜਦੋਂ ਸਕੂਲੋਂ ਲੈ ਕੇ ਆਉਣਾ ਤੇ ਉਸ ਵੇਲੇ ਫਰੈਸ਼ ਬਣਾ ਕੇ ਰੱਖੋ, ਬੱਚਿਆਂ ਨੂੰ ਉਦੋਂ ਤੋਂ ਹੀ ਜੂਸ ਦੇ ਦਿਓ, ਤੇ ਠਹਿਰ ਕੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ। ਵਧੀਆ ਟਾਈਮਿੰਗ ਇਹ ਹੋ ਸਕਦੀ ਫਿਰ ਵਿੱਚ। ਹਾਂਜੀ ਹਾਂਜੀ, ਬਿਲਕੁਲ। ਹਰ ਇੱਕ ਚੀਜ਼ ਹੋ ਸਕਦੀ ਹੈਗੀ ਹੈ ਜੇ ਅਸੀਂ ਚਾਹੀਏ ਤਾਂ, ਕਿਉਂਕਿ ਉਹੀ ਮੇਨ। ਜੀ ਜੀ, ਕਿਉਂਕਿ ਸਵੇਰੇ ਹੁਣ ਕਈ ਲੋਕ ਹੈਗੇ ਜੀ, ਅਸੀਂ ਤਾਂ ਜੀ ਬ੍ਰੇਕਫਾਸਟ ਕਰੀਦਾ ਹੀ ਹੈ ਨਹੀਂ, ਅਸੀਂ ਤਾਂ ਉੱਠੀ ਦਾ ਹੀ ਲੇਟ ਹੈ ਜੀ, ਜਾਂ ਤਾਂ ਇਹਨੂੰ ਟਾਈਮ ਹੀ ਹੈ ਨਹੀਂ। ਪਰ ਜੇ ਉਸ ਹਿਸਾਬ ਦਾ ਟਾਈਮ ਤੁਸੀਂ ਸਵੇਰੇ ਜਾਂ ਰਾਤ ਨੂੰ ਛੇਤੀ ਸੌਂ ਜਾਵੋ। ਪਰ ਹੁਣ ਕਈ ਵਾਰੀ ਕਈ ਲੋਕ ਉਹ ਫਸੇ ਹੀ ਇਸ ਤਰੀਕੇ ਦੇ ਹੁੰਦੇ ਹੈਗੇ ਆ ਕਿ ਹਸਬੈਂਡ ਰਾਤ ਦੀ ਜੋਬ ਕਰ ਰਹੇ ਆ, ਵਾਈਫ ਦਿਨ ਦੀ ਜੋਬ ਕਰ ਰਹੇ ਆ, ਉਹ ਡਿਊਟੀਜ਼ ਵੰਡੀਆਂ ਹੁੰਦੀਆਂ ਹਨ। ਸੋ ਉਹ ਮਤਲਬ ਹਰ ਇੱਕ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਆ। ਪਰ ਫਿਰ ਵੀ ਇਸ ਲਾਈਫ ਸਟਾਈਲ ਦੇ ਵਿੱਚ ਮੈਂ ਨਹੀਂ ਮੰਨਦਾ ਕਿ ਇੰਨੇ ਕੁ ਤੁਸੀਂ ਬਿਜ਼ੀ ਹੈਗੇ ਹੋ ਕਿ ਤੁਸੀਂ ਰੋਟੀ ਪਾਣੀ ਨੂੰ ਸਹੀ ਤਰੀਕੇ ਦੇ ਨਾਲ ਖਾ ਨਹੀਂ ਸਕ ਰਹੇ। ਉਹ ਜੇ ਤੁਸੀਂ ਖਾ ਨਹੀਂ ਪਾ ਰਹੇ, ਜਿਹੜੀ ਨਾ ਬੇਸ਼ੱਕ ਨਾਈਟ ਸ਼ਿਫਟ ਕਰੋ, ਚਾਹੇ ਮਾਰਨਿੰਗ ਕਰੋ, ਚਾਹੇ ਜਿਹੜੀ ਮਰਜ਼ੀ ਸ਼ਿਫਟ ਕਰੋ, ਉਹਦੇ ਵਿੱਚ ਟਾਈਮ ਤਾਂ ਤੁਹਾਡੇ ਕੋਲ ਉਹੀ ਹੈ ਨਾ। 8 ਘੰਟੇ ਦੀ ਸ਼ਿਫਟ ਲਾਓਗੇ ਜਾਂ 12 ਘੰਟੇ ਹੀ ਲਾਓਗੇ, ਉਹਦੇ ਵਿੱਚ ਤੁਸੀਂ ਆਪਣਾ ਸਕੈਜੂਲ ਸੈੱਟ ਕਰ ਸਕਦੇ ਹੋ, ਕਿਹੜੇ ਟਾਈਮ ਮੈਂ ਕੀ ਖਾਦਾ, ਕਿਹੜੇ ਟਾਈਮ 'ਚ ਕੀ ਕਿੱਦਾਂ ਖਾਣਾ, ਸਾਰੀ ਚੀਜ਼ ਸੈਟਿੰਗ ਹੋ ਸਕਦੀ। ਇਹ ਤਾਂ ਬਹਾਨੇ ਜਿਵੇਂ ਟਾਈਮ ਹੈ ਨਹੀਂ, ਐਕਸਕਿਊਜ਼ ਹੋਵੇਗਾ। ਇਹ ਹਾਂਜੀ, ਇਹ ਐਕਸਕਿਊਜ਼ ਹੀ ਹੁੰਦਾ ਹੈਗਾ ਆ ਕਿ ਵੀ ਜੇ ਅਸੀਂ ਬਾਹਰੋਂ ਹੀ ਖਾ ਰਹੇ ਹੈਗੇ ਆ ਜਾਂ ਬਾਹਰੋਂ ਹੀ ਕਰ ਰਹੇ ਹੈਗੇ ਆ। ਸੋ ਜੇ ਬਾਹਰੋਂ ਵੀ ਲਾਈਕ ਸਾਈਡ ਬਾਹਰ ਦਾ ਵੀ ਫੂਡ ਅਤੇ ਘਰ ਦਾ ਫੂਡ ਕੋਈ ਐਡਾ ਉਹਦੇ ਵਿੱਚ ਬੜਾ ਫਰਕ ਨਹੀਂ ਰਿਹਾ ਹੁਣ ਇਸ ਜ਼ਮਾਨੇ ਦੇ ਵਿੱਚ, ਕਿਉਂਕਿ ਹਰ ਇੱਕ ਚੀਜ਼ ਦਾ ਫੂਡ ਸੋਰਸ ਤਾਂ ਉਹੀ ਹੈ ਨਾ। ਸੋ ਬਾਹਰ ਦੀਆਂ ਵੀ ਚੀਜ਼ਾਂ ਜਿਹੜੀਆਂ ਹੈਗੀਆਂ, ਜੇ ਤੁਸੀਂ
ਫੋਰ ਐਗਜ਼ਾਮਪਲ ਕਿਤੋਂ ਬਾਹਰੋਂ ਵੀ ਲੈਣਾ ਤੇ ਉਹਦੇ ਅੱਜ ਕੱਲ੍ਹ ਤਾਂ ਉਹਨਾਂ ਨੇ ਵੀ ਸੈਲਡ ਰੱਖੇ ਹੋਏ ਆ ਹੈ ਨਾ। ਸੋ ਸਾਰਾ ਕੁਛ ਐਵਰੀਥਿੰਗ ਜਾ। ਜੀ ਜੀ ਕੋਈ ਸੋ ਉਹ ਤਾਂ ਤੁਹਾਡੇ ਤੇ ਹੈ ਨਾ। ਹੁਣ ਸੈਲਡ ਵੀ ਉੱਥੇ ਪਿਆ ਪਰ ਆਪਾਂ ਕਹਿੰਦੇ ਨਹੀਂ ਯਾਰ ਇਹ ਪ੍ਰੋਟੀਨ ਹੋਵੇ ਨਾਲ ਤੇ ਜ਼ਿਆਦਾ ਵਧੀਆ। ਉਹਦੇ ਵਿੱਚ ਫਿਰ ਤੁਸੀਂ ਰੂਬਲ ਸਾਹਿਬ ਪਾਣੀ ਮੂੰਹ ਦੇ ਵਿੱਚ ਲਿਆਈ ਜਾ ਰਹੇ ਵੀ ਨਾਲ ਲੱਗਦੀ ਆਹ ਚੀਜ਼ ਵੀ ਕਰੋ, ਸਟੋਰਾਂ ਵਾਲਿਆਂ ਦੀ ਵਿਕਰੀ ਕਰਾ ਰਹੇ ਜ਼ਿਆਦਾ। ਚਲੋ ਹੋਣੀ ਜੀ ਚਾਹੀਦੀ, ਕਾਫੀ ਬਿਜ਼ਨਸ ਘਟੇ ਨੇ ਡੈਫੀਨੇਟਲੀ, ਤੇ ਸੋ ਹੋ ਸਕਦਾ ਐਪਰੀਸ਼ੀਏਟ ਕਰਨ ਇਸ ਤਰੀਕੇ ਨੇ ਸਾਨੂੰ। ਸੋ ਇਹ ਜਿਹੜੀ ਮਤਲਬ ਜਿਹੜੀ ਸਾਡੀ ਜੀਭ ਦਾ ਸਵਾਦ ਹੈ ਜਿਹਦੇ ਕਰਕੇ ਅਸੀਂ ਕਈ ਤਰੀਕੇ ਦੀਆਂ ਬਿਮਾਰੀਆਂ ਜਿਹੜੀਆਂ ਉਹ ਸਹੇੜੀਆਂ ਹੋਈਆਂ ਹੈਗੀਆਂ। ਐਂਡ ਬੋਡੀ ਜਿਹੜੀ ਆ ਬੜੀ ਸਿੰਪਲ ਹੈ, ਉਹਨੂੰ ਇੰਨੀ ਕੰਪਲੀਕੇਟਡ ਚੀਜ਼ਾਂ ਚਾਹੀਦੀਆਂ ਹੀ ਹੈ ਨਹੀਂ ਕਿ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਹੋਣ ਹੈ ਨਾ। ਕਿਉਂਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤਾਂ ਇੱਕ ਮੈਨੂਫੈਕਚਰ ਵਾਸਤੇ ਬਣਾਈਆਂ ਗਈਆਂ, ਝਾੜ ਜ਼ਿਆਦਾ ਲੈਣ ਵਾਸਤੇ। ਪਰ ਨੈਚੁਰਲੀ ਤੌਰ ਦੇ ਉੱਤੇ ਤਾਂ ਸਾਡੀ ਬਾਡੀ ਨੂੰ ਐਡੀ ਕੰਪਲੈਕਸ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਹੈ। ਉਹਨੂੰ ਸਿੰਪਲ ਫੂਡ ਚਾਹੀਦਾ ਹੈਗਾ ਆ, ਨੈਚੁਰਲ ਫੂਡ ਚਾਹੀਦਾ ਹੈਗਾ ਆ, ਉਹ ਰੀਜਨਲ ਫੂਡ ਚਾਹੀਦਾ ਹੈਗਾ। ਜਿਸ ਇਲਾਕੇ 'ਚ ਅਸੀਂ ਰਹਿੰਦੇ ਆ ਉਹਦਾ ਫੂਡ ਜਿਹੜਾ ਉਹ ਸਾਨੂੰ ਚਾਹੀਦਾ ਹੁੰਦਾ, ਅਤੇ ਉਹਨੂੰ ਅਸੀਂ ਇੰਨਾ ਕੁ ਅੱਛਾ ਰੂਬਲ ਇੰਡਸਟਰੀਅਲਾਈਜ਼ ਸਾਹਿਬ, ਜਿੱਦਾਂ ਕਰਤਾ। ਤੁਸੀਂ ਇਲਾਕੇ ਦੀ ਗੱਲਬਾਤ ਕੀਤੀ ਹੈ, ਬਹੁਤੇ ਲੋਕ ਕਹਿੰਦੇ ਸੀ ਇੰਡੀਆ ਤੋਂ ਆ ਕੇ ਸਾਡਾ ਖਾਣ ਪੀਣ ਚੇਂਜ ਹੋ ਗਿਆ ਤਾਂ ਇੱਦਾਂ ਕਈ ਇੰਡੀਆ ਦੀਆਂ ਦਵਾਈਆਂ ਜਾਂ ਇੰਡੀਆ ਦੀਆਂ ਚੀਜ਼ਾਂ ਜਾਣੀ ਕਿ ਉਹੀ ਵਰਤਦੇ ਆ। ਤੁਹਾਡੇ ਕਹਿਣ ਦਾ ਮਤਲਬ ਜਿਹੜੀ ਚੀਜ਼ ਜਿਸ ਇਲਾਕੇ ਵਿੱਚ ਰਹਿੰਦੇ ਹੋਈ ਉਹ ਚੀਜ਼ ਦੀ ਵਰਤੋਂ ਕੀਤੀ ਜਾਵੇ, ਸਾਨੂੰ ਮੱਚ ਬੈਟਰ, ਕਿਉਂ ਇਨਵਾਇਰਮੈਂਟ ਉੱਥੇ ਦਾ ਸਾਡੇ ਉੱਤੇ ਇਫੈਕਟ ਕਰਦਾ ਹੁੰਦਾ। ਜੀ ਬਿਲਕੁਲ 100% ਉਹ ਇੱਦਾਂ ਹੀ ਹੁੰਦਾ। ਬਟ ਅਗੇਨ ਪ੍ਰੋਬਲਮ ਫਿਰ ਉੱਥੇ ਹੀ ਹੈ ਕਿ ਹੁਣ ਜੇ ਅਸੀਂ ਇੱਥੇ ਦੀ ਗੱਲ ਕਰਦੇ ਹੈਗੇ ਆ, ਪਰ ਹੁਣ ਇੱਥੇ ਉਹ ਹਰ ਇੱਕ ਚੀਜ਼ ਇੰਡਸਟਰੀਅਲਾਈਜ਼ ਹੀ ਇੰਨੀ ਹੋ ਗਈ ਕਿ ਉਹ ਵੀ ਇੱਕ ਜਿਹੜਾ ਇੱਕ ਸਿਧਾਂਤ ਹੈ ਉਹ ਵੀ ਕਈ ਵਾਰੀ ਉਹ ਲਾਗੂ ਨਹੀਂ ਹੋ ਪਾਉਂਦਾ। ਕਿਉਂਕਿ ਉਹ ਜਿੱਥੇ ਹੁਣ ਅਸੀਂ ਆਏ ਹੋਏ ਹਾਂ ਇੱਥੇ ਸਗੋਂ ਉਹ ਜੈਨੇਟਿਕਲੀ ਮੋਡੀਫਾਈਡ ਜ਼ਿਆਦਾ ਹੈਗੀਆਂ ਚੀਜ਼ਾਂ ਕੰਪੇਅਰ ਟੂ ਇੰਡੀਆ, ਪਾਕਿਸਤਾਨ ਜਾਂ ਹੋਰ ਉੱਧਰਲੀਆਂ ਕੰਟਰੀਆਂ। ਉਹ ਅਜੇ ਵੀ ਜਿਹੜੀਆਂ ਆ ਉਹ ਜ਼ਿਆਦਾ ਠੀਕ ਆ। ਇੱਥੇ ਦਾ ਜਿਹੜਾ ਹੈਗਾ ਆ ਉਹ ਬਹੁਤ ਜ਼ਿਆਦਾ ਇੰਡਸਟਰੀਅਲਾਈਜੇਸ਼ਨ ਹੈ, ਉਹਦੇ ਕਰਕੇ ਫੂਡ ਜਿਹੜੀ ਚੇਨ ਹੈ ਉਹ ਸਾਰੀ ਦੀ ਸਾਰੀ ਖਰਾਬ ਹੋਈ ਪਈ ਹੈਗੀ ਆ। ਉਹਦੀ ਵਜ੍ਹਾ ਦੇ ਕਰਕੇ ਤੁਸੀਂ ਦੇਖੋ ਕਿ ਕਿੰਨੇ ਬੜੀ ਵਾਰੀ ਅਸੀਂ ਗੱਲ ਕੀਤੀ ਕਿ ਕਿੰਨੇ ਕੈਂਸਰ ਦੇ ਪੇਸ਼ੈਂਟਸ ਜਿਹੜੇ ਹੈਗੇ ਆ ਉਹ ਨਿਕਲ ਰਹੇ ਹੈਗੇ ਆ। ਉਹ ਸਾਰੇ ਦਾ ਸਾਰਾ ਜਿਹੜਾ ਆ ਦਾਰੋ ਮਦਾਰ ਸਾਡੀ ਬਾਡੀ ਦੇ ਉੱਤੇ ਜਿਹੜਾ ਅਸੀਂ ਅਨਨੈਸੈਸਰੀ ਸਟ੍ਰੈਸ ਪਾ ਰਹੇ ਹੈਗੇ ਆ, ਚਾਹੇ ਉਹ ਫੂਡ ਦੇ ਨਾਲ ਰਿਲੇਟਡ ਹੈ, ਚਾਹੇ ਉਹ ਡਾਇਟ ਦੇ ਨਾਲ ਰਿਲੇਟਡ ਹੈ, ਚਾਹੇ ਉਹ ਸਾਡੀ ਲਾਈਫ ਸਟਾਈਲ ਦੇ ਨਾਲ ਰਿਲੇਟਡ ਹੈ। ਇਹ ਸਾਰੀਆਂ ਚੋਇਸਿਸ ਜਿਹੜੀਆਂ ਆ ਉਹ ਜਾ ਕੇ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਡੀ ਨੂੰ ਸਟ੍ਰੈਸ ਦਿੰਦੀਆਂ ਆ, ਜਿਹਦੀ ਵਜ੍ਹਾ ਦੇ ਕਰਕੇ ਬਾਡੀ ਦਾ ਇਮਿਊਨ ਸਿਸਟਮ ਜਿਹੜਾ ਆ ਉਹ ਵੀਕ ਹੁੰਦਾ ਆ। ਜਦੋਂ ਇਮਿਊਨ ਸਿਸਟਮ ਵੀਕ ਹੋਏਗਾ ਉਹ ਸਭ ਤੋਂ ਪਹਿਲੀ ਸ਼ੁਰੂਆਤ ਹੁੰਦੀ ਹੈਗੀ ਆ ਤੁਹਾਡੇ ਕੈਂਸਰ ਡਿਵੈਲਪਮੈਂਟ ਹੋਣ ਦੇ ਵਿੱਚ ਫਿਊਚਰ ਦੇ ਵਿੱਚ। ਸੋ ਮਤਲਬ ਇਹ ਦੇਖੋ ਕਿ ਛੋਟੀਆਂ ਛੋਟੀਆਂ ਚੀਜ਼ਾਂ ਅੱਗੇ ਜਾ ਕੇ ਕਿਉਂਕਿ ਅਸੀਂ ਧਿਆਨ ਨਹੀਂ ਦੇ ਰਹੇ ਹੁੰਦੇ, ਉਹ ਅੱਗੇ ਜਾ ਕੇ ਜਿਹੜਾ ਉਹਦਾ ਕੁਝ ਨਾ ਕੁਝ ਹੋਰ ਹੀ ਬਣ ਜਾਂਦਾ। ਸੋ ਬਣ ਕੀ ਜਾਂਦਾ ਜਦੋਂ ਫਿਰ ਕਹਿੰਦੇ ਫਿਰ ਲਾਸਟ ਸਟੇਜ ਦੇ ਵਿੱਚ ਜੀ, ਉਸ ਵੇਲੇ ਜਾ ਕੇ ਦੱਸਦੇ ਲਾਸਟ ਸਟੇਜ ਦੇ ਵਿੱਚ ਜਿਹਦਾ ਕੋਈ ਟ੍ਰੀਟਮੈਂਟ ਨਹੀਂ, ਜਿੰਨੀ ਸੇਵਾ ਹੋ ਸਕਦੀ ਉਨੀ ਸੇਵਾ ਕਰ ਲਓ, ਅਸੀਂ ਕੁਛ ਨਹੀਂ ਕਰ ਸਕਦੇ। ਆਹ ਜਿਹੜੀਆਂ ਛੋਟੀ ਛੋਟੀਆਂ ਚੀਜ਼ਾਂ ਤੁਸੀਂ ਦੱਸੀਆਂ, ਇਹਨਾਂ ਚੀਜ਼ਾਂ ਦੇ ਨਾਲ ਜੇ ਪ੍ਰੀਕਾਸ਼ਨ ਲਿਆ ਜਾਵੇ ਤਾਂ ਬੰਦਾ ਜਾਣੀ ਕਿ ਲਾਸਟ ਸਟੇਜ ਤੱਕ ਜਾਣ ਤੋਂ ਪਹਿਲਾਂ ਹੀ ਬਚ ਜਾਂਦਾ। ਆਪਾਂ ਇਸ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ। ਦੱਸਦੀ ਕਿ ਪ੍ਰੋਗਰਾਮ ਦਾ ਹਿੱਸਾ ਜੇ ਤੁਹਾਡੀ ਸੇਵਾ ਵਿੱਚ ਮਨਿੰਦਰ ਸਿੰਘ ਮਾਨ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 905 696 7064 ਤੇ ਗੱਲਬਾਤ ਕੀਤੀ ਜਾ ਸਕਦੀ। ਮਨਜੀਤ ਕੌਰ ਚੀਮਾ ਰੀਮੇਕਸ ਬੋਰਡ ਨਾਲ ਕੰਮ ਕਰਦੇ ਨੇ। ਪ੍ਰਾਪਰਟੀ ਵੇਚਣੀ ਹੋਵੇ, ਖਰੀਦਣੀ ਹੋਵੇ, ਸਲਾਹ ਮਸ਼ਵਰਾ ਲੈਣਾ ਹੋਵੇ, ਜਾਂ ਇਹਨਾਂ ਵੱਲੋਂ ਲਿਸਟ ਕੀਤੀਆਂ ਪ੍ਰਾਪਰਟੀਆਂ ਜਿਨ੍ਹਾਂ ਦੇ ਉੱਤੇ ਅੱਜ ਕੱਲ੍ਹ ਇਹਨਾਂ ਵੱਲੋਂ ਓਪਨ ਹਾਊਸ ਲਗਾਏ ਜਾ ਰਹੇ ਨੇ, ਕਾਲ ਕਰ ਸਕਦੇ ਹੋ ਮਨਜੀਤ ਕੌਰ ਚੀਮਾ ਨੂੰ 416 357 9965। SMS ਜਸਟਿਕ 647 ਪੂਰਾ 520 19। ਆਲ ਕਾਇੰਡ ਫਰਨੀਚਰ ਦੇ ਅਜਮੇਰ ਸਿੰਘ 416 741 4686। ਮਨਪਸੰਦ ਦਾ ਫਰਨੀਚਰ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ। ਘਰ ਵਿੱਚ ਰੱਖਣਾ ਹੋਵੇ, ਕਮਰਸ਼ੀਅਲ ਅਦਾਰੇ ਵਿੱਚ ਰੱਖਣਾ ਹੋਵੇ, ਲੇਆਊਟ ਕੀਤਾ ਹੋਇਆ ਫਰਨੀਚਰ ਲੈਣਾ ਚਾਹੁੰਦੇ ਹੋ ਤੇ ਜਾਂ ਫਿਰ ਆਪਣੀ ਮਨਪਸੰਦ ਦਾ ਲੇਆਊਟ ਤੁਸੀਂ ਘਰ ਕਰਾਉਣਾ ਚਾਹੁੰਦੇ ਹੋ, 416 741 4686 ਤੇ ਸੰਪਰਕ ਕਰੋ। 10 ਹਫ਼ਤੇ ਕਾਲ ਤੁਸੀਂ ਆਪਣੇ ਲਈ, ਆਪਣੇ ਬੱਚਿਆਂ ਲਈ ਐਨਕਾਂ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ ਜਾਂ ਇਹਨਾਂ ਦੀ ਨਿਗਾਹ ਟੈਸਟ ਕਰਾਉਣੀ ਚਾਹੁੰਦੇ ਹੋ, ਡਾਕਟਰਾਂ ਦੀ ਟੀਮ ਦਾ ਪ੍ਰਬੰਧ ਹੁੰਦਾ ਹੈ। 905 455 3227 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਕਿਰਨਜੀਤ ਸਿੰਘ ਦੇ ਰਾਜਪੂਤ 647 273 2161 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। ਤੁਸੀਂ ਗੱਲਬਾਤ ਕਰਨੀ ਹੈ ਜੀ ਜੇਕਰ ਤੁਸੀਂ ਆਪਣੀ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਵਗੈਰਾ ਲੈਣੀ ਚਾਹੁੰਦੇ ਹੋ, ਬੱਚਿਆਂ ਦੇ ਐਜੂਕੇਸ਼ਨ ਪਲਾਨ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ, ਜਾਂ ਫਿਰ ਵੱਖਰੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਡੀਲ ਕਰਕੇ ਤੁਹਾਨੂੰ ਡਿਸਕਾਊਂਟ ਕਿਵੇਂ ਦਵਾ ਸਕਦੇ ਹੋ, ਕਿਰਨਜੀਤ ਸਿੰਘ ਰਾਜਪੂਤ 647 273 2161 ਤੇ ਗੱਲਬਾਤ ਕੀਤੀ ਜਾ ਸਕਦੀ। ਤੇ ਸ਼ਾਰਟ ਵਿੱਚ ਰੂਬਲ ਸਾਹਿਬ ਪਹਿਲਾਂ ਜਿਹੜਾ ਆਪਾਂ ਕੈਂਸਰ ਦੀ ਗੱਲਬਾਤ ਕੀਤੀ ਹੈ,
ਪਹਿਲੀ ਸਟੇਜ ਵਿੱਚ ਨਹੀਂ ਪਤਾ ਲੱਗਦਾ ਤਾਂ ਆਖਰੀ ਸਟੇਜ ਤੇ ਪਤਾ ਲੱਗਦਾ, ਤੇ ਆਖਰੀ ਸਟੇਜ ਤੇ ਜਦੋਂ ਪਤਾ ਲੱਗਦਾ ਤੇ ਕਾਫੀ ਦੇਰ ਹੋ ਜਾਂਦੀ ਹੈ। ਇਹਦੀ ਥੋੜੀ ਜਿਹੀ ਗੱਲਬਾਤ ਕਰ ਦਿਓ, ਉਸ ਤੋਂ ਬਾਅਦ ਅਗਲੀ ਕੁਐਸਚਨ ਜਿਹੜੇ ਆਪਾਂ ਅੱਗੇ ਕਰਦੇ। well ਦੇਖੋ ਮਤਲਬ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਸਾਡੀ ਬਾਡੀ ਦੇ ਅੰਦਰ ਜਿਹੜੀਆਂ ਉਹ ਬਣਦੀਆਂ ਰਹਿੰਦੀਆਂ ਤੇ ਚੱਲਦੀਆਂ ਰਹਿੰਦੀਆਂ ਹਰ ਇੱਕ ਸੈਕਿੰਡ ਐਜ਼ ਵੀ ਸਪੀਕ। ਮੇਰੀ ਬਾਡੀ ਦੇ ਅੰਦਰ, ਤੁਹਾਡੀ ਬਾਡੀ ਦੇ ਅੰਦਰ, ਜਿੰਨੇ ਲਿਸਨਰਸ ਸੁਣ ਰਹੇ ਆ, ਹਰ ਇੱਕ ਦੀ ਬਾਡੀ ਦੇ ਅੰਦਰ ਕੁਛ ਨਾ ਕੋਈ ਕੈਂਸਰ ਸੈਲਸ ਜਿਹੜੇ ਹੈਗੇ ਆ ਉਹ ਪੈਦਾ ਹੋ ਰਹੇ ਹੈਗੇ ਆ। ਪਰ ਥੈਂਕਸ ਟੂ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਇੰਨਾ ਕੁ ਵਧੀਆ ਵਰਕ ਕਰਦਾ ਕਿ ਉਹ ਨਾਲੋਂ ਨਾਲ ਹੀ ਉਹਨਾਂ ਨੂੰ ਖ਼ਤਮ ਕਰਦਾ ਰਹਿੰਦਾ। ਸਾਡੇ ਵਾਈਟ ਬਲੱਡ ਸੈਲਸ ਜਿਹੜੇ ਹੈਗੇ ਆ ਉਹ ਇਹਨਾਂ ਦੇ ਹਿੱਸੇ ਉਹ ਕੰਮ ਆਇਆ ਹੋਇਆ। ਸੋ ਪ੍ਰੋਬਲਮ ਉਦੋਂ ਆਉਂਦੀ ਹੈ ਕਿ ਜਦੋਂ ਕਿਉਂਕਿ ਸਾਡੀ ਬਾਡੀ ਦੇ ਅੰਦਰ ਜਿਹੜੇ ਸੈੱਲ ਹੈ ਨਾ, ਜਿੱਦਾਂ ਅਸੀਂ ਕਹੀਦਾ ਕਿ ਸੈੱਲਾਂ ਦੇ ਵਿੱਚ ਇੱਕ ਫੈਕਟਰੀ ਹੈ। ਸੈੱਲ ਦੇ ਵਿੱਚ ਉਹ ਸੈੱਲ ਜਦੋਂ ਬਣਦੇ ਹੈਗੇ ਆ ਤਾਂ ਉਹਨਾਂ 'ਚੋਂ ਖਰਾਬ ਵੀ ਪੀਸ ਬਣਦੇ ਆ। ਉਹ ਖਰਾਬ ਪੀਸ ਜਿੱਦਾਂ ਹੁਣ ਫੈਕਟਰੀ ਦੇ ਵਿੱਚ ਜਿੱਦਾਂ ਵਰਕਰ ਜਿਹੜਾ ਉਹ ਸਾਈਡ 'ਤੇ ਸਿੱਟੀ ਜਾਂਦਾ, ਇਸੇ ਤਰੀਕੇ ਸਾਡਾ ਇਮਿਊਨ ਸਿਸਟਮ ਜਿਹੜਾ ਉਹ ਸੈੱਲਾਂ ਨੂੰ ਬਾਹਰ ਸਿੱਟੀ ਜਾਂਦਾ। ਅਤੇ ਜੇ ਉਹ ਇਮਿਊਨ ਸਿਸਟਮ ਹੀ ਸਾਡਾ ਖਰਾਬ ਹੋ ਗਿਆ ਜਾਂ ਉਹ ਵੀਕ ਹੋ ਗਿਆ ਤਾਂ ਉਹ ਫਿਰ ਉਹ ਚੀਜ਼ ਨੂੰ ਕਰ ਨਹੀਂ ਸਕਦਾ। ਫਿਰ ਉਹ ਖਰਾਬ ਸੈੱਲ ਵੀ ਸਾਡੀ ਬਾਡੀ ਦੇ ਅੰਦਰ ਹੀ ਸਰਕੂਲੇਟ ਕਰਦੇ ਰਹਿੰਦੇ ਆ, ਜਿਹਦੇ ਕਰਕੇ ਫਿਰ ਉਹ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ ਕੈਂਸਰ ਵਰਗੀਆਂ। ਉਹ ਫਿਰ ਜਿੱਥੇ ਵੀ ਇੱਕ ਜਿਹੜੇ ਸੈੱਲ ਖਰਾਬ ਜਿਹੜੇ ਹੈਗੇ ਆ ਉਹ ਜਿੱਥੇ ਜ਼ਿਆਦਾ ਇੱਕ ਬੰਚ ਦੇ ਵਿੱਚ ਬਣ ਗਏ, ਉੱਥੇ ਜਿਹੜਾ ਹੈਗਾ ਆ ਫਿਰ ਉਹ ਟਿਊਮਰ ਬਣ ਜਾਂਦਾ। ਟਿਊਮਰ ਦੇ ਨਾਲ ਫਿਰ ਉਹ ਉਹਨੂੰ ਆਪਣੀ ਬਲੱਡ ਸਪਲਾਈ ਚਾਹੀਦੀ ਹੁੰਦੀ ਹੈ, ਸੋ ਫਿਰ ਉਹਨੂੰ ਅਸੀਂ ਮੈਟਾਸਟਸਿਸ ਕਿਹਾ ਜਾਂਦਾ। ਸੋ ਉਹਦੇ ਵਿੱਚ ਉਹਨੇ ਆਪਣੀ ਉਹ ਜਿਹੜੀ ਬਲੱਡ ਸਪਲਾਈ ਬਣਾ ਲੈਂਦਾ, ਆਪਣੀਆਂ ਆਰਟਰੀਜ਼, ਆਪਣੀ ਵੇਨਸ ਉਹਦੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਅੰਦਰ ਹੀ, ਅਤੇ ਉਹਦੇ ਨਾਲ ਫਿਰ ਜਿਹੜਾ ਉਹ ਅੱਗੇ ਤੋਂ ਅੱਗੇ ਫਿਰ ਉਹ ਵਧਣਾ ਸ਼ੁਰੂ ਹੋ ਜਾਂਦਾ। ਅਤੇ ਉਹ ਵਧਣ ਦੇ ਨਾਲ ਜਿਹੜੀ ਹੈਗੀ ਆ ਉਹ ਫਿਰ ਉਹ ਕਿਸੇ ਨਾ ਕਿਸੇ ਹੁਣ ਜੇ ਵੱਧ ਵੀ ਰਿਹਾ ਆ, ਪਰ ਜੇ ਉਹ ਕਿਸੇ ਚੀਜ਼ ਦੇ ਉੱਤੇ ਅਸਰ ਨਹੀਂ ਪਾ ਰਿਹਾ ਅਤੇ ਉਹਨੂੰ ਤੁਹਾਨੂੰ ਬਾਡੀ ਨੂੰ ਕਦੀ ਨਹੀਂ ਪਤਾ ਲੱਗਣਾ। ਅਤੇ ਜੇ ਉਹ ਬਹੁਤ ਛੋਟੀ ਜਿਹੀ ਜਗ੍ਹਾ 'ਤੇ ਆ ਜਿੱਥੇ ਕੋਈ ਨਾੜ ਪਿੰਚ ਕਰ ਰਹੀ ਹੈਗੀ ਆ ਉਹਦੀ ਵਜ੍ਹਾ ਦੇ ਕਰਕੇ, ਅਤੇ ਫਿਰ ਉਹਦੇ ਨਾਲ ਫਿਰ ਉਸ ਚੀਜ਼ 'ਤੇ ਦਰਦ ਹੁੰਦੀ ਹੈਗੀ ਹੈ। ਇਨ ਜਨਰਲ ਜਿਹੜੇ ਕੋਈ ਵੀ ਟਿਊਮਰ ਹੁੰਦਾ ਉਹ ਕਦੀ ਵੀ ਦਰਦ ਨਹੀਂ ਕੋਈ ਕਰਦਾ ਹੁੰਦਾ। ਦਰਦ ਸਿਰਫ ਉਦੋਂ ਹੁੰਦੀ ਹੈ ਜਦੋਂ ਕੋਈ ਸਰਾਊਂਡਿੰਗ ਟਿਸ਼ੂ ਜਾਂ ਸਰਾਊਂਡਿੰਗ ਕੋਈ ਨਾੜ ਜਿਹੜੀ ਹੈਗੀ ਆ ਉਹਨੂੰ ਪਿੰਚ ਕਰ ਗਈ, ਤਾਂ ਕਰਕੇ ਫਿਰ ਉਹ ਦਰਦ ਹੋਏਗੀ। ਅਦਰਵਾਈਜ਼ ਇਸੇ ਕਰਕੇ ਪਤਾ ਨਹੀਂ ਨਾ ਲੱਗਦਾ। ਕਹਿੰਦੇ ਵੀ ਦੇਖੋ ਜੀ ਚੌਥੀ ਸਟੇਜ 'ਚ ਜਾ ਕੇ ਪਤਾ ਲੱਗਾ। ਹਾਊ ਇਜ਼ ਇਟ ਪੋਸੀਬਲ? ਉਹ ਇਸੇ ਕਰਕੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਐਕਚੁਅਲੀ ਸਾਨੂੰ ਦਰਦ ਨਹੀਂ ਕੋਈ ਵੀ ਕਰਦੀਆਂ ਹੁੰਦੀਆਂ। ਹਾਂ, ਜਦੋਂ ਬਹੁਤ ਵੱਡੀ ਮਾਸ ਬਣ ਜਾਵੇ, ਅੰਦਰ ਵੱਡਾ ਟਿਊਮਰ ਬਣ ਜਾਵੇ, ਫਿਰ ਉਹਨੇ ਤਾਂ ਆਬਵੀਅਸਲੀ ਦਰਦ ਕਰਨੀ ਹੁੰਦੀ ਹੈਗੀ ਜੇ ਉਹਦੇ ਅੰਦਰ ਇਨਫੈਕਸ਼ਨ ਹੋ ਜਾਵੇ। ਕਿਉਂਕਿ ਰਿਮੈਂਬਰ ਉਹ ਸਾਡੀ ਬਾਡੀ ਦੇ ਨੈਚੁਰਲ ਸੈੱਲ ਨਹੀਂ ਹੁੰਦੇ। ਉਹ ਮਤਲਬ ਸੈੱਲ ਇਸ ਤਰੀਕੇ ਦੇ ਹੁੰਦੇ ਆ ਕਿ ਉਹਨਾਂ ਦਾ ਕੋਈ ਫੰਕਸ਼ਨ ਨਹੀਂ ਹੁੰਦਾ। ਉਹ ਬਸ ਜਿੱਥੇ ਬਹਿ ਗਏ ਬਸ ਉੱਥੇ ਬਹਿ ਗਏ, ਉਹਨਾਂ ਦਾ ਕੋਈ ਵੀ ਸਪੈਸੀਫਿਕ ਫੰਕਸ਼ਨ ਨਹੀਂ ਹੁੰਦਾ। ਉਹ ਡੀਐਨਏ ਦੇ ਵਿੱਚ ਬਾਡੀ ਰੈਗੂਲੇਟ ਕਰਦੀ ਹੈ ਕਿ ਕਿਹੜੇ ਸੈੱਲ ਦਾ ਕੀ ਫੰਕਸ਼ਨ ਹੋਣਾ ਚਾਹੀਦਾ। ਅਤੇ ਜਿਹੜੇ ਇਹ ਕੈਂਸਰ ਵਾਲੇ ਸੈੱਲ ਹੁੰਦੇ ਇਹਨਾਂ ਦੇ ਵਿੱਚ ਇਹੋ ਕੰਪੋਨੈਂਟ ਮਿਸਿੰਗ ਹੁੰਦਾ। ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਿ ਸਾਡੀ ਜੋਬ ਕੀ ਆ, ਅਸੀਂ ਕਰਨਾ ਕੀ ਆ। ਉਹਨਾਂ ਨੂੰ ਇਹਨਾਂ ਦਾ ਪਤਾ ਕਿ ਅਸੀਂ ਖਾਣਾ ਪੀਣਾ ਹੈ, ਐਨਰਜੀ ਲੈਣੀ ਹੈ, ਕਿੱਦਾਂ ਲੈਣੀ, ਉਹਨਾਂ ਨੂੰ ਇਹ ਵੀ ਪਤਾ ਹੁੰਦਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਮਕਸਦ ਕੀ ਹੈ। ਸੋ ਇਸੇ ਕਰਕੇ ਫਿਰ ਉਹ ਜਦੋਂ ਬਾਡੀ ਦੇ ਅੰਦਰ ਫਿਰ ਉਹ ਜ਼ਿਆਦਾ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਆ, ਉਹ ਫਿਰ ਅੱਗੇ ਜਾ ਕੇ ਟਿਊਮਰ ਦਾ ਰੂਪ ਧਾਰਨ ਕਰਦੇ ਹੈਗੇ ਆ। ਸੋ ਇਹ ਸਟੇਜਿਸ ਹੁੰਦੀਆਂ ਹੈਗੀਆਂ। ਇਹ ਕੋਈ ਇੱਦਾਂ ਨਹੀਂ ਹੈ ਕਿ ਰਾਤੋਂ ਰਾਤ ਹੀ ਜੀ ਤੁਹਾਨੂੰ ਕਿ ਸਟੇਜ 4 ਜਿਹੜਾ ਉਹ ਕੈਂਸਰ ਹੋ ਗਿਆ। ਉਹ ਕਈ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਹੁੰਦੀਆਂ ਹੈਗੀਆਂ, ਐਂਡ ਉਹ ਲੋਕ ਐਕਚੁਅਲੀ ਅਨਫੋਰਚੂਨੇਟਲੀ ਇਗਨੋਰ ਕਰਦੇ ਰਹਿੰਦੇ ਹੈਗੇ, ਜਾਂ ਉਹ ਇਸ ਭੁਲੇਖੇ 'ਚ ਰਹਿੰਦੇ ਆ ਕਿ ਯਾਰ ਬਾਕੀ ਤਾਂ ਸਾਰੀਆਂ ਫੂਡ ਮੈਨੂੰ ਸਾਰੇ ਕਹਿੰਦੇ ਆ ਖਾਣ ਨੂੰ, ਪਰ ਮੈਂ ਤਾਂ ਖਾਣਾ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਜਾਂ ਮੈਂ ਉਹ ਇੱਕ ਓਵਰ ਕੌਨਫੀਡੈਂਟ ਕਈ ਵਾਰੀ ਜਿਹੜੇ ਉਹ ਪੇਸ਼ੈਂਟ ਬਹੁਤ ਹੋ ਜਾਂਦੇ ਆ ਕਿ ਵੀ ਮੈਂ ਤਾਂ ਜੋ ਮਰਜ਼ੀ ਖਾਈ ਜਾਂਦਾ, ਮੈਂ ਤਾਂ ਹਜ਼ਮ ਹੋਈ ਜਾ ਰਿਹਾ ਹੈਗਾ। ਅਤੇ ਉਹ ਕਈ ਵਾਰੀ ਹਜ਼ਮ ਨਹੀਂ ਹੋ ਰਿਹਾ ਹੁੰਦਾ, ਉਹ ਸਗੋਂ ਤੁਹਾਡੀ ਇਮਿਊਨ ਸਿਸਟਮ ਨੂੰ ਵੀਕ ਕਰ ਰਿਹਾ ਹੁੰਦਾ ਹੈਗਾ ਆ, ਜਿਹਦੇ ਕਰਕੇ ਜਦੋਂ ਇਮਿਊਨ ਸਿਸਟਮ ਵੀਕ ਹੋ ਗਿਆ ਅਤੇ ਉਹ ਫਿਰ ਜਿਹੜਾ ਬੈਡ ਸੈੱਲ ਜਿਹੜਾ ਬਾਡੀ ਸਾਡੀ ਨੇ ਖੁਦ ਹੀ ਕ੍ਰੀਏਟ ਕੀਤਾ, ਪਰ ਉਹਨੂੰ ਇੱਕ ਚਾਂਸ ਮਿਲ ਗਿਆ ਅੰਦਰ ਮਤਲਬ ਜਾਣ ਵਾਸਤੇ, ਬਾਡੀ ਦੇ ਅੰਦਰ ਸਰਕੂਲੇਟ ਕਰਨ ਦੇ ਵਾਸਤੇ। ਸੋ ਤੁਹਾਡੇ ਕਹਿਣ ਦਾ ਮਤਲਬ ਜਾਣੀ ਕਿ ਜਿਹੜੇ ਜਿੰਨੀ ਦੇਰ ਤੱਕ ਇਹਨਾਂ ਚੀਜ਼ਾਂ ਨੂੰ ਥਾਂ ਨਹੀਂ ਮਿਲਦੀ ਤੇ ਉਨੀ ਦੇਰ ਤੱਕ ਇਹ ਕੁਝ ਵੀ ਨਹੀਂ ਕਰ ਸਕਦੇ, ਤੇ ਬੈਟਰ ਹੈ ਵੀ ਆਪਣੀ ਰੂਟੀਨ ਦੇ ਵਿੱਚ ਚੈੱਕਅਪ ਕਰਾਉਂਦੇ ਰਹੋ ਤਾਂ ਫਾਇਦਾ ਹੋਵੇਗਾ। ਬਿਲਕੁਲ। ਐਂਡ ਆਪਣੇ ਇਮਿਊਨ ਸਿਸਟਮ ਨੂੰ ਜਿਹੜਾ ਤੁਸੀਂ ਸਟਰੋਂਗ ਰੱਖਣਾ ਹੁੰਦਾ। ਤੁਸੀਂ ਦੇਖੋ ਕਿੰਨੇ ਲੋਕ ਹੈਗੇ ਆ ਜਿਹੜੇ ਕਿ 20-20 ਸਾਲ ਤੋਂ ਸਿਟਰਾਜ਼ਿਨ ਦੀਆਂ ਗੋਲੀਆਂ ਖਾਈ ਜਾਂਦੇ ਆ, ਐਲਰਜੀ ਦੀਆਂ ਗੋਲੀਆਂ ਖਾਈ ਜਾਂਦੇ ਆ। ਉਹ ਕੀ ਕਰਦੀ? ਉਹ ਇਮਿਊਨ ਸਿਸਟਮ ਨੂੰ ਡਾਊਨ ਕਰਦੀ ਹੈ। ਕਿੰਨੇ ਲੋਕ ਹੈਗੇ ਆ ਜਿਹੜੇ ਕਿ ਆਈਬੂਪ੍ਰੋਫਨ ਜਾਂ ਟਾਈਲੈਨੋਲ ਪੇਨ ਦੇ ਵਾਸਤੇ ਖਾਂਦੇ ਹੈਗੇ ਆ ਆਲ ਦਾ ਟਾਈਮਸ। ਉਹ ਕੀ ਕਰਦੀ ਹੈ? ਇਮਿਊਨ ਸਿਸਟਮ ਨੂੰ ਵੀਕ ਕਰਦੀ ਹੈਗੀ ਹੈ। ਜੋ ਮਤਲਬ ਜਿੰਨੀਆਂ ਵੀ ਲਿਟਰਲੀ
ਜੇ ਤੁਸੀਂ ਦਵਾਈਆਂ ਇੰਗਲਿਸ਼ ਦੀਆਂ ਜੇ ਤੁਸੀਂ ਦੇਖਦੇ ਹੈਗੇ, ਲੌਂਗ ਟਰਮ ਸਾਈਡ ਇਫੈਕਟ ਉਹਨਾਂ ਦਾ ਇਮਿਊਨਿਟੀ ਨੂੰ ਵੀਕ ਕਰਨਾ ਹੀ ਹੁੰਦਾ ਹੈਗਾ ਆ। ਐਂਡ ਉਹ ਪ੍ਰੂਵਨ ਚੀਜ਼ ਹੈਗੀ ਹੈ, ਇਟਸ ਨਾਟ ਸਮਥਿੰਗ ਕਿ ਮੈਂ ਕਹਿ ਰਿਹਾ ਹੈਗਾ ਆ ਆਊਟ ਆਫ ਫਰਸਟ੍ਰੇਸ਼ਨ, ਨਹੀਂ, ਇਹ ਐਕਚੁਅਲੀ ਮਤਲਬ ਚੀਜ਼ ਹੁੰਦੀ ਹੈਗੀ ਆ। ਤੁਸੀਂ ਜਿਹੜੀ ਵੀ ਕੋਈ ਗੋਲੀ ਖਾ ਰਹੇ ਹੈਗੇ ਉਹਦੇ ਵਿੱਚ ਤੁਸੀਂ ਆਪਣੇ ਖੁਦ ਜਾ ਕੇ ਸਾਈਡ ਇਫੈਕਟ ਪੜ੍ਹ ਲਓ ਲੌਂਗ ਟਰਮ, ਉਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਲਿਖਿਆ ਹੋਏਗਾ ਕਿ ਇਮਿਊਨਿਟੀ ਜਿਹੜੀ ਹੈ ਇਹ ਵੀਕ ਕਰਦੀ ਹੈ। ਸੋ ਜਦੋਂ ਇਮਿਊਨਿਟੀ ਨੂੰ ਵੀਕ ਅਸੀਂ ਆਪਣੇ ਹੱਥੀਂ ਆਪ ਪੈਰੀਂ ਕੁਹਾੜੀ ਮਾਰ ਰਹੇ ਹੈਗੇ ਆ, ਤੇ ਫਿਰ ਤਾਂ ਉਹ ਕੈਂਸਰ ਦੇ ਕੇਸਿਸ ਤਾਂ ਵਧਣੇ ਹੀ ਆ ਅੱਗੇ ਅੱਗੇ ਜਾ ਕੇ। ਸੋ ਮਤਲਬ ਸਾਡੀ ਆਪਣੀ ਜਿਹੜੀ ਆ ਉਹ ਲਾਈਫ ਸਟਾਈਲ, ਡਾਇਟ ਜਿਹੜੀ ਆ ਉਹ ਠੀਕ ਨਹੀਂ ਰਹੀ, ਉਹਦੇ ਨਾਲ ਅਸੀਂ ਚੋਇਸਿਸ ਜਿਹੜੀਆਂ ਅਸੀਂ ਗਲਤ ਕਰ ਲਈਆਂ, ਨੇਚਰ ਦੇ ਨਾਲ ਜਿਹੜਾ ਉਹ ਅਸੀਂ ਜੁੜ ਕੇ ਨਹੀਂ ਰਹੇ, ਜਿਹਦੀ ਵਜ੍ਹਾ ਦੇ ਕਰਕੇ ਸਾਨੂੰ ਏਡੇ ਏਡੇ ਵੱਡੇ ਖਮਿਆਜੇ ਜਿਹੜੇ ਆ ਉਹ ਅੱਜ ਭੁਗਤਣੇ ਪੈ ਰਹੇ ਆ। ਕਿ ਹੁਣ ਦੇ ਜ਼ਮਾਨੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਫੈਮਿਲੀ ਇੱਦਾਂ ਦੀ ਹੋਏਗੀ ਕਿ ਜਿਨ੍ਹਾਂ ਦੀ ਫੈਮਿਲੀ ਦੇ ਵਿੱਚ ਜਾਂ ਨੋਨ ਕਿਸੇ ਨੂੰ ਕੈਂਸਰ ਨਾ ਹੋਇਆ ਹੋਵੇ। ਸੋ ਇੰਨਾ ਕੁ ਮਤਲਬ ਜਿਹੜਾ ਹੈ ਉਹ ਇੰਨਾ ਕੁ ਨੋਰਮਲ ਜਿਹੜਾ ਮਤਲਬ ਵਰਡ ਜਿਹੜਾ ਕਿ ਪਹਿਲਾਂ ਬੜਾ ਖਤਰਨਾਕ ਸਾਨੂੰ ਲੱਗਦਾ ਹੁੰਦਾ ਸੀ, ਲੈਂਦੇ ਵੀ ਡਰਦੇ ਹੁੰਦੇ ਸੀਗੇ, ਹੁਣ ਉਹ ਆਮ ਲੋਕਾਂ ਦੀ ਜ਼ੁਬਾਨ ਦੇ ਵਿੱਚ ਆ ਕਿ ਜੀ ਉਹ ਫਲਾਣੇ ਨੂੰ ਹੋ ਗਿਆ, ਫਲਾਣੇ ਨੂੰ ਹੋ ਗਿਆ, ਹੈ ਨਾ। ਐਂਡ ਉਹ ਅੱਗੇ ਤੋਂ ਅੱਗੇ ਤੋਂ ਅੱਗੇ ਵਧਣੇ ਆ ਅਨਫੋਰਚੂਨੇਟਲੀ, ਜਿਸ ਹਿਸਾਬ ਦੀ ਸਾਡੀ ਡਾਇਟ ਹੈ, ਜਿਸ ਹਿਸਾਬ ਦਾ ਇਨਵਾਇਰਮੈਂਟ ਹੈ, ਅਨਲੈਸ ਜੇ ਅਸੀਂ ਉਹਨੂੰ ਸਟੈਪ ਅਸੀਂ ਆਪਣੇ ਹੱਥ ਦੇ ਵਿੱਚ ਕਮਾਂਡ ਨਹੀਂ ਲੈਂਦੇ। ਕਿਸੇ ਵੀ ਹਕੀਮ ਨੇ, ਕਿਸੇ ਵੀ ਡਾਕਟਰ ਨੇ, ਕਿਸੇ ਵੀ ਹੋਮਿਓਪੈਥ ਨੇ, ਕਿਸੇ ਵੀ ਨੈਚੁਰੋਪੈਥ ਨੇ ਤੁਹਾਡੀ ਹੈਲਪ ਨਹੀਂ ਕਰਨੀ। ਤੁਹਾਡੀ ਹੈਲਪ ਜਿਹੜੀ ਹੈ ਤੁਸੀਂ ਆਪ ਕਰਨੀ ਹੈਗੀ ਆ ਆਪਣੇ ਹੱਥ ਦੇ ਨਾਲ। ਅਤੇ ਜੇ ਤੁਸੀਂ ਆਪਣੀ ਕਮਾਂਡ ਜਿਹੜੀ ਹੈਗੀ ਹੈ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਲਈ, ਅਤੇ ਫਿਰ ਤੁਸੀਂ ਜਿਹੜੇ ਹੈਗੇ ਰੱਬ ਤੁਸੀਂ ਹੋ ਫਿਰ ਆਪ, ਕਿਉਂਕਿ ਫਿਰ ਤੁਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹੈਗੇ। 905 874 3333 905 874 3333 ਰੂਬਲ ਸਾਹਿਬ ਨਾਲ ਗੱਲਬਾਤ ਚੱਲਦੀ ਪਈ। ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਕਰਦੇ ਹਾਂ ਤੇ ਬਾਕੀ ਦੇ ਤੁਹਾਡੇ ਕੁਐਸਚਨਾਂ ਦੇ ਆਨਸਰ ਲੈਂਦੇ ਹਾਂ। ਦਿਲ ਆਪਣਾ ਪੰਜਾਬੀ 416 712 4440। ਇਸ ਪ੍ਰੋਗਰਾਮ ਵਿੱਚ ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 416 316 7777 ਗੁਰਤੇਜ ਸਿੰਘ ਪਾਤਲਾ ਮੇਰਾ ਨੰਬਰ 6472814857 ਸਟੂਡੀਓ ਨੰਬਰ 416 712 4440। ਇੱਕ ਛੋਟੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਬਾਕੀ ਦੇ ਕੁਐਸਚਨ। ਹੱਡੀ ਸਵਾਦੀ ਪਕਵਾਨ ਗੱਲ ਪੱਕੀ ਲਵ ਤੰਦੂਰੀ ਤੁਹਾਡੇ ਆਪਣੇ ਸ਼ਹਿਰ ਵਿੱਚ ਸਵੇਰ ਦੇ 10 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ। ਸਵਾਦੀ ਖਾਣਿਆਂ ਦੀਆਂ ਮਹਿਕਾਂ ਨਾਲ ਠੰਡੀ ਬੀਅਰ, ਲਿਕਰ ਲਾਈਸ, ਵੈਜ ਨੌਨ ਵੈਜ ਕੇਟਰਿੰਗ, ਤਾਜ਼ੀ ਮਠਿਆਈ, ਸਾਰਾ ਦਿਨ 24 ਆਈਟਮਾਂ ਦੇ ਨਾਲ ਬੱਫੇ ਦਾ ਆਨੰਦ ਲੈ ਸਕਦੇ ਹੋ। ਕਸ਼ਮੀਰ ਪਾਸਤਾ ਜੀ ਨੂੰ ਕਾਲ ਕਰੋ 905 450 0000। ਲਵ ਤੰਦੂਰੀ 124 ਕੈਂਡੀ ਰੋਡ, ਬਰੈਂਪਟਨ 905 450 0000। ਲਵ ਤੰਦੂਰੀ। ਸੋਹਣੀ ਘਰਵਾਲੀ ਹੋਵੇ ਤੇ ਸੋਹਣਾ ਜਿਹਾ ਘਰ ਹੋਵੇ, ਮਾਲਕ ਮਕਾਨ ਦਾ ਨਾ ਕੋਈ ਵੀ ਡਰ ਹੋਵੇ। ਸ਼ੇਰੋ ਸ਼ਾਇਰੀ ਹੀ ਕਰੋਗੇ ਜਾਂ ਕਿਸੇ ਨੂੰ ਕਾਲ ਵੀ ਕਰੋਗੇ? ਮੈਂ ਕਿਹਾ ਮਾਲਕੋ ਜ਼ਰੂਰ ਆਪਾਂ ਕਾਲ ਕਰਾਂਗੇ ਮਨਜੀਤ ਕੌਰ ਚੀਮਾ ਜੀ ਨੂੰ, ਜਿਹੜੇ ਸਾਨੂੰ ਘਰ-ਬਾਰ ਦਾ ਫਾਇਦਾ ਕਿਸੇ ਵੀ ਏਰੀਏ ਵਿੱਚ ਦਵਾਉਂਦੇ ਨੇ ਤੇ ਸਾਰਾ ਪ੍ਰਬੰਧ ਖੁਦ ਕਰਦੇ ਨੇ। ਮੌਰਗੇਜ ਤੋਂ ਲੈ ਕੇ ਲਾਇਰ ਦਾ ਤੇ ਹੋਮ ਇਨਸਪੈਕਸ਼ਨ ਦਾ ਸਾਰਾ ਕੰਮ ਖੁਦ ਕਰਵਾ ਕੇ ਦਿੰਦੇ ਨੇ। ਅੱਛਾ, ਚਿੰਤਾ ਫਿਕਰ ਤੇ ਛੱਡੋ ਸਕੀਮਾਂ, ਕਾਲ ਕਰੋ ਮਨਜੀਤ ਕੌਰ ਜੀ ਨੇ। ਜੀ ਹਾਂ, ਰੀਮੈਕਸ ਗੋਲਡ ਨਾਲ ਕੰਮ ਕਰਦੇ ਮਨਜੀਤ ਕੌਰ ਚੀਮਾ ਜੀ ਦੇ ਨਾਲ ਹੁਣੀ ਸੰਪਰਕ ਕਰੋ 416 357 99 4163579965। ਪਾਰਟੀ ਹੋ ਗਈ ਜੱਗੀ। ਉਹ ਕਾਦੀ ਨਵੇਂ ਟਰੱਕ ਦੀ? ਉਹ ਸੌਰੀ ਯਾਰ, ਇਸ ਵਾਰ ਤਾਂ ਤੇਰੀ ਪਾਰਟੀ ਰਹਿ ਗਈ। ਕਿਉਂ? ਉਹ ਨਵਾਂ ਨਹੀਂ ਨਵੇਂ ਵਰਗਾ ਬਣਾਇਆ ਕਿੰਗਸ ਮਿਲ ਵਾਲਿਆਂ ਤੋਂ। Kings Mill Sandblasting and Spray Painting, Mississauga, Ontario। ਇਹ ਟਰੱਕ ਚੈਸੀ, ਗ੍ਰੇਵਲ ਟ੍ਰੇਲਰ, ਡੰਪ ਟਰੱਕ, ਗੱਲ ਕੀ ਹਰੇਕ ਤਰ੍ਹਾਂ ਦੇ ਟ੍ਰੇਲਰ ਤੇ ਸੈਂਡ ਬਲਾਸਟਿੰਗ ਦਾ ਕੰਮ ਤਸੱਲੀ ਬਖਸ਼ ਕਰਦੇ हैं। ਸੈਂਡ ਬਲਾਸਟ ਚਾਸੀ ਤੋਂ ਸਾਰਾ ਰਸਟ ਸਾਫ਼ ਕਰਕੇ ਬਣਾਉਂਦਾ ਤੁਹਾਡੇ ਟਰੱਕ ਨੂੰ ਚਮਕਦਾ ਤੇ ਬ੍ਰਾਂਡ ਨਿਊ। ਸੈਂਡ ਬਲਾਸਟ ਤੋਂ ਬਾਅਦ ਇਹ ਪ੍ਰਾਈਮ ਤੇ ਪੇਂਟ ਵੀ ਕਰਦੇ ਨੇ। ਟਰੱਕਾਂ ਦਾ ਬੋਡੀ ਵਰਕ ਕਰਵਾਓ ਤੇ ਚਾਹੇ ਕਰਵਾਓ ਰਿਪੇਅਰ। ਅੱਜ ਹੀ ਕਾਲ ਕਰੋ ਅਮਰਪ੍ਰੀਤ 905 782 5200 905 782 5200। ਫਲਾਈਂਗ ਜੀਏ ਦੇ ਨਾਲ ਪੈਂਦਾ ਤੁਹਾਡਾ ਆਪਣਾ ਕਿੰਗਸ ਮਿਲ ਸੈਂਡ ਬਲਾਸਟਿੰਗ ਐਂਡ ਸਪਰੇ ਪੇਂਟਿੰਗ, ਮਿਸੀਸਾਗਾ, ਓਨਟਾਰੀਓ। ਚੰਗਾ ਜੈਨੀ, ਲੱਗਦਾ ਹੁਣ ਤੇ ਕੈਨੇਡਾ ਤੋਂ ਆਪਣਾ ਪੱਤਾ ਸਾਫ। ਕੀ ਹੋਇਆ? ਉਹ ਯਾਰ ਹੋਇਆ ਹੀ ਤਾਂ ਕੁਝ ਨਹੀਂ, ਨਾ ਕੋਈ ਕੰਮ ਚੱਲ ਰਿਹਾ ਤੇ ਨਾ ਹੀ ਮਾਰਗੇਜ ਮਿਲ ਰਿਹਾ। ਕੀ ਤੂੰ 골ਡਨ ਸਟਾਰ ਮਾਰਗੇਜ ਨਾਲ ਕੰਮ ਕਰਦੇ ਗੁਰਤੀਰਥ ਪਾਸਲਾ ਨੂੰ ਕਾਲ ਕੀਤੀ? ਨਹੀਂ ਕੀਤੀ ਨਾ, ਤਾਂ ਹੁਣੇ ਕਰ, ਉਹਨਾਂ ਆਪੇ ਤੇਰਾ ਕੰਮ ਬਣਾ ਦੇਣਾ। ਜੇ ਤੁਹਾਨੂੰ ਹਰ ਪਾਸੇ ਤੋਂ ਮਾਰਗੇਜ ਦੀ ਨਾ ਹੋ ਗਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਅੱਜ ਹੀ ਸੰਪਰਕ ਕਰੋ 골ਡਨ ਸਟਾਰ ਮਾਰਗੇਜ ਨਾਲ ਕੰਮ ਕਰਦੇ ਗੁਰਤੀਰਥ ਪਾਸਲਾ ਨਾਲ। ਫਸਟ ਸੈਕਿੰਡ ਮਾਰਗੇਜ, ਟਰੱਕ ਟ੍ਰੇਲਰ ਲੋਨ, ਲਾਈਨ ਆਫ ਇਕੁਇਟੀ ਲਈ ਕਾਲ ਕਰੋ ਗੁਰਤੀਰਥ ਪਾਸਲਾ 416316
7777 416 316 7777 गुरतीरथ पासला। Oh, thanks, Jenny. Oh, thanks to Mr. गुरतीरथ पासला। जिन्ना मेरे ते सक्सेस में चला घटा देता है फासला। घटा देता है तेरी शायरी का हौसला। ओहो, छत चौन लगी, हो गया फिर खर्चे न था। की सोची पई हो जनाब, घट खर्चे ते छत चेंज करवानी है। हाँ जी हाँ, तो फिर जल्दी पीलस रूफिंग में फोन लगाओ। ਵਧੀਆ ਤਕਨੀਕ ਦੇ ਨਾਲ ਵਧੀਆ ਕੁਆਲਿਟੀ ਵਾਲੀ ਗਰੰਟੀ ਜੁਦਾ ਛੱਤ ਲਗਵਾਓ ਤੇ ਵੱਧ ਖਰਚੇ ਤੇ ਘਟੀਆ ਛੱਤਾਂ ਤੋਂ ਛੁਟਕਾਰਾ ਪਾਓ। ਪੇਲੈਸ ਰੂਫਿੰਗ 416 826 5800 ਪੇਲੈਸ ਰੂਫਿੰਗ। ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਸਾਡੀ ਤੁਹਾਡੀ ਗੱਲਬਾਤ ਚੱਲਦੀ ਰੂਬਤ ਸਾਹਿਬ ਦੇ ਨਾਲ। ਰੂਬਤ ਸਾਹਿਬ ਕੁਐਸਚਨ ਹੈ 50 ਜੀ ਔਰ ਫੀਮੇਲ ਨੇ ਕਹਿੰਦੇ ਵੀ ਜਦੋਂ ਸਰਦੀ ਮਾੜੀ ਵੀ ਹੁੰਦੀ ਜਾਂ ਗਰਮੀ ਬਾਹਰ ਹੁੰਦੀ ਹੈ ਤੇ ਸਰਦੀ ਵਿੱਚ ਖਾਸ ਕਰਕੇ ਸਡਨਲੀ ਜੋ ਬਾਹਰ ਨਿਕਲਦੇ ਸਰੀਰ ਤੇ ਸਾਰੇ ਧੱਫੜ ਪੈ ਜਾਂਦੇ ਨੇ, ਕੀ ਕਾਰਨ ਨੇ? ਉਹ ਦੇਖੋ ਇਹ ਪ੍ਰੋਬਲਮ ਹੁੰਦੀ ਹੈਗੀ ਆ ਬਲੱਡ ਦੇ ਵਿੱਚ ਐਲਰਜੀਆਂ ਜਿਹੜੀਆਂ ਹੈਗੀਆਂ ਉਹ ਘਰ ਕਰ ਜਾਂਦੀਆਂ, ਜਿਹਦੀ ਵਜ੍ਹਾ ਦੇ ਕਰਕੇ ਧੱਫੜ ਪੈਣੇ ਜਾਂ ਹਾਈਵਸ ਜਿਹਨੂੰ ਕਹਿੰਦੇ ਆ ਉਹ ਹੁੰਦਾ। ਇਹ ਕੇਸ ਦੇ ਵਿੱਚ ਜਿਹੜਾ ਆ ਟਰੀਟਮੈਂਟ ਐਕਚੁਅਲੀ ਲੰਬਾ ਚੱਲਦਾ ਹੁੰਦਾ ਹੈ, 3 ਤੋਂ 6 ਮਹੀਨੇ ਜਾਂ ਕਈ ਵਾਰੀ ਉਹ ਤੋਂ ਜ਼ਿਆਦਾ ਸਮਾਂ ਵੀ ਚੱਲ ਸਕਦਾ ਹੈ। ਸੋ ਇਸ ਕੇਸ ਦੇ ਵਿੱਚ ਜਿਹੜੀ ਆ ਉਹ ਬਲੱਡ ਦੀ ਸਫਾਈ ਕੀਤੀ ਜਾਂਦੀ ਹੈ, ਬਲੱਡ ਦੀ ਪਿਊਰੀਫਿਕੇਸ਼ਨ ਕੀਤੀ ਜਾਂਦੀ ਹੈ ਅਤੇ ਔਰਗਨਸ ਦੀ ਡੀਟੌਕਸੀਫਿਕੇਸ਼ਨ ਕੀਤੀ ਜਾਂਦੀ ਹੈ। ਜਿਵੇਂ ਮੈਂ ਦੱਸਿਆ ਕਿ ਵੀ ਸਾਡੇ ਜਿਹੜਾ ਫੂਡ ਹੈਗਾ ਆ ਉਹ ਸਾਡੀ ਬੋਡੀ 'ਚ ਪ੍ਰੋਪਰ ਨਿਕਲਦਾ ਨਹੀਂ ਹੈਗਾ, ਜਿਹੜਾ ਉਹਦਾ ਵੇਸਟ ਮਟੀਰੀਅਲ ਹੁੰਦਾ, ਜਿਹਦੇ ਕਰਕੇ ਉਹ ਬਲੱਡ ਦੇ ਵਿੱਚ ਖਰਾਬੀ ਆਉਣੀ ਸ਼ੁਰੂ ਹੋ ਜਾਂਦੀ। ਸੋ ਇਹ ਖਰਾਬੀ ਜਿਹੜੀ ਆ, ਜਿਵੇਂ ਮੈਂ ਗੱਲ ਕਰ ਰਿਹਾ ਸੀਗਾ, ਇਹ ਉਸੇ ਹੀ ਚੀਜ਼ ਦਾ ਇੱਕ ਰਿਜ਼ਲਟ ਹੁੰਦਾ ਹੈਗਾ ਆ ਜਿਹੜੀ ਇਹ ਕੁਐਸਚਨ ਆਇਆ ਹੈਗਾ। ਸੋ ਇਸ ਕੇਸ ਦੇ ਵਿੱਚ ਵੀ ਪੇਟ ਨੂੰ ਜਿਹੜਾ ਉਹ ਲਗਾਤਾਰ ਸਾਫ਼ ਰੱਖਣਾ ਹੁੰਦਾ, ਬਟ ਨਾਲ ਸੇਮ ਟਾਈਮ ਦੇ ਉੱਤੇ ਦਵਾਈਆਂ ਦਿੱਤੀਆਂ ਜਾ ਸਕਦੀਆਂ ਹੁੰਦੀਆਂ ਤਾਂ ਕਿ ਬਲੱਡ ਜਿਹੜਾ ਹੈਗਾ ਉਹਨੂੰ ਸਾਫ਼ ਕੀਤਾ ਜਾਵੇ। ਤਾਂ ਜਿੱਦਾਂ ਬਲੱਡ ਸਾਫ਼ ਹੋਈ ਜਾਣਾ, ਡੀਟੌਕਸੀਫਿਕੇਸ਼ਨ ਹੋਈ ਜਾਣੀ, ਅਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਆਪਣੇ ਆਪ ਹੀ ਠੀਕ ਹੋ ਜਾਣੀਆਂ। ਪਰ ਬਹੁਤ ਲੋਕ ਜਿਹੜੇ ਆ ਇਸ ਕੰਡੀਸ਼ਨ ਦੇ ਵਿੱਚ ਵੀ ਸਿਟਰਾਜ਼ਿਨ ਜਾਂ ਐਂਟੀ ਐਲਰਜਿਕ ਦਵਾਈ ਜਿਹੜੀ ਹੈਗੀ ਉਹ ਲੈਂਦੇ ਆ। ਲਗਾਤਾਰ ਜਿਹੜੀ ਆ ਦਵਾਈ ਇਹ ਬਿਲਕੁਲ ਠੀਕ ਨਹੀਂ ਹੈਗੀ ਲੈਣੀ, ਇਹਦੇ ਨਾਲ ਇਮਿਊਨਿਟੀ ਜਿਹੜੀ ਆ ਕਮਜ਼ੋਰ ਹੁੰਦੀ ਹੈਗੀ ਆ। ਇੱਕ ਚੀਜ਼ ਨੂੰ ਤੁਸੀਂ ਠੀਕ ਤੇ ਖੈਰ ਕੁਝ ਨਹੀਂ ਕਰਦੀ ਕੁਝ ਵੀ, ਪਰ ਇੱਕ ਚੀਜ਼ ਨੂੰ ਤੁਸੀਂ ਦਬਾ ਦਿੰਦੇ ਹੈਗੇ ਹੋ, ਦਬਾਉਣ ਦੇ ਨਾਲ ਜਿਹੜੀਆਂ ਹੋਰ ਕਈ ਚੀਜ਼ਾਂ ਜਿਹੜੀਆਂ ਆ ਤੁਹਾਡੀ ਬਾਡੀ ਦੇ ਅੰਦਰ ਖਰਾਬੀ ਕਰ ਸਕਦੀਆਂ ਹੈਗੀਆਂ। ਸੋ ਜੇ ਐਂਟੀ ਐਲਰਜਿਕ ਦਵਾਈ ਲੈ ਰਹੇ ਹੈਗੇ ਆ ਤੁਸੀਂ, ਉਹ ਤੁਹਾਨੂੰ ਇਸ ਕੰਡੀਸ਼ਨ ਦੇ ਵਿੱਚ ਜਿਹੜੀ ਹੈ ਉਹ ਨਹੀਂ ਲੈਣੀ ਚਾਹੀਦੀ, ਅਵੋਇਡ ਕਰਨੀ ਚਾਹੀਦੀ ਹੈ। 48 ਜੋ ਆਰ ਮੇਲ ਹੈਗੇ ਨੇ, ਟਰੱਕ ਡਰਾਈਵ ਕਰਦੇ ਨੇ, ਹੱਥਾਂ ਦੇ ਵਿੱਚ ਕਹਿੰਦੇ ਸੂਈਆਂ ਜਿਹੀਆਂ ਚੁੱਭਦੀਆਂ ਨੇ। ਹਾਂ ਦੇਖੋ, ਹੱਥਾਂ ਦੇ ਵਿੱਚ ਜਿਹੜੀਆਂ ਸੂਈਆਂ ਚੁੱਭਣੀਆਂ ਕਾਰਨ ਜਿਹੜਾ ਹੈ ਉਹ ਕਈ ਹੋ ਸਕਦੇ ਹੈਗੇ ਆ। ਇੱਕ ਤਾਂ ਜਿਹੜਾ ਇਹਨਾਂ ਨੂੰ ਚੈੱਕ ਕਰਾਉਣਾ ਚਾਹੀਦਾ ਆਪਣਾ ਆਇਰਨ ਲੈਵਲ। ਦੂਸਰਾ ਜਿਹੜਾ ਹੈ ਕਈ ਵਾਰੀ ਧੌਣ ਦੇ ਵਿੱਚ ਜਿਹੜੀ ਉਹ ਪ੍ਰੋਬਲਮ ਹੋ ਸਕਦੀ ਹੈ, ਜਿਹਦੇ ਕਰਕੇ ਨਾੜਾਂ ਪਿੰਚ ਕਰ ਰਹੀਆਂ ਹੁੰਦੀਆਂ, ਜਿਹਦੇ ਕਰਕੇ ਨਮਨੈਸ ਜਿਹੜੀ ਆ ਜਾਂ ਟਿੰਗਲਿੰਗ ਸੈਂਸੇਸ਼ਨ ਜਿਹੜੀ ਆ ਉਹ ਹੱਥ ਦੇ ਵਿੱਚ ਆ ਸਕਦੀ ਆ। ਜਾਂ ਤੀਸਰਾ ਸਿਨੈਰੀਓ ਕਾਰਪਲ ਟਨਲ, ਉਹ ਜਿਹੜੇ ਦੋਨੋਂ ਗੁੱਟ ਹੈਗੇ ਆ ਉਹਨਾਂ ਦੇ ਉੱਤੇ ਇੱਕ ਬੈਂਡ ਹੁੰਦਾ, ਜਦੋਂ ਟਾਈਟ ਹੋ ਜਾਂਦਾ ਹੈ ਅਤੇ ਉਹਦੇ ਨਾਲ ਉਹ ਨਾੜਾਂ ਫਸ ਜਾਂਦੀਆਂ ਹੈ, ਉਹਦੇ ਕਰਕੇ ਕਾਰਪਲ ਟਨਲ ਦੀ ਵਜ੍ਹਾ ਦੇ ਕਰਕੇ ਵੀ ਹੱਥ ਦੀਆਂ ਜਿਹੜੀਆਂ ਉਹ ਸੌਂ ਸਕਦੀਆਂ। ਸੋ ਡਿਪੈਂਡਿੰਗ ਔਨ ਕਿ ਉਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ, ਉਹਦੇ ਹਿਸਾਬ ਦੇ ਨਾਲ ਉਹਦਾ ਵੱਖਰਾ ਇਲਾਜ ਕੀਤਾ ਜਾਂਦਾ ਹੁੰਦਾ ਹੈਗਾ। ਸੋ ਐਗਜ਼ਾਮਪਲ ਜੇ ਉਹਨਾਂ ਦਾ ਆਇਰਨ ਘੱਟ ਹੈ ਤਾਂ ਫਿਰ ਉਹਨਾਂ ਨੂੰ ਆਇਰਨ ਦੇ ਸਪਲੀਮੈਂਟ ਜਾਂ ਆਇਰਨ ਦੀ ਦਵਾਈ ਜਾਂ ਕਿਸੇ ਤਰੀਕੇ ਆਪਣੇ ਆਇਰਨ ਇਨਟੇਕ ਨੂੰ ਵਧਾਉਣਾ ਚਾਹੀਦਾ। ਅਤੇ ਜੇ ਉਹਨਾਂ ਦੀ ਧੌਣ ਦੀ ਪ੍ਰੋਬਲਮ ਹੈ ਤਾਂ ਉਹ ਥੈਰੇਪੀਜ਼ ਹੁੰਦੀਆਂ ਹੈਗੀਆਂ। ਐਂਡ ਸਿਮਿਲਰਲੀ ਜੇ ਉਹ ਗੁੱਟਾਂ ਦੀ ਪ੍ਰੋਬਲਮ ਹੈ ਤਾਂ ਉਹਦੇ ਵਾਸਤੇ ਕਈ ਕੇਸਿਸ ਦੇ ਵਿੱਚ ਜਿਹੜੀਆਂ ਉਹ ਸਰਜਰੀਜ਼ ਰეკਮੈਂਡ ਕੀਤੀਆਂ ਜਾਂਦੀਆਂ, ਜਾਂ ਕਈ ਵਾਰੀ ਜਿਹੜਾ ਉਹ ਵੀ ਥੈਰੇਪੀ ਦੇ ਨਾਲ ਠੀਕ ਹੋ ਸਕਦਾ। ਸੋ ਸਿਨੈਰੀਓਜ਼ ਜ਼ਿਆਦਾ ਹੋਣ ਕਰਕੇ ਆਪਾਂ ਸਪੈਸੀਫਿਕਲੀ ਨਹੀਂ ਦੱਸ ਸਕਦੇ ਕਿ ਇਹਨਾਂ ਨੂੰ ਕੀ ਕਰਨ ਦੀ ਜ਼ਰੂਰਤ ਹੈਗੀ ਆ। ਜੇ ਤੁਸੀਂ ਮੈਨੂੰ ਪਰਸਨਲੀ ਆਣ ਕੇ ਮਿਲਣਾ ਚਾਹੁੰਦੇ ਹੋ, ਡੈਫੀਨੇਟਲੀ ਤੁਸੀਂ ਆ ਸਕਦੇ ਆ। 905 874 3333 ਸਾਡਾ ਕਲੀਨਿਕ ਦਾ ਨੰਬਰ ਹੈ ਜੀ। 905 874 3333 ਤੇ ਰੂਬਤ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ। ਰੂਬਤ ਸਾਹਿਬ ਦਾ ਸਮਾਂ ਹੁਣ ਇੱਥੇ ਸਮਾਪਤੀ, ਲੇਕਿਨ ਜਾਂਦੇ ਹੋਏ ਇੱਕ ਜ਼ਰੂਰੀ ਇਹਨਾਂ ਤੋਂ ਟਿਪ ਲਵਾਂਗੇ। ਟਿਪ ਦੇਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਰੀਅਲ estate ਸੰਬੰਧੀ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ। ਰੀਅਲ estate ਦੇ ਖੇਤਰ ਵਿੱਚ ਤੁਸੀਂ ਨਵੇਂ ਘਰ ਬੁੱਕ ਕਰਨਾ ਚਾਹੁੰਦੇ ਹੋ, ਨਵੀਂ ਕੋਂਡੋ ਬੁੱਕ ਕਰਨੀ ਚਾਹੁੰਦੇ ਹੋ, ਨਵੇਂ ਘਰ ਸਾਡੇ ਕੋਲ ਟਿਲਸਨ ਵਰਕ ਵਾਲੇ ਏਰੀਏ ਵਿੱਚ ਇੱਧਰਲੀ ਸਾਈਡ ਤੇ ਆਏ ਨੇ। ਰਵੀਨ ਲੋਟ ਨੇ। ਜੇਕਰ ਤੁਸੀਂ 70 ਫੁੱਟ ਫਰੰਟ ਚਾਹੁੰਦੇ ਹੋ, 30 ਫੁੱਟ ਫਰੰਟ ਚਾਹੁੰਦੇ ਹੋ, ਜਾਂ 40-50 ਫਰੰਟ, ਅਜੇ ਸਾਡੇ ਕੋਲ ਓਪਰਚੁਨਿਟੀ ਕਿ ਆਪਾਂ ਨੂੰ ਮਿਲ ਸਕਦੀ। ਅਗਲੇ ਹਫ਼ਤੇ ਇਹਦੀ ਓਪਨਿੰਗ ਹੋਣੀ ਆ। ਓਪਨਿੰਗ ਤੋਂ ਪਹਿਲਾਂ ਤੁਸੀਂ ਬੁਕਿੰਗ ਕਰਾਉਣੀ ਹੈ ਅਤੇ ਬੁਕਿੰਗ ਉੱਥੇ ਆਲਰੇਡੀ ਜਿਹੜਾ ਪਹਿਲਾ ਫੇਸ ਸੀ ਸੋਲਡ ਹੋ ਚੁੱਕਾ ਹੈ, ਅਤੇ ਦੂਜੇ ਦੇ ਵਿੱਚ ਫੇਸ ਦੇ ਵਿੱਚ ਉਹਦੀਆਂ ਪ੍ਰਾਈਸਾਂ ਵੀ ਥੋੜ੍ਹੀਆਂ ਚੇਂਜ ਹੋਣਗੀਆਂ। ਇਹ ਤੁਸੀਂ ਟਿਲਸਨ ਵਰਕ ਵਾਲੇ ਏਰੀਏ 'ਚ ਬਹੁਤ ਖੂਬਸੂਰਤ ਏਰੀਆ ਸੀ।
ਸਾਈਡ ਆਪ ਖੁਦ ਦੇਖੇ ਇਸ ਏਰੀਆ ਵਿੱਚ ਤੁਸੀਂ ਘਰ ਆਪਣੇ ਬੁੱਕ ਕਰਾਉਣੇ ਚਾਹੁੰਦੇ ਹੋ, ਤੁਸੀਂ ਵੱਡੇ ਤੋਂ ਵੱਡਾ ਘਰ ਛੋਟੇ ਤੋਂ ਛੋਟਾ ਘਰ ਬੁੱਕ ਕਰਾਉਣਾ ਚਾਹੁੰਦੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਫਿਰ ਤੁਸੀਂ ਓਕਵਿਲ ਦੇ ਵਿੱਚ ਕੋਈ ਕੋਂਡੋ ਪ੍ਰੋਜੈਕਟ ਲੈਣਾ ਚਾਹੁੰਦੇ ਹੋ, ਜਾਂ ਫਿਰ ਬਰਲਿੰਗਟਨ ਦੇ ਵਿੱਚ ਸਾਡੇ ਕੋਲ ਕੁਝ ਐਕਸਕਲੂਸਿਵ ਪ੍ਰੋਜੈਕਟ ਹੈਗੇ ਨੇ, ਇਹਨਾਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ 647 281 4857 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਜੇਕਰ ਸਾਡੇ ਟੱਕਰ ਵੀਰ ਟਰੱਕ ਇੰਡਸਟਰੀ ਵਿੱਚ ਜਿਹੜੇ ਹੈਗੇ ਆਪਣਾ ਟਰੱਕ ਜਿਹੜਾ ਆਪਣਾ ਲੈਣਾ ਚਾਹੁੰਦੇ ਹੋ, ਆਪਣੀ ਰਿਪੇਅਰ ਸ਼ਾਪ ਬਣਾਉਣੀ ਚਾਹੁੰਦੇ ਹੋ, ਇਹਦੇ ਵਾਸਤੇ ਸਾਡੇ ਕੋਲ 2 ਏਕੜ ਤੋਂ ਲੈ ਕੇ 10-12 ਏਕੜ ਤੱਕ ਲੋਕਲ ਤੇ ਜਾਂ ਫਿਰ ਤੁਸੀਂ ਕਹਿ ਲਓ 401 ਦੇ ਲਾਗੇ ਤੁਹਾਨੂੰ ਪ੍ਰਾਪਰਟੀਆਂ ਮਿਲ ਸਕਦੀਆਂ ਨੇ। ਕਈਆਂ ਦੇ ਵਿੱਚ ਤੁਹਾਨੂੰ ਬਿਲਡਿੰਗ ਬਣੀ ਵੀ ਮਿਲੇਗੀ, ਕਈਆਂ ਦੇ ਵਿੱਚ ਬਿਲਡਿੰਗ ਬਣਾਉਣ ਵਾਲੀ ਆ, ਕਈ ਜਾੜ ਬਿਲਕੁਲ ਰੈਡੀ ਨੇ ਤੇ ਕਈ ਜਾੜ ਤੁਸੀਂ ਆਪ ਬਣਾਉਣੇ ਨੇ। ਉਸੇ ਹਿਸਾਬ ਦੀਆਂ ਪ੍ਰਾਈਸਾਂ ਵਗੈਰਾ ਹੋਣਗੀਆਂ ਤੇ ਇਹ ਪ੍ਰਾਪਰਟੀਆਂ ਦੇਖਣ ਵਾਸਤੇ, ਵੇਚਣ ਖਰੀਦਣ ਵਾਸਤੇ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜਾਂ ਫਿਰ ਤੁਹਾਡੇ ਕੋਲ ਆਪਣੀ ਕੋਈ ਪ੍ਰਾਪਰਟੀ ਹੈ ਉਸ ਨੂੰ ਵੇਚਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਲੋਕਲ ਤੁਸੀਂ ਆਪਣਾ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਤੇ ਸਾਨੂੰ ਲੋਕਲ ਸੈਮੀ ਡਿਟੈਚ ਟਾਊਨ ਸਾਰੇ ਘਰਾਂ ਦੀ ਜ਼ਰੂਰਤ ਹੈ, ਬਾਹਰ ਬਿਲਕੁਲ ਰੈਡੀ ਨੇ ਤੇ ਸਾਡੇ ਕੋਲ ਕੁਝ ਰੈਨੋਵੇਟਡ ਕੀਤੀਆਂ ਹੋਈਆਂ ਪ੍ਰਾਪਰਟੀਆਂ ਵੇਚਦੇ ਹੁੰਦੀਆਂ ਨੇ। ਵੱਡੇ ਘਰ ਲੈਣੇ ਚਾਹੁੰਦੇ ਹੋ 2.5 ਏਕੜ ਦੇ ਵਿੱਚ, 3 ਏਕੜ ਦੇ ਵਿੱਚ, 10 ਏਕੜ ਦੇ ਵਿੱਚ ਸਾਡੇ ਕੋਲ ਕੁਝ ਪ੍ਰਾਪਰਟੀਆਂ ਅਵੇਲੇਬਲ ਨੇ ਜਿਨ੍ਹਾਂ ਦੇ ਉੱਤੇ ਥੋੜ੍ਹਾ ਜਿਹਾ ਕੰਮ ਕਰਕੇ ਤੁਸੀਂ ਚੰਗੇ ਪੈਸੇ ਬਣਾ ਸਕਦੇ ਹੋ। ਜੇਕਰ ਰਹਿਣ ਵਾਸਤੇ ਤੁਸੀਂ ਇਹ 10 ਏਕੜ ਦੇ ਵਿੱਚ ਆਪਣਾ ਖੂਬਸੂਰਤ ਘਰ ਲੈਣਾ ਚਾਹੁੰਦੇ ਹੋ, ਕਈ ਪ੍ਰਾਪਰਟੀਆਂ ਦੇ ਨਾਲ 2-2 ਘਰ ਹੈਗੇ ਨੇ। 10 ਏਕੜ ਦੇ ਵਿੱਚ ਤੁਹਾਨੂੰ ਇਹਦੇ ਵਿੱਚ 2 ਘਰ ਮਿਲਣਗੇ, ਇੱਕ ਨੂੰ ਰੈਂਟ ਤੇ ਚਾੜੋ ਤੇ ਇੱਕ ਆਪਣੇ ਕੋਲ ਰੱਖੋ। ਇਸੇ ਤਰੀਕੇ ਨਾਲ 2.5 ਏਕੜ ਦੇ ਵਿੱਚ 3 ਗਰਾਜਾਂ ਵਾਲਾ ਖੁੱਲਾ ਡੁੱਲਾ ਘਰ ਤੁਸੀਂ ਲੈਣਾ ਚਾਹੁੰਦੇ ਹੋ, 1 ਏਕੜ ਦੇ ਵਿੱਚ ਘਰ ਲੈਣੇ ਚਾਹੁੰਦੇ ਹੋ 647 281 4857 ਕੈਲਡਨ ਬੋਲਟਨ ਦੇ ਏਰੀਆ ਵਿੱਚ ਸਾਡੇ ਕੋਲ ਇਹ ਪ੍ਰਾਪਰਟੀਆਂ ਨੇ। ਇਸ ਤੋਂ ਇਲਾਵਾ ਜੇਕਰ ਇੱਧਰਲੀ ਸਾਈਡ ਤੇ ਤੁਸੀਂ ਟੱਕ ਜਾੜ ਵੀ ਲੈਣੇ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਵੀ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਤੇ ਮੈਂ ਫੁੱਲ ਟਾਈਮ ਰੀਅਲ ਏਸਟੇਟ ਬ੍ਰੋਕਰ ਦੇ ਤੌਰ ਤੇ ਕੰਮ ਕਰ ਰਿਹਾ, ਇਸ ਕਰਕੇ ਤੁਹਾਨੂੰ ਕਦੀ ਵੀ ਕਿਸੇ ਵੀ ਇਹ ਨਹੀਂ ਹੋਵੇਗਾ ਕਿ ਹੁਣ ਸਮਾਂ ਦਿੱਤਾ ਇਸ ਸਮੇਂ ਤੇ ਬੰਦਾ ਨਹੀਂ ਆਇਆ ਜਾਂ ਸਾਨੂੰ ਜ਼ਰੂਰਤ ਹੀ ਹੁਣ ਸਾਡੀ ਗੱਲ ਨਹੀਂ ਸੁਣੀ। 24 ਆਵਰ ਤੁਹਾਡੇ ਵਾਸਤੇ ਅਵੇਲੇਬਲ ਹੈ, ਪ੍ਰਾਪਰਟੀ ਵੇਚਣ ਵਾਸਤੇ ਵੀ, ਖਰੀਦਣ ਵਾਸਤੇ ਵੀ, ਇਨਵੈਸਟਮੈਂਟ ਕਰਾਉਣ ਵਾਸਤੇ ਵੀ। ਆਓ ਬੈਠ ਕੇ ਸਾਰੀ ਗੱਲਬਾਤ ਕਰੀਏ ਤੇ ਡੈਫੀਨੇਟਲੀ ਤੁਹਾਡਾ ਫਾਇਦਾ ਹੀ ਕਰਾਵਾਂਗੇ। 647 281 4857 ਅਗੇਨ ਨਵੇਂ ਘਰਾਂ ਦੀ ਬੁਕਿੰਗ ਕਰਾਉਣੀ ਚਾਹੁੰਦੇ ਹੋ, ਕੋਂਡੋ ਦੀ ਬੁਕਿੰਗ ਕਰਾਉਣੀ ਚਾਹੁੰਦੇ ਹੋ, ਟਾਊਨ ਹਾਊਸ ਦੀ ਬੁਕਿੰਗ ਕਰਾਉਣੀ ਚਾਹੁੰਦੇ ਹੋ, ਜਾਂ ਸਾਡੇ ਕੋਲ ਕੁਝ ਪ੍ਰਾਪਰਟੀਆਂ ਅਜਿਹੀਆਂ ਨੇ ਜਿੱਥੇ ਤੁਸੀਂ ਆਪਣੇ ਘਰ ਬਣਾ ਸਕਦੇ ਹੋ, ਜਿੱਥੇ ਤੁਹਾਡੇ ਕੋਲ ਰੈਡੀ ਟੂ ਗੋ ਸਾਡੇ ਕੋਲ ਪ੍ਰੋਜੈਕਟ ਹੈਗੇ ਨੇ, ਜਿੱਥੇ 10-20 ਘਰ ਬਣਾਉਣੇ ਚਾਹੁੰਦੇ ਨੇ, 50 ਘਰ ਬਣਾਉਣੇ ਚਾਹੁੰਦੇ ਹੋ, ਹਰ ਤਰ੍ਹਾਂ ਦੀ ਪ੍ਰਾਪਰਟੀ ਸਾਡੇ ਕੋਲ ਅਵੇਲੇਬਲ ਹੈ। 647 281 4857 ਜੀ ਰੂਬਲ ਸਾਹਿਬ, ਸਮਾਂ ਤੁਸੀਂ ਆਪਣਾ ਥੋੜ੍ਹਾ ਜਿਹਾ ਲੈ ਸਕਦੇ ਜਾਂਦੇ ਇੱਕ ਟਿਪ ਆਫ ਦੀ ਡੇ ਤੇ। ਹਾਂਜੀ ਬਿਲਕੁਲ ਗੁਰਪਾਲ ਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਆਪਣੀ ਸਰਦੀਆਂ ਦੀ ਰੁੱਤ ਦੀ, ਹੁਣ ਸਰਦੀਆਂ ਦੀ ਰੁੱਤ ਦੇ ਵਿੱਚ ਜਿਹੜਾ ਹੈਗਾ ਤੁਸੀਂ ਹੁਣ ਵਧੀਆ ਟਾਈਮ ਹੈਗਾ ਜਿਹਦੇ ਵਿੱਚ ਤੁਸੀਂ ਗਰਮ ਮਸਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਹੈਗੇ ਹੋ। ਬਟ ਜਿਵੇਂ ਦੱਸਿਆ ਕਿ ਸਾਡੀ ਤਰਾਸਦੀ ਇਹ ਹੈ ਕਿ ਅਸੀਂ ਆਲ ਦਾ ਟਾਈਮ ਹੀ ਐਕਚੁਅਲੀ ਕਰ ਰਹੇ ਹੁੰਦੇ ਹਾਂ, ਪਰ ਇਹ ਜਿਹੜਾ ਆ ਟਾਈਮ ਹੁੰਦਾ ਜਿਹਦੇ ਵਿੱਚ ਤੁਸੀਂ ਅਖੀਰਲੀ ਸ਼ੁਰੂਆਤੀ ਸਰਦੀ ਅਤੇ ਅਖੀਰਲੀ ਸਰਦੀ ਜਿਹਦੇ ਵਿੱਚ ਗਰਮ ਮਸਾਲੇ ਜਿਹੜੇ ਇਸਤੇਮਾਲ ਕਰਨੇ ਚਾਹੀਦੇ ਹੈਗੇ ਆ, ਨਾਟ ਆਲ ਦਾ ਟਾਈਮਸ। ਗੁਰਪਾਲ ਜੀ ਹੁਣ ਟਾਈਮ ਜਿਹੜਾ ਹੈਗਾ ਉਹ ਇਜਾਜ਼ਤ ਨਹੀਂ ਦੇ ਰਿਹਾ। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਅਸੀਂ ਅਗਲੇ ਵੀਕ ਵੀ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।